उस चैनल ते तुसीं इंटरव्यू कर रहे हो जिस चैनल का जिस अखबार का तुसीं बाईकाट कीता सी। एक्चुअली मैं नहीं सी कीता बाईकाट, ये तो पार्टी के प्रधान साहब ने अचानक ही सानू कहा कि तुसीं उठ के ऐलान करना। जदों बाईकाट कीता स्पोक्समैन अखबार का, उस तो बाद स्पोक्समैन अखबार पढ़ते सी जां नहीं? देखो ये अखबारां बंद तो होंदियां नहीं, सारे ही पढ़ते। जिहड़ी कल कार्रवाई की है जिहड़ी कि बिल्कुल गलत है और सीधा सरकार है जिहड़ी हरियाणे दी, वो उन्होंने आप दखलअंदाजी करके सब कुछ किया। प्रधान साहब नूं पता सी ये कुछ होना है। अकाली दल कित्थे गए? श्रोमणी अकाली दल सारा अज लड़ना गुरुद्वारे सेवा संभाल ली। मैं उत्थे कुरुक्षेत्र जाके बैठी सी ते मैं उत्थे वड़न नहीं सी दिता दादूवाल साहब नूं। प्रधान साहब साडे नाल थोड़ी कमजोरी विखाई है। ला मैं सब तो अगे होके तुरांगी। अज प्रधान जी कहन चलो चलिए सारे, जे बीजेपी उत्थे जबरदस्ती साडे कब्जे करवा रही है तो फिर असीं श्रोमणी अकाली दल असीं कित्थे फिर संघर्ष करांगे? जे आपां अपना घर ही नहीं संभाल सके, चंडीगढ़ कित्थों ला लांगे? SYL दी कित्थों असीं लड़ाई लड़ लांगे? कदे गुरबाणी दे भी एक्सक्लूसिव राइट्स हुंदे आ। सानू नोटिस देता ने, सानू श्रोमणी कमेटी नूं जदों नोटिस आया, मैं गल सुनना, मैं तेरे धूते धाते चक के बाहर मारने, तेनू भुलेखा ना होवे। रातों रात चैनल चलूगा, रातों रात। तेरे मन च की भुलेखा पिया? तू साडे घर आके ते साडे ते कब्जा करके ते सानू नोटिस देना। दिल कदे कदे भरदा है, मन कदे करदा है उस अकाली दल दे विच जाण दा जिੱਥੋਂ ਤੁਹਾਨੂੰ बाहर कर दिता गया। ਤੁਸੀਂ ਸਿਧਾਂਤ ਦੀ ਗੱਲ ਕਰਦੇ ਸੀ, ਉਹਦਾ ਮੁੱਲ ਇਹ ਤਾਰਨਾ ਪਿਆ ਕਿ ਤੁਹਾਨੂੰ ਪਾਰਟੀ ਚੋਂ ਕੱਢ ਦਿੱਤਾ। ਜੇ ਤੁਹਾਨੂੰ SGPC ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਫਿਰ ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਹਿੰਦੇ। ਦਿਲੋਂ ਪਿਆਰਾ ਮੰਗਲ ਕਿਸ ਗੱਲ ਦੀ ਹੋਈ? ਅਕਾਲੀ ਦਲ ਚੋਂ ਕੱਢ ਦਿੱਤਾ ਗਿਆ ਇਸ ਗੱਲ ਦੀ ਪੀੜਾ ਹੋਈ ਜਾਂ SGPC ਦਾ ਪ੍ਰਧਾਨ ਨਹੀਂ ਬਣਾਇਆ ਇਸ ਗੱਲ ਦੀ ਪੀੜਾ ਜ਼ਿਆਦਾ? ਮੇਰਾ ਸਿਰਫ ਮੇਰਾ ਇੱਕ ਡਰਾਈਵਰ ਮੈਨੂੰ ਛੱਡ ਕੇ ਆ ਗਿਆ ਸੀ, ਕਿਸੇ ਨੂੰ ਨਹੀਂ ਸੀ ਪਤਾ ਵੀ ਮੈਂ ਕਿੱਥੇ ਆ ਕਿੱਥੇ ਨਹੀਂ। ਕਿੱਥੇ ਰਹੇ ਸੀ ਉਦੋਂ? ਚਲੋ ਮੈਂ ਹੁਣ ਪਤਾ ਲੱਗ ਗਿਆ। ਅੱਜ ਕੋਈ ਕਿਸੇ ਦਾ ਥਾਪੜਾ ਨਹੀਂ ਕੋਈ ਮੰਨਦਾ ਉੱਥੇ। ਸਾਡੇ ਜਾਂ ਵੋਟ ਪੈਣੀ ਹੁੰਦੀ ਹੈ ਸੁਖਪਾਲ ਸਿੰਘ ਖਹਿਰੇ ਨੂੰ, ਜਾਂ ਪੈਣੀ ਹੁੰਦੀ ਮੈਨੂੰ। ਇਹਨਾਂ ਚੁੱਕ ਕੇ ਤੇ ਮੈਨੂੰ ਉੱਥੋਂ ਹੀ ਨਾ ਇੱਕ ਫੈਕਸ ਕਰਕੇ ਅਖਬਾਰਾਂ ਨੂੰ ਮੈਨੂੰ ਛੇਕ ਦਿੱਤਾ। ਮੈਂ ਕਿਹਾ ਬਾਦਲ ਸਾਹਿਬ ਮੈਂ ਚੋਣਾਂ 'ਚ ਜਾਣਾ ਹੈ, ਮੈਨੂੰ ਲੋਕੀ ਬੁਲਾਉਂਦੇ ਆ। ਉਹ ਕਹਿਣ ਲੱਗੇ ਕਿ ਤੁਸੀਂ ਗੁਰੇਜ਼ ਹੀ ਕਰ ਲਓ, ਚੰਗੀ ਗੱਲ ਹੈ, ਕਿਉਂਕਿ ਲੋਕੀ ਉੱਥੇ ਸਟੇਜਾਂ ਉੱਤੇ ਉਲਟ ਬੋਲਣਗੇ ਵੀ ਇਹਨੂੰ ਛੇਕਿਆ ਹੋਇਆ ਤੇ ਲੋਕਾਂ 'ਚ ਕਿਉਂ ਆ ਰਹੀ ਹੈ। ਫਲਾਣੇ ਸਿੰਘ ਨੂੰ ਬੀਬੀ ਕੋ ਬੈਠਣ ਤੇ ਛੇਕ ਦਿੱਤਾ ਜਾਂਦਾ। ਮੈਂ ਕਿਹਾ ਹੁਣ ਤੂੰ ਇੱਦਾਂ ਕਰ, ਬਾਦਲ ਸਾਹਿਬ ਨੂੰ ਫੋਨ ਕਰ। ਕਹਿੰਦੇ ਬਾਦਲ ਸਾਹਿਬ? ਕਹਿੰਦੇ ਹਾਂਜੀ। ਕਹਿੰਦੇ ਆ ਕੀ ਕਰੀ ਜਾਂਦੇ ਸਿੰਘ ਸਾਹਿਬ? ਸਾਰਿਆਂ ਨੂੰ ਛੇਕੀ ਜਾਂਦੇ। ਜੇ ਮੀਟਿੰਗ ਨਾ ਕੈਂਸਲ ਕੀਤੀ 10 ਮਿੰਟਾਂ ਤੱਕ ਨਾ ਮੈਂ ਬਾਦਲ ਛੇਕ ਦੇਣਾ। ਕਹਿੰਦੇ ਫਿਰ ਬੀਬੀ ਜੀ ਨੇ ਨਾ ਅਸੀਂ ਸਾਰਿਆਂ ਨੇ ਸਲਾਹ ਬਣਾ ਲਈ ਹੈ ਵੀ ਸਿੰਘ ਸਾਹਿਬ ਨੂੰ ਲਾ ਦਿੱਤਾ। ਅਸੀਂ ਮੀਟਿੰਗ ਕੀਤੀ, ਉਹ 'ਚ ਅਸੀਂ ਪਾਸ ਕਰਤਾ। ਇੰਨੇ ਗੁਰਮਤ ਦਾ ਕਾਣ ਕੀਤਾ, ਸਿੱਖ ਰਹਿਤ ਮਰਿਆਦਾ ਦੇ ਉਲਟ ਕੀਤਾ। ਇਸ ਕਰਕੇ ਇਹਨਾਂ ਨੂੰ ਜਥੇਦਾਰੀ ਤੋਂ ਲਾਇਆ ਜਾਂਦਾ ਔਰ ਇਹਨੂੰ ਸਸਪੈਂਡ ਕਰਕੇ ਤੇ ਮੁਕਤਸਰ ਤੱਕ ਵੀ ਜਾ ਕੇ ਆ ਜਾਈਦੇ। ਜਦੋਂ ਮਾਫੀ ਦਿੱਤੀ ਗਈ ਤੁਸੀਂ ਵਿੱਚ ਸੀ? ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਪੰਜ ਸਿੰਘ ਸਾਹਿਬਾਨਾਂ ਨੇ ਜਥੇਦਾਰ ਅਕਾਲ ਤਖਤ ਨੇ ਉੱਥੇ ਫਿਰ ਹੁਕਮਨਾਮਾ ਜਾਰੀ ਕਰਤਾ। ਜ਼ਖਮ ਨੇ ਕਿ ਨਾਸੂਰ ਨੇ? ਅੱਗੇ ਕੋਈ ਵਿਚਾਰ ਹੈ ਚੋਣਾਂ ਲੜਨ ਦਾ? ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ? ਲੋਕ ਜਵਾਬ ਦੇਣਗੇ। ਤੁਹਾਡੇ ਹੱਥ ਵਾਗਡੋਰ ਦੇ ਦਿੱਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ, ਲਿਆ ਦੋਗੇ ਮੂਰਲੀਆਂ ਸਫਾਂ 'ਚ? ਬੰਦਾ ਨਹੀਂ ਸਜ਼ਾ ਦੇ ਸਕਦਾ। ਮੈਂ ਇੱਕ ਹਿਸਾਬ ਨਾਲ ਬੰਦਾ ਕੀ ਕਰ ਦੂਗਾ? 2 ਵਾਰੀ ਹਰਾ ਦੂ, 4 ਵਾਰੀ ਹਰਾ ਦੂ, 5 ਵਾਰੀ ਹਰਾ ਦੂ, ਆਪਾਂ ਵੋਟਾਂ ਹੀ ਹਰ ਜਾਾਂਗੇ। ਪਰ ਜਿਹੜੀ ਸਜ਼ਾ ਰੱਬ ਦੇ ਰਿਹਾ ਨਾ ਜੀ, ਜੋ ਗਾਲਾਂ ਅਸੀਂ ਖਾ ਰਹੇ ਹਾਂ, ਜੋ ਗਾਲਾਂ ਲੋਕੀ ਸਾਨੂੰ ਕੱਢ ਰਹੇ ਹੈ, ਜੋ ਅੰਦਰੋਂ ਦਰਦ ਸਾਡੇ ਖਿਲਾਫ ਉਹ ਕੱਢ ਰਹੇ ਹੈ। ਕੀ ਸੱਚਮੁੱਚ ਦੇ ਵਿੱਚ ਪੀੜਾ ਹੈ ਬਾਦਲ ਪਰਿਵਾਰ ਨੂੰ ਜੋ ਹੋਇਆ? ਉਸ ਸਿੱਖਾਂ ਵਿੱਚ ਤੇ ਗੱਲ ਜਾਏਗੀ ਵੀ 2 ਕੈਂਡੀਡੇਟ ਲੜੇ ਸੀਗੇ ਤੇ ਐਤਕੀ ਲਿਫਾਫੇ 'ਚੋਂ ਨਹੀਂ ਨਿਕਲਿਆ, ਆਪਣੇ ਆਪ ਲੜੇ ਸੀ, ਇੱਕ ਹਾਰ ਗਿਆ ਇੱਕ। ਇਹਦਾ ਮਤਲਬ ਪਹਿਲਾਂ ਲਿਫਾਫੇ 'ਚੋਂ ਨਿਕਲਦਾ ਰਿਹਾ ਪ੍ਰਧਾਨ ਜੀ? ਸਾਡੇ ਨਾਂ ਆਪਣੇ ਨਿਕਲਦੇ ਰਹੇ ਜੀ। ਮੈਂ ਕਿਉਂ ਕਹਾਂ ਨਹੀਂ ਨਿਕਲਦੇ ਰਹੇ? ਤੁਸੀਂ ਲਿਫਾਫੇ ਵਾਲੇ ਮੈਂ ਖੋਲਦੀ ਰਹੀ ਹਾਂ ਜੀ ਲਿਫਾਫਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ। ਕੁਝ ਮਹੀਨੇ ਪਹਿਲਾਂ ਬਹੁਤ ਰੌਲਾ ਪਿਆ, ਬੜੀ ਲਾਲਾ ਹੋਈ ਔਰ ਤੱਤ ਭੜਕ ਦੇ ਵਿੱਚ ਬੜੇ ਬਿਆਨ ਵੀ ਆਏ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਏ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੀਤੇ ਬੀਬੀ ਜਗੀਰ ਕੌਰ ਹੋਰਾਂ ਦੇ ਵੱਲੋਂ ਵੀ ਆਏ। ਸਮਾਂ ਹੁੰਦਾ, ਮਾਹੌਲ ਹੁੰਦਾ, ਗੱਲਾਂ ਕਈਆਂ ਵੀ ਜਾਂਦੀਆਂ ਨੇ, ਪਰ ਬਾਅਦ ਦੇ ਵਿੱਚ ਹੁੰਦਾ ਹੈ ਕਿ ਸ਼ਾਇਦ ਇਸ ਤਰੀਕੇ ਦਾ ਨਹੀਂ ਸੀ ਕਹਿਣਾ ਚਾਹੀਦਾ। ਜਿਵੇਂ ਕਿ ਕਹਿੰਦੇ ਆ ਕਿ ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਸੋ ਇਸੇ ਕਰਕੇ ਹੁਣ ਸਭ ਕੁਝ ਸ਼ਾਂਤ ਸੀ। ਸੋਚਿਆ ਬੀਬੀ ਜੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਇਸ ਵੇਲੇ ਮਨ ਦੇ ਵਲਵਲੇ ਕੀ ਹੈ। ਪਾਰਟੀ ਦਾ ਹੌਂਕਾ ਆਉਂਦਾ ਹੈ, ਪਾਰਟੀ 'ਚ ਮੁੜ ਵਾਪਸ ਆਉਣ ਨੂੰ ਜੀ ਕਰਦਾ ਹੈ। ਉਹਨਾਂ ਦਾ ਸਵਾਗਤ ਕਰਦੇ ਹਾਂ, ਨਾਲੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ।
ਇਸ ਤੋਂ ਪਹਿਲਾਂ ਕਿ ਮੈਂ ਇਹ ਸਵਾਲ ਪੁੱਛਾਂ, ਮੈਂ ਤਾਂ ਸਭ ਤੋਂ ਪਹਿਲਾਂ ਇਹ ਗੱਲ ਪੁੱਛਣੀ ਚਾਹੁੰਦਾ, ਉਸੇ ਚੈਨਲ ਤੇ ਤੁਸੀਂ ਇੰਟਰਵਿਊ ਕਰ ਰਹੇ ਹੋ ਜਿਸ ਚੈਨਲ ਦਾ, ਜਿਸ ਅਖਬਾਰ ਦਾ ਤੁਸੀਂ ਬਾਈਕਾਟ ਕੀਤਾ ਸੀ। ਐਕਚੁਅਲੀ ਮੈਂ ਨਹੀਂ ਸੀ ਕੀਤਾ ਬਾਈਕਾਟ, ਇਹ ਤਾਂ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਪਟਿਆਲੇ 'ਚ ਕਾਨਫਰੰਸ ਸੀ, ਤਾਂ ਉੱਥੇ ਅਚਾਨਕ ਹੀ ਸਾਨੂੰ ਕਿਹਾ ਕਿ ਤੁਸੀਂ ਉੱਠ ਕੇ ਐਲਾਨ ਕਰਨਾ। ਉਸੇ ਟਾਈਮ? ਉਸੇ ਵੇਲੇ, ਸਾਨੂੰ ਪਹਿਲਾਂ ਬਿਲਕੁਲ ਨਹੀਂ ਸੀ ਪਤਾ। ਉਹਨਾਂ ਨੇ ਕਿਹਾ ਕਿ ਬੀਬੀ ਜੀ ਤੁਸੀਂ ਇਹਨੂੰ ਐਲਾਨ ਕਰਨਾ, ਤੇ ਫਿਰ ਸ਼ਾਇਦ ਰਖੜਾ ਸਾਹਿਬ ਸੀ, ਦੂਜੇ ਕੌਣ ਸੀ ਜਿਨ੍ਹਾਂ ਤਾਈਦ ਕੀਤੀ, ਫਿਰ ਸਾਡੇ ਕੋਲੋਂ ਐਲਾਨ ਕਰਾਇਆ ਸੀਗਾ ਕਿ ਤੁਸੀਂ ਇਹਨੂੰ ਬਾਈਕਾਟ ਦਾ ਐਲਾਨ ਕਰਨਾ। ਤੇ ਹੁਣ ਕੀ ਮੰਨਦੇ ਹੋ? ਨਹੀਂ, ਮੈਂ ਤੇ ਵੈਸੇ, ਮੈਂ ਤਾਂ ਸੱਚੀ ਦੱਸਾਂ ਜੀ, ਸਪੋਕਸਮੈਨ ਅਖਬਾਰ ਹੋਵੇ ਜਾਂ ਕੋਈ ਅਖਬਾਰ ਹੋਵੇ, ਮੈਂ ਸਮਝਦੀ ਹਾਂ ਕਿ ਜਿਹੜੀ ਵੀ ਅਖਬਾਰ ਹੋਵੇ ਜਾਂ ਜਿਹੜਾ ਵੀ ਚੈਨਲ ਹੋਵੇ, ਉਹਦਾ ਬਾਈਕਾਟ ਕਰਨਾ ਕੋਈ ਚੰਗਾ ਨਹੀਂ, ਠੀਕ ਨਹੀਂ। ਆਪਾਂ ਤੇ ਉਹਨਾਂ ਕੋਲੋਂ ਕੋਈ ਗਿਆਨ ਲੈਣਾ, ਕੋਈ ਨਾ ਕੁਝ ਅਸੀਂ ਉਹਨਾਂ ਕੋਲੋਂ ਸੇਧ ਲੈਣੀ, ਕੋਈ ਨਾ ਕੋਈ ਲੋਕਾਂ ਦੀ, ਦੁਨੀਆ ਭਰ ਦੇ ਲੋਕਾਂ ਦੀ ਖਬਰ ਲੈਣੀ ਔਰ ਆਪਣੇ ਖਿਆਲਾਤ ਉਹਨਾਂ ਰਾਹੀਂ ਪਹੁੰਚਾਉਣੇ। ਇਹ ਜਿਹੜਾ ਬਾਈਕਾਟ ਕਰਨਾ, ਇਹ ਤਾਂ ਵੈਸੇ ਹੀ ਠੀਕ ਨਹੀਂ ਕਿਸੇ ਵੱਲੋਂ ਵੀ। ਠੀਕ ਹੈ, ਮੈਂ ਸਮਝਦੀ ਹੈ ਕਿ ਪਾਰਟੀ ਦਾ ਡਿਸਪਲਿਨ ਹੁੰਦਾ ਕਿ ਮੇਰੀ ਪਾਰਟੀ ਸਾਨੂੰ ਕੱਲ ਕਹਿੰਦੀ ਹੈ, ਸਾਨੂੰ ਉਸ ਵੇਲੇ ਕਰਨਾ ਪੈਂਦਾ, ਪਰ ਮੈਂ ਸਮਝਦੀ ਹਾਂ ਵੀ ਇਹ ਗੱਲਾਂ ਸਹੀ ਨਹੀਂ। ਬਸ ਮੈਂ ਤਾਂ ਇਹੀ ਕਹਿ ਸਕਦੀ। ਪਰ ਜਿਵੇਂ ਦਾ ਕੰਮ ਇਹ ਕਰਵਾਇਆ ਗਿਆ, ਕੀ ਅਜਿਹੇ ਹੋਰ ਵੀ ਕੰਮ ਕਰਵਾਏ ਗਏ ਪ੍ਰੈਸ਼ਰ ਦੇ ਵਿੱਚ? ਇਹੀ ਤਾਂ ਗੱਲ ਹੈ, ਕਈ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਕਿ ਉਹ ਕਰਾਉਣਾ ਚਾਹੁੰਦੇ ਸੀ, ਮੈਂ ਰੋਕਦੀ ਸੀ। ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਮੰਨ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬਹੁਤ ਸਾਰੇ ਐਸੇ ਕੰਮ ਹੈ ਜਿਹੜੇ ਗੁਰਮਤ ਦੇ ਖਿਲਾਫ ਅਸੀਂ ਨਹੀਂ ਕਰ ਸਕਦੇ, ਲੇਕਿਨ ਜਦੋਂ ਇਹਨਾਂ ਵੱਲੋਂ ਕਿਹਾ ਜਾਂਦਾ ਸੀ, ਅੱਗੋਂ ਅਸੀਂ ਅੜਦੇ ਸਾਂ, ਜਿਹੜਾ ਅੜੇਗਾ ਉਹ ਕਹਿੰਦੇ ਜਿਹੜਾ ਅੜੇਗਾ ਸੋ ਚੜ੍ਹੇਗਾ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਪਹਿਲਾਂ ਵੀ ਬੜੀਆਂ ਗੱਲਾਂ ਸੀ, ਇੱਕ ਲਾ ਲਓ ਤੁਸੀਂ ਵੀ ਮੈਂ ਉੱਥੇ ਪਹਿਲੀ ਵਾਰੀ ਜਦੋਂ ਹੋਇਆ ਉਦੋਂ ਸੀਗਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀਗੇ ਗਿਆਨੀ ਪੂਰਨ ਸਿੰਘ। ਉਸ ਵੇਲੇ ਮੈਂ ਪ੍ਰਧਾਨ ਬਣ ਗਈ ਜੋ ਬਣੀ, ਤੇ ਟੋੜਾ ਸਾਹਿਬ ਦੇ ਵੇਲੇ ਦੇ ਨਾਨਕਸ਼ਾਹੀ ਕੈਲੰਡਰ ਬਣਿਆ ਹੋਇਆ ਸੀ। ਠੀਕ ਹੈ ਜੀ, ਉਹ ਨਾਨਕਸ਼ਾਹੀ ਕੈਲੰਡਰ ਜਿਹੜਾ ਸੀਗਾ ਉਹਦੇ 20 ਕੁ ਲੱਖ ਦੀ ਕਾਪੀ ਜਿਹੜੀ ਸੀ ਛਪੀ ਹੋਈ ਸੀ। ਮੈਂ ਇਹਨਾਂ ਨੂੰ ਸਾਰਿਆਂ ਨੂੰ, ਸੀ ਐਗਜ਼ੈਕਟਿਵ ਦੀ ਮੀਟਿੰਗ ਆਈ, ਕੁਦਰਤੀ ਉਦੋਂ ਵੀ 27 ਦਸੰਬਰ ਨੂੰ ਆ ਗਿਆ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ, ਉੱਧਰੋਂ ਸ਼ਹੀਦੀ ਦਿਹਾੜੇ ਚੱਲਦੇ ਸੀਗੇ, ਉੱਧਰੋਂ ਇਹ ਆ ਗਿਆ ਜਿਸ ਤਰ੍ਹਾਂ ਇਸ ਵਾਰੀ ਸੀ। ਅਸੀਂ ਉੱਥੇ ਐਗਜ਼ੈਕਟਿਵ ਦੀ ਮੀਟਿੰਗ ਕਰਦਿਆਂ ਪਾਸ ਕਰ ਦਿੱਤਾ ਕਿ ਆਪਾਂ ਇਸ ਤਰ੍ਹਾਂ ਕਰੀਏ ਵੀ ਖੁਸ਼ੀ ਦੇ ਦਿਹਾੜਿਆਂ ਦੇ ਵਿੱਚ ਭਾਵੇਂ ਬਾਣੀ 'ਚ ਕੋਈ, ਸਾਡੇ ਗੁਰਮਤ ਵਿੱਚ ਕੋਈ ਖੁਸ਼ੀ ਅਤੇ ਗਮੀ ਦੀ ਗੱਲ ਨਹੀਂ ਹੁੰਦੀ, ਪਰ ਫਿਰ ਵੀ ਜਦੋਂ ਅਸੀਂ ਪ੍ਰਭਾਤ ਫੇਰੀਆਂ ਕੱਢਦੇ ਹਾਂ ਪ੍ਰਕਾਸ਼ ਉਤਸਵ ਦੇ ਸਮੇਂ, ਤੇ ਆਪਾਂ ਉਹੋ ਜਿਹੇ ਸ਼ਬਦ ਪੜ੍ਹਦੇ ਹਾਂ ਜਿਹੜੇ ਬਹੁਤ ਚੜ੍ਹਦੀ ਕਲਾ ਵਾਲੇ ਵੀ ਹੋਣ, ਖੁਸ਼ੀ ਦੇ ਰਾਹ ਵਾਲੇ, ਅਤੇ ਜਿਹੜੇ ਹੁੰਦੇ ਦੂਸਰੇ ਵਿਰਾਗ ਵੇਲੇ ਸਮੇਂ ਪੜ੍ਹਦੇ ਹਾਂ, ਉਸ ਵੇਲੇ ਹਰ ਇੱਕ ਦਾ ਮਨ ਵਿਰਾਗੀ ਹੋਇਆ ਹੁੰਦਾ, ਫਿਰ ਉਸ ਤਰੀਕੇ ਦਾ ਜੋਸ਼ ਨਹੀਂ ਆਉਂਦਾ ਜਿਸ ਤਰੀਕੇ ਦਾ ਫਿਰ ਪ੍ਰਕਾਸ਼ ਵੇਲੇ ਹੁੰਦਾ। ਅਸੀਂ ਇਹ ਫੈਸਲਾ ਕੀਤਾ ਕਿ ਇਸ ਤਰ੍ਹਾਂ ਕਰੀਏ ਕਿ ਜਿਹੜਾ 5 ਜਨਵਰੀ ਮਿਥਿਆ ਹੋਇਆ ਨਾਨਕਸ਼ਾਹੀ ਕੈਲੰਡਰ 'ਚ, ਆਪਾਂ ਇਹ ਦਿਹਾੜਾ 5 ਜਨਵਰੀ ਨੂੰ ਮਨਾ ਲਈਏ, ਕੋਈ ਫਰਕ ਨਹੀਂ ਪੈਂਦਾ, ਦਿਹਾੜਿਆਂ ਨਾਲ ਥਿੱਤੀ ਵਾਰਾਂ ਨਾਲ ਆਪਾਂ ਜੁੜੇ ਨਹੀਂ, ਤੇ ਇਸ ਨੂੰ ਆਪਾਂ ਥੋੜ੍ਹਾ ਚੇਂਜ ਕਰ ਦਈਏ। ਅਸੀਂ ਐਲਾਨ ਕਰਤਾ ਐਗਜ਼ੈਕਟਿਵ 'ਚ। ਜਦੋਂ ਮੈਂ ਕੀਤਾ ਤੇ ਗਿਆਨੀ ਪੂਰਨ ਸਿੰਘ ਜਿਹੜੇ ਸੀ ਉਹ ਨਾਗਪੁਰ ਗਏ ਹੋਏ ਸੀਗੇ ਉਹਨਾਂ ਦਿਨਾਂ 'ਚ। ਇਹਨਾਂ ਕੀ ਕੀਤਾ ਕਿ ਮੈਨੂੰ ਜਦੋਂ ਉਹਨਾਂ ਨੇ ਖਬਰ ਸੁਣੀ ਕਿ ਬੀਬੀ ਜਗੀਰ ਕੌਰ ਨੇ ਤੇ ਐਲਾਨ ਕਰ ਦਿੱਤਾ ਕਿ 5 ਜਨਵਰੀ ਨੂੰ ਦਿਹਾੜਾ ਮਨਾਇਆ ਜਾਊਗਾ ਪ੍ਰਕਾਸ਼ ਉਤਸਵ ਗੁਰੂ ਗੋਬਿੰਦ ਸਿੰਘ ਦਾ, ਇਹਨਾਂ ਚੁੱਕ ਕੇ ਤੇ ਮੈਨੂੰ ਉੱਥੋਂ ਹੀ ਨਾ ਇੱਕ ਫੈਕਸ ਕਰਕੇ ਅਖਬਾਰਾਂ ਨੂੰ ਮੈਨੂੰ ਛੇਕ ਦਿੱਤਾ। ਅੱਛਾ, ਸਿੱਖੀ ਵਿੱਚੋਂ। ਹੁਣ ਸਿੱਖੀ ਵਿੱਚੋਂ ਛੇਕਣ ਦਾ ਜਿਹੜਾ ਨਾ ਜੀ ਕੋਈ ਸਿਧਾਂਤ ਨਹੀਂ ਹੈ ਸਾਡੇ, ਸੱਚਾਈ ਹੈ, ਮੈਂ ਤੁਹਾਨੂੰ ਸੱਚੀ ਦੱਸਦੀ ਹਾਂ, ਕਿਤੇ ਰਹਿਤ ਮਰਿਆਦਾ ਵਿੱਚ ਛੇਕਣ ਵਾਲਾ ਨਾਂ ਨਹੀਂ ਹੈਗਾ। ਜੇ ਕੋਈ ਗੁਰਸਿੱਖ ਕੋਲੋਂ ਕਿਤੇ ਅਵੱਗਿਆ ਹੋ ਜਾਂਦੀ ਹੈ, ਕਿਤੇ ਕੁਰੈਤ ਹੋ ਜਾਂਦੀ ਹੈ, ਉਹ 5 ਸਿੰਘਾਂ ਕੋਲ ਪੇਸ਼ ਹੋਣਾ ਹੁੰਦਾ, ਉਹਨੂੰ ਬੁਲਾਇਆ ਜਾਂਦਾ, ਫਿਰ 5 ਸਿੰਘਾਂ ਕੋਲ ਪੇਸ਼ ਹੁੰਦੇ, ਵੱਧ ਤੋਂ ਵੱਧ ਹੋ ਗਿਆ 5 ਸਿੰਘ ਸਾਹਿਬਾਨਾਂ ਕੋਲ ਪੇਸ਼ ਹੋ ਜਾਣਗੇ, ਉਹਦੇ ਕੋਲੋਂ ਸੁਣੀ ਜਾਂਦੀ ਹੈ ਗੱਲ, ਫਿਰ ਉਹਨੂੰ ਥੋੜ੍ਹੀ ਬਹੁਤੀ ਸੇਵਾ ਲਾ ਦਿੰਦੇ ਆ ਕਿ ਤੂੰ ਆਹ ਕਰਕੇ ਤੇ ਆਪਣੀ ਸੇਵਾ ਪੂਰੀ ਕਰ। ਜੇ ਬਿਲਕੁਲ ਹੀ ਮੁਨੱਕਰ ਹੋ ਜੇ, ਸੇਵਾ ਨਹੀਂ ਕਰਨਾ ਚਾਹੁੰਦਾ, ਜਾਂ ਫਿਰ ਉਹ ਉਸ ਵੇਲੇ ਉੱਤੇ ਤਨਖਾਹੀਆ ਉਹਨੂੰ ਕਰਾਰ ਦੇ ਦਿੰਦੇ ਆ। ਠੀਕ ਹੈ ਜੀ, ਵੈਸੇ ਇਹ ਮੇਰਾ ਖਿਆਲ ਹੈ ਕਿ ਛੇਕਣ ਵਾਲਾ ਕੰਮ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਕਿਸੇ ਨੂੰ ਹੱਕ ਹੀ ਨਹੀਂ ਸਿੱਖੀ ਸੇ ਛੇਕਣ ਦਾ। ਛੇਕਣਾ ਮਤਲਬ ਆਪਾਂ ਸਿੱਖੀ ਦੇ ਵਿੱਚ ਮੰਨਦੇ ਹੋ ਕਿ ਹੁਣ ਤੱਕ ਜਿਹਨੂੰ ਵੀ ਛੇਕਿਆ ਗਿਆ ਉਹ ਗਲਤ ਸੀ? ਮੈਂ ਸਮਝਦੀ ਹਾਂ ਕਿ ਇਹ ਨਹੀਂ ਹੋਣਾ ਚਾਹੀਦਾ, ਗਲਤ ਹੈ, ਭਾਵੇਂ ਕੋਈ ਵੀ ਹੋਵੇ। ਮੈਨੂੰ ਫਿਰ ਮੈਂ ਕਿਉਂ ਚੈਲੰਜ ਕੀਤਾ ਇਹਨੂੰ ਜੀ,
ਗਲਤ ਸੀ ਨਾ, ਮੈਂ ਚੈਲੰਜ ਕਰਤਾ। ਮੈਨੂੰ ਕਹਿੰਦੇ ਆ ਕਿ ਤੁਹਾਨੂੰ ਛੇਕਿਆ ਗਿਆ, ਤੁਸੀਂ ਹੁਣ ਨਾ ਜੀ ਅੰਦਰ ਜੋ ਮੀਟਿੰਗਾਂ ਕਰਨੀਆਂ ਸੀਗੀਆਂ, ਤੁਸੀਂ ਮੀਟਿੰਗਾਂ ਥੋੜਾ ਡਿਲੇ ਕਰ ਦਿਓ, ਚੋਣਾਂ ਸੀ ਨਵੇਂ ਸ਼ਹਿਰ 'ਚ, ਚੋਣਾਂ 'ਚ ਤੁਸੀਂ ਨਾ ਜਾਓ। ਮੈਂ ਕਿਹਾ ਪ੍ਰਧਾਨ ਸਾਹਿਬ ਉਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ, ਮੈਂ ਕਿਹਾ ਬਾਦਲ ਸਾਹਿਬ ਮੈਂ ਚੋਣਾਂ 'ਚ ਜਾਣਾ, ਮੈਨੂੰ ਲੋਕੀ ਬੁਲਾਉਂਦੇ ਆ, ਜੇ ਮੈਂ ਨਹੀਂ ਜਾਣਾ ਤੇ ਫਿਰ ਮੈਂ ਇਕਾਂਤਵਾਸ ਲੈ ਲਿਆ। ਤੁਸੀਂ ਵੇਖੋ, ਮੈਂ ਕਿਹਾ ਚੋਣਾਂ ਦੇ ਦਿਨ ਹੈ, ਉਹ ਮੈਨੂੰ ਬੁਲਾਉਂਦੇ ਆ, ਜੇ ਮੈਂ ਨਹੀਂ ਜਾਵਾਂਗੀ ਇਹ ਮੁੱਦਾ ਉੱਠ ਪਏਗਾ। ਠੀਕ ਹੈ, ਲੋਕੀ ਮੇਰੇ ਖਿਲਾਫ ਵੀ ਬੋਲਣਗੇ, ਕੁਛ ਕਰਨਗੇ, ਜਾਂ ਮੈਨੂੰ ਲਿਜਾਓ ਜਾਂ ਮੈਨੂੰ ਫਿਰ ਤੁਸੀਂ ਕਹੋ ਵੀ ਨਹੀਂ ਜਾਣਾ। ਉਹ ਕਹਿਣ ਲੱਗੇ ਕਿ ਤੁਸੀਂ ਗੁਰੇਜ਼ ਹੀ ਕਰ ਲਓ, ਚੰਗੀ ਗੱਲ ਹੈ, ਕਿਉਂਕਿ ਲੋਕੀ ਉੱਥੇ ਸਟੇਜਾਂ 'ਤੇ ਉਲਟ ਬੋਲਣਗੇ ਵੀ ਇਹਨੂੰ ਛੇਕਿਆ ਹੋਇਆ ਤੇ ਲੋਕਾਂ 'ਚ ਕਿਉਂ ਆ ਰਹੀ ਹੈ। ਤੁਸੀਂ ਮੰਨੋਗੇ ਕਿ ਮੈਂ 28 ਦਿਨ ਇਕਾਂਤਵਾਸ ਵਿੱਚ ਰਹੀ। ਇਕਾਂਤਵਾਸ ਮਤਲਬ ਕਿ ਮੈਂ ਕਿਸੇ ਨੂੰ ਨਹੀਂ ਸੀ ਪਤਾ ਮੇਰਾ ਕਿ ਮੈਂ ਕਿੱਥੇ ਹਾਂ। ਈਵਨ ਸਿਰਫ ਮੇਰਾ ਇੱਕ ਡਰਾਈਵਰ ਮੈਨੂੰ ਛੱਡ ਕੇ ਆ ਗਿਆ ਸੀ, ਕਿਸੇ ਨੂੰ ਨਹੀਂ ਸੀ ਪਤਾ ਵੀ ਮੈਂ ਕਿੱਥੇ ਹਾਂ ਕਿੱਥੇ ਨਹੀਂ। ਕਿੱਥੇ ਰਹੇ ਸੀ ਉਦੋਂ? ਚਲੋ ਮੈਂ ਹੁਣ ਪਤਾ ਲੱਗ ਗਿਆ। ਫਗਵਾੜਾ ਜਿਹੜੇ ਸਰਦਾਰ ਜਸਪਾਲ ਸਿੰਘ ਦੀ ਢੇਸੀ ਸਾਹਿਬ ਦਾ ਘਰ ਹੈ ਨਾ ਜੀ, ਉੱਥੇ ਅੰਦਰ ਉਹਨਾਂ ਦੇ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਸੀਗਾ। ਉਹਨਾਂ ਦੀ ਬੜੀ ਸਿਕਿਉਰਿਟੀ ਆਲੇ ਦੁਆਲੇ ਤੇ ਬਹੁਤ ਵੱਡਾ ਉਹਨਾਂ ਦਾ ਮਤਲਬ ਵੀ ਕੰਟਰੋਲ ਹੈਗਾ ਉੱਥੇ। ਮੈਂ ਉੱਥੇ ਸੀਗੀ ਇਸ ਕਰਕੇ ਕਿ ਮੈਂ ਕਿਹਾ ਚਲੋ ਨਾ ਕੋਈ ਆਵੇ ਤੇ ਨਾ ਕੋਈ ਜਾਵੇ, ਉੱਥੇ ਅਸੀਂ ਰਹਿ ਗਏ। ਉੱਥੇ ਅਸੀਂ ਆਰਾਮ ਨਾਲ ਪਾਠ ਕਰਨਾ, ਪੋਥੀਆਂ ਪੜ੍ਹ ਲੈਣੀਆਂ, ਕਿਤਾਬਾਂ ਮੰਗਾ ਲੈਣੀਆਂ, ਜਾਂ ਕੁਛ ਵੀ ਸੀਗਾ, ਅਖਬਾਰਾਂ ਮੈਂ ਮੰਗਾ ਲੈਣੀਆਂ। ਔਰ ਅਖਬਾਰਾਂ ਵੀ ਮੈਂ ਕਿੱਥੋਂ ਮੰਗਾਉਣੀਆਂ, ਕਿਤੇ ਕਿਸੇ ਥਾਂ ਤੋਂ, ਕਦੇ ਕਿਸੇ ਥਾਂ ਤੋਂ, ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਮੈਂ ਇੱਥੇ ਰਹਿੰਦੀ ਹਾਂ। ਸੋ ਇਹ ਸਮਾਂ ਨਿਕਲ ਗਿਆ। ਤੁਸੀਂ ਅਖਬਾਰਾਂ ਦੀ ਫੇਰ ਗੱਲ ਕੀਤੀ, ਮੈਂ ਪੁੱਛਣਾ ਚਾਹੂੰਗਾ ਜਦੋਂ ਬਾਈਕਾਟ ਕੀਤਾ ਸਪੋਕਸਮੈਨ ਅਖਬਾਰ ਦਾ, ਉਸ ਤੋਂ ਬਾਅਦ ਸਪੋਕਸਮੈਨ ਅਖਬਾਰ ਪੜ੍ਹਦੇ ਸੀ ਜਾਂ ਨਹੀਂ? ਦੇਖੋ ਜੀ, ਅਖਬਾਰਾਂ ਬੰਦ ਤੇ ਹੁੰਦੀਆਂ ਨਹੀਂ, ਸਾਰੇ ਹੀ ਪੜ੍ਹਦੇ ਸੀ। ਐਵੇਂ ਆਪਾਂ ਜੋ ਮਰਜ਼ੀ ਕਹੀ ਜਾਈਏ ਜੀ, ਇਹ ਤਾਂ ਸਟੇਜਾਂ ਦੇ ਐਲਾਨ ਹੈ ਜੀ, ਕਹਿ ਦਿੰਦਾ ਬੰਦਾ। ਕਈ ਵਾਰੀ ਕਿਸੇ ਬੰਦੇ ਨਾਲ ਬਾਈਕਾਟ ਕੀਤਾ ਹੁੰਦਾ, ਉਹਨੂੰ ਵੀ ਮਿਲਦੇ ਰਹਿੰਦੇ। ਸਰਦਾ ਨਹੀਂ ਨਾ, ਸਰਦਾ ਨਹੀਂ। ਆਪਾਂ ਹਿਊਮਨ ਬੀਇੰਗ ਹੈ, ਅਸੀਂ ਇੱਕ ਦੂਜੇ ਨਾਲ ਰਿਲੇਟਡ ਹੈ, ਅਸੀਂ ਇੱਕ ਦੂਜੇ ਨਾਲ ਸਾਂਝ। ਹੁਣ ਤੁਸੀਂ ਇਹ ਦੱਸੋ ਵੀ ਬਾਦਲ ਸਾਹਿਬ ਨੇ ਕਹਿਤਾ ਬੀਬੀ ਜੀ ਨੂੰ ਪਾਰਟੀ 'ਚੋਂ ਬਾਹਰ ਕੱਢਿਆ, ਮੈਨੂੰ ਛੇਕਿਆ ਤੇ ਨਹੀਂ ਸਿੱਖੀ 'ਚੋਂ? ਮੈਂ ਸਾਰਿਆਂ ਨੂੰ ਮਿਲਦੀ ਹੈ, ਮੀਟਿੰਗਾਂ ਵੀ ਕਰਦੀ ਹੈ, ਟੈਲੀਫੋਨ ਵੀ ਕਰਦੀ ਹੈ, ਮੈਨੂੰ ਕਿਤੇ ਸਾਰਿਆਂ ਬਾਹਰ ਕੱਢ ਦਿੱਤਾ? ਉਸ ਵੇਲੇ ਵੀ ਚਲੋ ਅਖਬਾਰਾਂ ਪੜ੍ਹਦੇ ਸੀ ਸਾਰੀਆਂ, ਇਹ ਵੀ ਪੜ੍ਹ ਲਈ ਦੀ ਸੀ ਜਦੋਂ ਅਖਬਾਰ ਤੇ ਆਉਂਦੀ ਸੀ ਡੇਲੀ ਰੂਟੀਨ ਦੇ ਵਿੱਚ। ਇਹ ਜ਼ਰੂਰ ਹੈ ਕਿ ਅਖਬਾਰ ਉਦੋਂ ਬੰਦ ਕਰ ਦਿੱਤੀ ਵੀ ਚਲੋ ਨਾ ਮੰਗਾਓ, ਪਰ ਆਮ ਹੀ ਅਖਬਾਰਾਂ ਭੇਜ ਹੀ ਦਿੰਦੇ ਹੁੰਦੇ, ਜਦੋਂ ਜਿਹੜੇ ਡਿਸਟਰੀਬਿਊਟਰ ਹੁੰਦੇ ਉਹ ਆ ਹੀ ਜਾਂਦੀ ਅਖਬਾਰ। ਉਹ ਵਿੱਚ ਦੇਖੋ ਤੁਸੀਂ, ਫਿਰ ਮੈਂ ਕਿਹਾ ਕਿ ਦੇਖੋ ਬਜਟ ਇਜਲਾਸ ਆ ਗਿਆ, ਬਜਟ ਇਜਲਾਸ 'ਚ ਬੈਠੇ, ਮੈਂ ਮੀਟਿੰਗ ਬੁਲਾਈ, ਸਾਰੇ ਮੈਂਬਰ ਆ ਗਏ। ਜੋ ਮੈਂਬਰ ਆ ਗਏ ਨਾ ਜੀ, ਤੇ ਇਹ ਸਾਰੇ ਮੇਰੇ ਨਾਲ ਮੀਟਿੰਗ ਕਰਨ ਵਾਸਤੇ, ਮੈਂ ਕਿਹਾ ਚਲੋ ਮੀਟਿੰਗ ਹਾਲ 'ਚ ਤੇ ਮੈਂ ਜਿਹੜਾ ਸੈਕਟਰੀ ਨਾਲ ਡਿਸਕਸ ਕਰ ਲਾਂ ਬਜਟ ਬਾਰੇ। ਇਹ ਸਾਰੇ ਮੈਂ ਉੱਧਰ ਭੇਜੇ। ਉੱਧਰੋਂ ਸਾਡੇ 2 ਲੀਡਰ ਵੱਡੇ, ਬ੍ਰਹਮਪੁਰਾ ਸਾਹਿਬ ਚਲੋ ਅੱਜ ਦੁਨੀਆ ਤੇ ਨਹੀਂ ਰਹੇ, ਉਹ ਸੀਗੇ, ਇੱਕ ਦੋ ਹੋਰ ਸੀਗੇ। ਇਹਨਾਂ ਨੇ ਆ ਕੇ ਸਾਰੇ ਮੈਂਬਰਾਂ ਨੂੰ ਦਫ਼ਤਰ 'ਚ ਬੁਲਾ ਲਿਆ, ਕਹਿੰਦੇ ਕਿ ਤੁਸੀਂ ਇੱਧਰ ਆ ਜਾਓ। ਤੇ ਉਹ ਗਿਆਨੀ ਪੂਰਨ ਸਿੰਘ ਬਹੁਤ ਸਖਤ ਹੋਏ ਆ, ਉਹਨਾਂ ਨੇ ਜੇ ਤੁਸੀਂ ਬੀਬੀ ਜੀ ਕੋਲ ਬੈਠੇ ਤਾਂ ਤੁਹਾਨੂੰ ਵੀ ਛੇਕ ਦੇਣਾ। ਤੁਸੀਂ ਦੇਖੋ, ਸੋਚ ਵੇਖੋ ਤੁਸੀਂ। ਮੈਂ ਕਿ 28 ਮਾਰਚ ਸੀ ਉਦੋਂ, 28 ਮਾਰਚ ਮੈਂ ਜਦੋਂ ਹਾਲ ਵਿੱਚ ਗਈ ਮੀਟਿੰਗ ਹਾਲ 'ਚ, ਉੱਥੇ ਕੋਈ ਮੈਂਬਰ ਨਾ। ਮੈਂ ਬੜੀ ਇੱਕਦਮ ਪਰੇਸ਼ਾਨ ਹੋਈ ਵੀ ਮੈਂਬਰ ਕਿੱਥੇ ਗਏ? ਉਹ ਕਹਿੰਦੇ ਜੀ ਉਹਦੇ ਦਫ਼ਤਰ 'ਚ ਬੈਠੇ ਸੈਕਟਰੀ ਵਾਲੇ 'ਚ। ਮੈਂ ਉਸ ਵੇਲੇ ਕਿਹਾ, ਮੈਂ ਕਿਹਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਅਰਦਾਸ ਕੀਤੀ ਜਿੱਦਾਂ ਮੇਰਾ ਮਨੋਂ ਨਿਕਲੀ ਅਰਦਾਸ, ਹੇ ਸੱਚੇ ਪਾਤਸ਼ਾਹ, ਸਾਡੇ ਬਾਬਾ ਪ੍ਰੇਮ ਸਿੰਘ ਦੀ ਇੱਕ ਨਾ ਸੰਤ ਪ੍ਰੇਮ ਸਿੰਘ ਦਾ ਆਮ ਕਹਿੰਦੇ ਵੀ ਜਦੋਂ ਉਹਨਾਂ ਨੂੰ ਸੇਵਾ ਦੇਣੀ ਸੀ, ਉਹਨਾਂ ਦੀ ਚੱਕੀ ਚੱਲ ਗਈ, ਇਹ ਉਹ ਮਤਲਬ ਆਮ ਤੌਰ। ਮੈਂ ਕਿਹਾ ਬਾਬਾ ਪ੍ਰੇਮ ਸਿੰਘ, ਕਹਿੰਦੇ ਤੇਰੀ ਚੱਕੀ ਚੱਲ ਗਈ ਸੀ ਤੇ ਐਤਕੀ ਚੱਕੀ ਚਲਾ, ਹੁਣ ਵੀ ਸਾਰੇ ਜਿੱਦਾਂ ਹੁੰਦਾ ਨਾ ਫਿਰ ਇਕੱਠੇ ਹੋ ਜਾਈਏ ਅਸੀਂ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੈਂ ਤੇਰੇ ਘਰ ਦੀ ਕੁੱਕਰ ਹੈ, ਸੇਵਾਦਾਰ ਹੈ, ਮੈਂ ਇੱਥੇ ਬਜਟ ਪਾਸ ਕਰਨ ਆਈ ਹਾਂ। 28 ਮਾਰਚ ਹੋ ਗਿਆ, 31 ਤੋਂ ਬਾਅਦ, 31 ਤੋਂ ਪਹਿਲਾਂ ਬਜਟ ਪਾਸ ਹੋਣਾ ਚਾਹੀਦਾ। ਜੇ ਪਾਸ ਨਾ ਹੋਇਆ ਤੇ ਅਗਲੇ ਖਰਚੇ ਜਿਹੜੇ ਹੁੰਦੇ ਆ ਉਹ ਸਾਨੂੰ ਅਪਰੂਵਲ ਦੇਣੀ ਪੈਂਦੀ ਵੀ ਕਿੱਦਾਂ ਅਸੀਂ ਕਰਾਂਗੇ ਖਰਚੇ। ਉਹ ਮੈਂ ਕਿਹਾ ਜੀ ਮੈਂ ਉੱਠਣਾ ਤਾਂ ਇੱਥੋਂ ਸੱਚੇ ਪਾਤਸ਼ਾਹ, ਭਾਵੇਂ ਰਾਤ ਪੈ ਜੇ ਭਾਵੇਂ ਦੂਆ ਦਿਨ ਪੈ ਜੇ, ਜਦ ਤੱਕ ਬਜਟ ਨਹੀਂ ਪਾਸ ਹੁੰਦਾ। ਦੇਖੋ ਤੁਸੀਂ, ਮਨ ਦੀ ਮੇਰੀ ਅਵਸਥਾ ਬਣ ਗਈ, ਜਿਹਦਾ ਮਨ ਬੜਾ ਗੁਰੂ ਰਾਮਦਾਸ ਦੇ ਉੱਤੇ ਜਿੱਦਾਂ ਮੈਂ ਟੇਕ ਹੀ ਸੁੱਟ ਦਿੱਤੀ। ਇੰਨੀ ਚਿਰ ਹੋਈ, ਘੰਟਾ 2 ਘੰਟੇ, ਤੇ ਗਿਆਨੀ ਪੂਰਨ ਸਿੰਘ ਨੂੰ ਕਿਸੇ ਨੇ ਕਹਿ ਦਿੱਤਾ ਕਿ ਇੱਕ ਮੈਂਬਰ ਬੀਬੀ ਜੀ ਕੋਲ ਬੈਠਾ ਹੋਇਆ। ਉਹ ਜਾ ਕੇ ਉਹਨੇ ਪਰਚੀਆਂ ਪਾ ਲਈਆਂ ਸਾਰੀਆਂ ਮੈਂਬਰਾਂ ਦੀਆਂ ਜੇਬ 'ਚ, ਉੱਥੋਂ ਐਲਾਨ ਕਰੇ ਜੀ ਫਲਾਣੇ ਸਿੰਘ ਨੂੰ ਬੀਬੀ ਕੋਲ ਬੈਠਣ ਤੇ ਛੇਕ ਦਿੱਤਾ ਜਾਂਦਾ। ਉਹਨੂੰ ਮੈਂਬਰ ਨੂੰ ਕਹਿ ਦਿੱਤਾ ਜਾ ਕੇ ਵੀ ਤੈਨੂੰ ਛੇਕਤਾ, ਕਹਿੰਦਾ ਚੱਲ ਫਿਰ ਛੇਕਤਾ, ਚੱਲ ਬੀਬੀ ਕੋਲ ਚੱਲੀਏ। ਫਿਰ ਦੂਜੇ ਨੂੰ ਕਹਿਤਾ ਤੈਨੂੰ ਵੀ ਛੇਕਣ ਲੱਗੇ, ਕਹਿੰਦਾ ਚੱਲ ਜੇ ਛੇਕਣਾ ਹੀ ਹੈ ਤੇ ਚੱਲ ਬੀਬੀ ਕੋਲ। ਤੁਸੀਂ ਮੰਨਣਾ ਨਹੀਂ, ਇੱਦਾਂ ਹੀ 11 ਬੰਦੇ ਪੂਰੇ ਹੋ ਗਏ। ਛੇਕਿਆ ਉਹਨੇ, ਇੱਕ ਇੱਕ ਨੂੰ ਕਰਕੇ ਛੇਕਦਾ ਸੀਗਾ, ਮੇਰੇ ਕੋਲ 11 ਆ ਗਏ। ਅਸੀਂ ਬਾਦਲ ਸਾਹਿਬ 5 ਰਥ ਹੁੰਦੇ ਸੀ ਤੁਹਾਡੇ, ਜਿਹੜੀ ਜੋਗਿੰਦਰ ਸਿੰਘ 5 ਰਥ ਮੈਂਬਰ ਐਗਜ਼ੈਕਟਿਵ ਦੇ। ਮੈਂ ਉਹਨੂੰ ਕਿਹਾ, ਮੈਂ ਕਿਹਾ 5 ਰਥ ਸਾਹਿਬ,
ਵੀ ਆਹ ਦੇਖੋ ਕੀ ਹਾਲ ਹੋਣ ਡਿਆ। ਮੈਂ ਕਿਹਾ ਉਹਨੇ ਹੁਣ ਕਹਿੰਦੇ ਆ ਵੀ ਐਲਾਨ ਕਰਤਾ ਜੇ ਬੀਬੀ ਦੀ ਮੀਟਿੰਗ ਨਾ ਕੈਂਸਲ ਕਰਾਈ ਬਾਦਲ ਸਾਹਿਬ ਨੇ ਤੇ ਇਹਨੂੰ ਅਸੀਂ ਨਾ ਜੀ ਬਾਦਲ ਨੂੰ ਵੀ ਛੇਕ ਦੇਣਾ 10 ਮਿੰਟਾਂ ਤੱਕ। ਮੈਂ ਕਿਹਾ ਹੁਣ ਤੂੰ ਇੱਦਾਂ ਕਰ, ਬਾਦਲ ਸਾਹਿਬ ਨੂੰ ਫੋਨ ਕਰ। ਮੈਂ ਨਹੀਂ ਕਰਨਾ ਕਿਉਂਕਿ ਤੂੰ ਬਜ਼ੁਰਗ ਹੈ, ਤੂੰ ਕਰ। ਕਹਿੰਦੇ ਬਾਦਲ ਸਾਹਿਬ, ਕਹਿੰਦੇ ਹਾਂਜੀ। ਕਹਿੰਦੇ ਆ ਕੀ ਕਰੀ ਜਾਂਦੇ ਸਿੰਘ ਸਾਹਿਬ, ਸਾਰਿਆਂ ਨੂੰ ਛੇਕੀ ਜਾਂਦੇ ਆ। ਜਿਹੜਾ ਬੀਬੀ ਜੀ ਕੋ ਆਵੇ ਉਹਨੂੰ ਛੇਕ ਦਿੰਦਾ, ਜਿਹੜਾ ਬੀਬੀ ਜੀ ਕੋ ਬੈਠੇ ਉਹਨੂੰ ਛੇਕ ਦਿੰਦਾ। ਕਹਿੰਦੇ ਫੇਰ ਹੁਣ ਕੀ ਹਾਲ ਹੈ? ਕਹਿੰਦੇ ਉਹਨੇ ਕਿਹਾ ਕਿ ਜੇ ਮੀਟਿੰਗ ਨਾ ਕੈਂਸਲ ਕੀਤੀ 10 ਮਿੰਟਾਂ ਤੱਕ ਨਾ ਮੈਂ ਬਾਦਲ ਛੇਕ ਦੇਣਾ। ਕਹਿੰਦੇ ਫਿਰ ਕੀ ਕਰਨਾ? ਕਹਿੰਦੇ ਫਿਰ ਬੀਬੀ ਜੀ ਨੇ ਨਾ ਅਸੀਂ ਸਾਰਿਆਂ ਨੇ ਸਲਾਹ ਬਣਾ ਲਈ ਹੈ ਵੀ ਸਿੰਘ ਸਾਹਿਬ ਨੂੰ ਲਾ ਦੇਣਾ। ਕਹਿੰਦੇ ਅੱਛਾ। ਮੈਂ ਕਿਹਾ ਹੁਣ ਬੰਦ ਕਰ ਦੇ ਫੋਨ। ਮੈਂ ਫੋਨ ਬੰਦ ਕਰਾਤਾ। ਅਸੀਂ ਮੀਟਿੰਗ ਕੀਤੀ, ਉਹ 'ਚ ਅਸੀਂ ਪਾਸ ਕਰਤਾ ਕਿ ਸਿੰਘ ਸਾਹਿਬ ਨੇ ਇਹ ਗੁਰਮਤ ਦਾ ਕਾਂਡ ਕੀਤਾ, ਬਿਨਾਂ ਵਜ੍ਹਾ ਤੋਂ ਔਰ ਬਿਨਾਂ ਕਿਸੇ ਗਲਤੀ ਤੋਂ ਛੇਕਿਆ, ਔਰ ਬਾਕੀ ਮੈਂਬਰਾਂ ਨੂੰ ਵੀ ਬਿਨਾਂ ਕਿਸੇ ਨੁਕਸ ਦੱਸੇ ਤੋਂ, ਕਿਸੇ ਗਲਤੀ ਤੋਂ, ਬਿਨਾਂ ਸੁਣੇ ਤੋਂ ਉਹਨਾਂ ਨੂੰ ਛੇਕ ਦਿੱਤਾ ਗਿਆ। ਇਹਨੇ ਗੁਰਮਤ ਦਾ ਕਾਂਡ ਕੀਤਾ, ਸਿੱਖ ਰਹਿਤ ਮਰਿਆਦਾ ਦੇ ਉਲਟ ਕੀਤਾ। ਇਸ ਕਰਕੇ ਇਹਨਾਂ ਨੂੰ ਜਥੇਦਾਰੀ ਤੋਂ ਲਾਇਆ ਜਾਂਦਾ ਔਰ ਇਹਨੂੰ ਸਸਪੈਂਡ ਕਰਕੇ ਤੇ ਮੁਕਤਸਰ ਤੱਕ ਵੀ ਜਾ ਕੇ ਹਾਜ਼ਰੀ ਦੇਵੇ। ਮੈਨੂੰ ਤੇ ਇਹ ਸਮਝ ਲਓ ਕਿ ਸਖਤ ਕਹਿ ਲਓ ਜਾਂ ਮੇਰੀ ਇੱਕਦਮ ਦਾ ਫੈਸਲਾ ਸਾਡਾ ਕਹਿ ਲਓ, ਪਰ ਮੈਂ ਹੈਰਾਨ ਹੋ ਗਈ ਜੀ, ਕੌਮ ਨੇ ਇੰਨਾ ਉਹ ਪ੍ਰਵਾਨ ਕੀਤਾ। ਅਸੀਂ ਉਸੇ ਵੇਲੇ ਇਹ ਉਦੋਂ ਲਿਆ ਜਦੋਂ ਤੁਹਾਨੂੰ ਛੇਕਿਆ ਹੋਇਆ ਸੀ, ਜੋ ਛੇਕਿਆ ਸੀਗਾ ਫੈਸਲਾ ਉਦੋਂ ਦੇਖੋ ਤੁਸੀਂ, ਜੋ ਮੈਨੂੰ ਛੇਕਿਆ ਸੀਗਾ ਤੇ ਜਦੋਂ ਫਿਰ ਨਾਲ ਹੀ ਮੈਂਬਰ ਛੇਕ ਦਿੱਤੇ। ਅਸੀਂ ਉਸ ਐਗਜ਼ੈਕਟਿਵ ਚ ਲਿਆ। ਗਿਆਨੀ ਜੋਗਿੰਦਰ ਸਿੰਘ ਬਦਾਂਤੀ ਉੱਥੇ ਸੀਗੇ, ਅਸੀਂ ਉਹਨੂੰ ਬੁਲਾ ਲਏ ਕਿ ਚਲੋ ਇਹ ਥੋੜਾ ਜਿਹਾ ਵਿਦਵਤਾ ਵਾਲੇ ਹੈਗੇ ਆ, ਇਹਨਾਂ ਨੂੰ ਬੁਲਾਓ। ਅਸੀਂ ਬੁਲਾਏ ਕਿਉਂਕਿ ਹੋਰ ਸਾਡੇ ਕੋਲ ਉਸ ਵੇਲੇ ਮੌਕੇ ਤੇ ਨਹੀਂ ਸੀ। ਅਸੀਂ ਉਹਨਾਂ ਨੂੰ ਕਾਰਜਕਾਰੀ ਸੌਂਪ ਕੇ ਉਹਨਾਂ ਦੀ ਗੱਡੀ ਮੰਗਾ ਲਈ ਉੱਥੋਂ ਹੀ, ਸਿੰਘ ਸਾਹਿਬ ਦੀ ਸਟੈਪ ਤੇ ਮੈਂ ਲਿਆ ਬੜਾ ਤਕੜਾ। ਉੱਥੋਂ ਗੱਡੀ ਬੁਲਾ ਕੇ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਓ, ਸਰੋਪਾ ਪਾਇਆ ਤੇ ਤੁਸੀਂ ਹੁਣ ਸੇਵਾ ਸੰਭਾਲੋ। ਉਸ ਤੋਂ ਬਾਅਦ ਅਸੀਂ ਮਤਾ ਪਾਤਾ ਤੇ ਸਿੰਘ ਸਾਹਿਬ ਨੂੰ ਕਿਸੇ ਕਹਿਤਾ, ਉਹਨਾਂ ਨੇ ਕਿ ਤੁਹਾਨੂੰ ਤੇ ਲਾਤਾ। ਕਹਿੰਦੇ ਅੱਛਾ। ਫਿਰ ਗਿਆਨੀ ਪੂਰਨ ਸਿੰਘ ਜੀ ਘਰ ਚਲੇਗਾ। ਇਹ ਬੜਾ ਛੋਟਾ ਫੈਸਲਾ ਨਹੀਂ ਸੀ ਮੇਰਾ। ਕਹਿਣ ਤੋਂ ਭਾਵ ਕਿ ਉੱਥੋਂ ਵੀ ਮੈਨੂੰ ਇਹਨਾਂ ਨੇ ਕਹਿੰਦੇ ਸੀਗੇ ਕਿ ਜਾਓ ਪੇਸ਼ ਹੋ ਜਾਓ ਜਾ ਕੇ। ਮੈਂ ਕਿਹਾ ਮੈਂ ਪੇਸ਼ ਤਾਂ ਹੋਣਾ ਜੇ 5 ਸਿੰਘ ਸਾਹਿਬਾਨ ਖੜੇ ਹੋਣਗੇ ਤੇ ਉੱਥੇ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਮੈਨੂੰ ਬੁਲਾਉਣ, ਮੈਂ ਉਹਨਾਂ ਨੂੰ ਗੱਲ ਸੁਣਾਵਾਂ, ਉਹ ਮੇਰੇ 'ਚ ਜਿਹੜੇ ਕਸੂਰ ਹੈ ਮੇਰਾ ਮੈਨੂੰ ਪੁੱਛਣ, ਜੇ ਮੈਂ ਗਲਤ ਹੋਵਾਂਗੀ ਤਾਂ ਮੈਨੂੰ ਛੇਕ ਦੇਣ। ਸਾਰੀ ਜ਼ਿੰਦਗੀ ਅਕਾਲ ਤਖਤ ਤੇ ਖੜੇ ਹੋ ਕੇ ਮੈਨੂੰ 5 ਸਿੰਘ ਸਾਹਿਬਾਨ ਕਹਿ ਦੇਣ, ਭਾਂਡੇ ਮਾਂਜਣੇ, ਝਾੜੂ ਫੇਰਨਾ, ਲੰਗਰ ਪਕਾਉਣਾ, ਜੋ ਸੇਵਾ ਲਾਉਣੀ ਮੇਰੀ ਸੇਵਾ ਲਾ ਦੇਣ, ਪਰ ਮੈਂ ਇੱਕ ਔਰੰਗਜ਼ੇਬ ਵਾਲਾ ਹੁਕਮ ਨਹੀਂ ਮੰਨਣਾ। ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਮਤਲਬ ਕਿਹੋ ਜਿਹੇ ਫੈਸਲੇ ਤੁਹਾਡੇ ਤੋਂ ਉਸ ਸਮੇਂ ਕਰਵਾਏ ਜਾਂਦੇ ਰਹੇ? ਨਹੀਂ, ਇਹ ਮੈਂ ਆਪ ਕੀਤਾ। ਨਹੀਂ, ਮੈਂ ਇਹ ਗੱਲ ਕਹਿ ਰਿਹਾ ਜਿਵੇਂ ਤੁਸੀਂ ਕਿਹਾ ਸੀ ਨਾ, ਅਖਬਾਰ ਵਾਲੀ ਤੁਸੀਂ ਗੱਲ ਦੱਸੀ, ਬਾਈਕਾਟ ਕਰਵਾਇਆ ਗਿਆ। ਮੈਂ ਉਹ ਚਾਹੁੰਦਾ ਘੱਟ ਸ਼ਬਦਾਂ 'ਚ ਇੱਕ ਵਾਰੀ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ, ਮਤਲਬ ਅਜਿਹੇ ਕਿਹੜੇ ਫੈਸਲੇ ਸੀ ਜਿਹੜੇ ਕਿ ਤੁਹਾਡੀ ਰੂਹ ਤੇ ਆਤਮਾ ਦੇ ਵਿਰੁੱਧ ਸੀ? ਮੇਰੀ ਆਤਮਾ ਰੂਹ ਇਦਾਂ ਸੀਗਾ ਨਾ ਜੀ, ਜਦੋਂ ਉੱਥੇ ਮੰਜੀ ਸਾਹਿਬ ਦੀਵਾਨ ਹਾਲ ਜਦੋਂ ਕਥਾ ਹੁੰਦੀ ਹੈ, ਮੈਨੂੰ ਉਹਦੇ 'ਚ ਲੱਗਦਾ ਸੀ ਵੀ ਬਹੁਤ ਜ਼ਿਆਦਾ ਇੰਟਰਫੀਅਰੈਂਸ ਹੁੰਦੀ ਹੈ ਉਹਨਾਂ ਲੋਕਾਂ ਦੀ ਜਿਹੜੇ ਲੋਕੀ ਗੁਰਮਤ ਤੋਂ ਉਲਟ ਜਾਂਦੇ ਆ। ਬਾਬਾ ਸੋਚ ਜਿਹੜੀ ਆਪਾਂ ਕਹਿੰਦੇ ਆ ਵੀ ਜਿਹੜਿਆਂ ਦੀ ਸੰਤ ਸੇਵੀ ਸੋਚ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਮੰਨਦੇ ਹੈਗੇ ਆ, ਲੇਕਿਨ ਗੁਰਮਤ ਨੂੰ ਨਹੀਂ ਮੰਨਦੇ, ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ, ਉਹ ਉੱਥੇ ਕਰਦੇ। ਫਿਰ ਜਦੋਂ ਮੈਂ ਉੱਥੇ ਕਹਿੰਦੀ ਸੀਗੀ ਤੇ ਉਹ ਸਮਝਦੇ ਸੀਗੇ ਕਿ ਨਹੀਂ ਜੋ ਅਸੀਂ ਕਹਿੰਦੇ ਉਹ ਸਹੀ ਹੈ। ਸੈਕੰਡਲੀ 550 ਸਾਲਾ ਗੁਰੂ ਨਾਨਕ ਸਾਹਿਬ ਦਾ ਮਨਾਇਆ, ਉੱਥੇ ਦੇਖੋ ਮੂਲ ਮੰਤਰ ਦਾ ਝਗੜਾ ਪਾ ਲਿਆ ਇਹਨਾਂ ਨੇ ਮੇਰੇ ਨਾਲ। ਮੂਲ ਮੰਤਰ ਦਾ ਇਹਨਾਂ ਮੂਲ ਮੰਤਰ ਸੋਨੇ ਦੇ ਪੱਤੇ ਤੇ ਲਿਖਵਾ ਕੇ ਉੱਥੇ ਲੈ ਆਂਦਾ ਇੱਕ ਬਾਬੇ ਕੋਲ ਲਾਉਣ ਵਾਸਤੇ। ਮੈਂ ਨਹੀਂ ਲੱਗਣ ਦਿੱਤਾ, ਮੈਂ ਅੜ ਗਈ। ਉਹੀ ਇਹਨਾਂ ਨੂੰ ਗੁੱਸਾ ਸੀਗਾ ਜੋ ਕਹਿੰਦੇ ਸੀ ਇੱਥੇ ਕੰਧ ਕੱਢਣੀ ਹੈ, ਮੈਂ ਨਹੀਂ ਕੱਢਣ ਦਿੱਤੀ, ਵੀ ਇਹ ਗਲਤ ਹੈ, ਮੈਂ ਨਹੀਂ ਕੱਢਣ ਦੇਣੀ। ਮਤਲਬ ਕਹਿਣ ਤੋਂ ਮੇਰੇ ਕੋਲ ਕਰਵਾਉਣਾ ਚਾਹੁੰਦੇ ਸੀ ਪਰ ਮੈਂ ਨਹੀਂ ਸੀ ਕਰਦੀ, ਮੈਂ ਅੜਦੀ ਸੀ। ਇਹੀ ਗੱਲਾਂ ਸੀ ਜਿੱਦਾਂ ਮੈਂ ਪੰਜ ਪ੍ਰਧਾਨੀ ਪ੍ਰਣਾਲੀ ਦੀ ਗੱਲ ਕਰਦੀ ਸੀ, ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਦੀ ਸੀ ਵੀ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਜਾਣਾ ਚਾਹੀਦਾ ਵੀ ਲੋਕ ਦੁਬਿਧਾ ਚੋਂ ਨਿਕਲ ਜਾਣ। ਪਰ ਇਹ ਜਿਹੜੇ ਆ ਇਹ ਜਦੋਂ ਮੈਨੂੰ ਹੁਣ ਬਣਾਇਆ ਸੀ 2019 ਦੇ ਵਿੱਚ, ਇਹਨਾਂ 3 ਸ਼ਰਤਾਂ ਕਰਤੀਆਂ ਮੈਨੂੰ ਕਿਹਾ ਵੀ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਮੈਂ ਨਹੀਂ ਇਹਦੇ ਬਾਰੇ ਗੱਲ ਕਰਨੀ। ਮੈਂ ਨਾਨਕਸ਼ਾਹੀ ਕੈਲੰਡਰ ਦੀ ਵੀ ਗੱਲ ਕਰਾਂਗੀ, ਮੈਂ ਔਰਤਾਂ ਦੇ ਕੀਰਤਨ ਦੀ ਵੀ ਗੱਲ ਕਰਾਂਗੀ, ਪਰ ਇੰਨਾ ਨਹੀਂ ਕਿ ਮੈਂ ਔਰਤਾਂ ਦੇ ਕੀਰਤਨ ਬਿਨਾਂ ਕਿਸੇ ਸਿਸਟਮ ਤੋਂ, ਬਿਨਾਂ ਕੌਮ ਨੂੰ ਆਪਣੇ ਵਿਸ਼ਵਾਸ ਵਿੱਚ ਲੈਣ ਤੋਂ ਮੈਂ ਉੱਥੇ ਬਿਠਾ ਦੇਵਾਂ। ਇਹ ਤਾਂ ਨਹੀਂ ਹੋ ਸਕਦਾ। ਕਹਿਣ ਤੋਂ ਭਾਵ ਤੁਸੀਂ ਸਿਧਾਂਤ ਦੀ ਗੱਲ ਕਰਦੇ ਸੀ, ਉਹਦਾ ਮੁੱਲ ਇਹ ਤਾਰਨਾ ਪਿਆ ਕਿ ਤੁਹਾਨੂੰ ਪਾਰਟੀ ਚੋਂ ਕੱਢ ਦਿੱਤਾ। ਹੁਣ ਕਦੇ ਪਾਰਟੀ ਜਾਂ ਫਿਰ ਮੈਂ ਜਦੋਂ ਇਹ ਗੱਲ ਕਹੀ ਹੈ, ਇਹਨਾਂ ਦਾ ਆ ਗਿਆ ਸੀਗਾ
ਆ ਜਿਹੜਾ ਹੁਣ ਚੈਨਲ ਦੀ ਗੱਲ, ਜੋ ਚੈਨਲ ਦੀ ਗੱਲ ਆਈ ਤੇ ਮੈਂ ਪ੍ਰਧਾਨ ਸਾਹਿਬ ਕੋ ਗਈ ਹਾਂ। ਮੈਂ ਕਿਹਾ ਪ੍ਰਧਾਨ ਜੀ ਕਿ ਚੈਨਲ ਦੀ ਜਿਹੜੀ ਗੱਲ ਹੈ, ਹੁਣ ਸਿੰਘ ਸਾਹਿਬ ਨੇ ਐਲਾਨ ਕੀਤਾ ਕਿ ਚੈਨਲ ਬੰਦ ਕਰ ਦਿੱਤਾ ਜਾਵੇ। ਪ੍ਰਧਾਨ ਜੀ ਨੇ ਅੱਗੋਂ ਕਹਿ ਦਿੱਤਾ ਕਿ 7 ਦਿਨਾਂ ਵਿੱਚ ਆਪਣਾ ਚੈਨਲ ਬਣਾਵਾਂਗੇ। ਮੈਂ ਕਿਹਾ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਕਿਰਾਏ ਦੇਵਾਂ, ਤੁਸੀਂ ਇੱਦਾਂ ਕਰੋ ਕਿ ਕੌਮ ਨੂੰ ਉਹਨਾਂ ਦੀ ਗੁੱਡਵਿਲ ਲੈਣ ਵਾਸਤੇ ਤੇ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਕੇ ਕਹਿ ਦਿਓ ਕਿ ਇਹ ਸਾਰਾ ਸਿਸਟਮ ਜਿਹੜਾ ਮੈਂ ਚੱਕਣਾ ਨਹੀਂ ਇੱਥੋਂ, ਮੈਂ ਜੋ ਕਮਾਇਆ ਇੱਥੋਂ ਕਮਾਇਆ, ਮੈਂ ਇਹਦੇ ਵਾਸਤੇ ਹੀ ਡੋਨੇਟ ਕਰਦਾ। ਕਹਿ ਦਿਓ ਕੋਈ ਫਰਕ ਨਹੀਂ ਪੈਂਦਾ। ਨਾਲੇ ਕੌਮ ਦੇ ਮਨ 'ਚ ਆਊਗਾ ਕਿ ਨਹੀਂ ਭਾਈ ਜੇ ਇਹਨੇ ਕਮਾਈ ਕੀਤੀ ਹੈ ਤੇ ਚਲੋ ਇਹ ਦਾਨ ਵੀ ਕਰਕੇ, ਸੇਵਾ ਵੀ ਕਰਕੇ, ਸੱਚੇ ਪਾਤਸ਼ਾਹ ਘਰ 'ਚ ਭੇਟਾ ਵੀ ਕਰਕੇ। ਮੈਂ ਕਿਹਾ ਤੁਸੀਂ ਇੰਨੀ ਜੇ ਗੱਲ ਕਹਿ ਦਿਓ ਤਾਂ ਮੇਰਾ ਖਿਆਲ ਬਹੁਤ ਸਾਰੇ ਲੋਕਾਂ ਦੇ ਮਨਾਂ ਨੂੰ ਥੋੜ੍ਹੀ ਜਿਹੀ ਹੋ ਜਾਣਾ ਕਿ ਨਹੀਂ ਵੀ ਸੁਖਬੀਰ ਨੇ ਚੰਗਾ ਕੀਤਾ। ਮੈਂ ਇਹਨੂੰ ਕਿਹਾ ਨਹੀਂ ਤੇ ਫਿਰ ਪ੍ਰਧਾਨ ਜੀ ਨੂੰ ਅੱਜ ਅਵੱਗਿਆ ਨਹੀਂ ਕਰਨੀ ਚਾਹੀਦੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਹੈ, ਉਹਦਾ ਆਦੇਸ਼ ਹੈ, ਇਹ ਕਿਉਂ ਨਹੀਂ ਮੰਨਦੇ ਪਏ? ਮੈਂ ਕਿਹਾ ਹੁਣ ਜਦੋਂ ਮੈਂ ਬਣੀ ਨਾ, ਮੈਂ ਜਦੋਂ ਸ਼ੁਗਲ ਮੇਰਾ ਸੁਭਾਅ ਇੱਦਾਂ ਦਾ, ਮੈਂ ਕਿਹਾ ਜੇ ਮੈਂ ਬਣੀ ਪਹਿਲਾਂ ਤਾਂ ਮੈਨੂੰ ਇਹੀ ਕੰਮ ਕਰਨਾ ਪੈਣਾ ਵੀ ਅਕਾਲ ਤਖ਼ਤ ਦੇ ਜੱਦਾਂ ਦਾ ਹੁਕਮ ਮੰਨਣਾ ਪੈਣਾ। ਇੱਕ ਇਹ ਵੀ ਇਹਨਾਂ ਨੂੰ ਡਰ ਸੀ, ਇੱਕ ਇਹਨਾਂ ਨੂੰ ਸੀ ਵੀ ਨਾਨਕਸ਼ਾਹੀ ਕੈਲੰਡਰ ਦੀ ਮੈਂ ਗੱਲ ਕਰ ਦਿੰਦੀ ਸੀ ਵੀ ਨਾਨਕਸ਼ਾਹੀ ਕੈਲੰਡਰ ਮੈਂ ਲਾਗੂ ਕਰ ਦੇਣਾ। ਮਤਲਬ ਇਹੋ ਜਿਹੀਆਂ ਗੱਲਾਂ ਇਹ ਸੀਗੀਆਂ ਕਿ ਜਿਹੜੀਆਂ ਇਹ ਸੋਚਦੇ ਆ ਕਿ ਇਹ ਆਪਣੇ ਆਪ ਕਰ ਜਾਂਦੀ ਹੈ ਜੇ ਇਹ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਲਵਾ ਸਕਦੀ ਹੈ। ਮਤਲਬ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਸਾਡੇ ਕਹਿਣੇ ਤੋਂ ਬਾਹਰ ਹੈ, ਹਾਂਜੀ ਮਨ ਮਰਜ਼ੀ ਕਰਦੀ ਹਾਂਜੀ, ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਜੀ। ਹੁਣ ਦਿਲ ਕਦੇ ਕਦੇ ਭਰਦਾ, ਮਨ ਕਦੇ ਕਰਦਾ ਉਸ ਅਕਾਲੀ ਦਲ ਦੇ ਵਿੱਚ ਜਾਣ ਦਾ ਜਿੱਥੋਂ ਤੁਹਾਨੂੰ ਬਾਹਰ ਕਰ ਦਿੱਤਾ ਗਿਆ। ਦੇਖੋ ਇਹ ਤੇ ਮੇਰੇ ਮਨ 'ਚ ਹੀ ਬੈਠੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਚੋਂ ਮੈਨੂੰ ਕੋਈ ਬਾਹਰ ਨਹੀਂ ਕੱਢ ਸਕਦਾ। ਸੁਖਬੀਰ ਨੇ ਆਪਣੇ ਕੋਲੋਂ ਉਠਾਤਾ, ਉਹ ਗੱਲ ਵੱਖਰੀ ਹੈ। ਸੁਖਬੀਰ ਜੀ ਨੇ, ਪ੍ਰਧਾਨ ਸਾਹਿਬ ਨੇ ਮੈਨੂੰ ਆਪਣੇ ਕੋਲੋਂ ਉਠਾ ਦਿੱਤਾ, ਉਹ ਗੱਲ ਵੱਖਰੀ ਹੈ ਕਿ ਮੈਂ ਮੀਟਿੰਗ 'ਚ ਨਹੀਂ ਜਾਂਦੀ, ਮੈਂ ਉਹਨਾਂ 'ਚ ਨਹੀਂ ਬੈਠਦੀ, ਇਹੀ ਹੈ ਨਾ ਜੀ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਮੈਂ ਅਜੇ ਵੀ ਆਪਣਾ ਫਰਜ਼ ਸਮਝਦੀ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਮੇਰਾ ਤਕੜਾ ਹੋਣਾ ਚਾਹੀਦਾ। ਮੇਰਾ ਮੀਨਸ ਕਿ ਕੌਮ ਦਾ ਅਸੀਂ ਸਾਰੇ ਇੱਕ ਹੈ। ਮੰਨਦੇ ਹੋ ਕਿ ਬਹੁਤ ਕਮਜ਼ੋਰ ਹੋ ਗਿਆ? ਨਹੀਂ ਬਿਲਕੁਲ ਜੀ, ਇਹ 'ਚ ਕੋਈ ਸ਼ੱਕ ਹੀ ਨਹੀਂ। ਜਿਹੜਾ ਕੀ ਕਾਰਨ ਹੈ? ਕਾਰਨ ਤੇ ਦੇਖੋ ਜੀ ਬੜੇ ਹੋ ਚੁੱਕੇ ਆ। ਜਿਸ ਤਰ੍ਹਾਂ ਮਸਲਾ ਜ਼ਿਆਦਾ ਤੇ ਆ ਗਿਆ ਸੀ ਜਦੋਂ 2007 ਵਿੱਚ ਜਦੋਂ ਉਹਨਾਂ ਨੇ ਆਪਣੇ ਰਾਮ ਰਹੀਮ ਦਾ ਮਸਲਾ ਆ ਗਿਆ, ਪਰਚਾ ਦਰਜ ਹੋਇਆ। ਉਹ ਪਰਚਾ ਜਿਹੜਾ ਸੀ ਉਹ ਕਿਸੇ ਨੇ ਅਰਜੀ ਦੇ ਕੇ ਵਾਪਸ ਕਰ ਲਿਆ। ਜੇ ਉਦੋਂ ਹੀ ਸਜ਼ਾ ਮਿਲ ਜਾਂਦੀ, ਉਦੋਂ ਤੇ ਐਕਸ਼ਨ ਹੋ ਜਾਂਦਾ ਤੇ ਸ਼ਾਇਦ ਅੱਗੇ ਗੱਲਾਂ ਨਾ ਵੱਧਦੀਆਂ। ਜੇ ਉਦੋਂ ਹੀ ਉਹਨੂੰ ਜਕੜਿਆ ਹੁੰਦਾ ਤੇ ਸ਼ਾਇਦ ਉਹ ਬੇਅਦਬੀ ਵੀ ਨਾ ਹੁੰਦੀ। ਜੇ ਬੇਅਦਬੀ ਹੋਈ ਸੀ ਤੇ ਉਹਨੂੰ ਇਮੀਡੀਏਟ ਸੋਲਵ ਕਰ ਦਿੱਤਾ ਜਾਂਦਾ। ਦੁਨੀਆ ਇੰਨੀ ਨਾ ਸਾਡੇ ਖਿਲਾਫ ਹੁੰਦੀ। ਪੰਥ ਦੀ ਪੀੜਾ ਕੀ ਹੈ? ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਪੀੜਾ ਤੇ ਇਹੀ ਹੈ ਨਾ ਜੀ। ਜ਼ਖਮ ਤੇ ਸਾਡੇ ਅੰਦਰਾਂ 'ਚ ਸਾਰਿਆਂ 'ਚ ਇਹੀ ਹੈ। ਹੁਣ ਅਸੀਂ ਜਿਹੜੇ ਸੀ, ਜਦੋਂ ਮਾਫੀ ਦਿੱਤੀ ਗਈ ਤੁਸੀਂ ਵਿੱਚ ਸੀ? ਦੇਖੋ ਜੀ ਮਾਫੀ ਦਿੱਤੀ ਗਈ, ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਪੰਜ ਸਿੰਘ ਸਾਹਿਬਾਨਾਂ ਨੇ ਜਥੇਦਾਰ ਅਕਾਲ ਤਖ਼ਤ ਨੇ ਉੱਥੋਂ ਹੁਕਮਨਾਮਾ ਜਾਰੀ ਕਰਤਾ। ਹਰ ਸਿੱਖ ਸਮਝਦਾ ਕਿ ਜਦੋਂ ਹੁਕਮਨਾਮਾ ਜਾਰੀ ਹੋ ਜਾਏ ਤੇ ਬੰਦਾ ਸੋਚਦਾ ਕਿ ਕੋਈ ਨਾ ਕੋਈ ਗੱਲ ਹੋਈ ਹੋਊਗੀ। ਸਾਨੂੰ ਇਹ ਪਤਾ ਨਹੀਂ ਕਿ ਕਿੱਦਾਂ ਕੀਤਾ ਇਹਨਾਂ ਨੇ। ਸਾਨੂੰ ਇਹ ਵੀ ਨਹੀਂ ਸੀ ਪਤਾ ਵੀ ਕਿਹਨਾਂ ਕਿਹਨਾਂ ਨੇ ਸਲਾਹ ਕੀਤੀ। ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਪ੍ਰੋਸੀਜਰ ਅਡਾਪਟ ਕਿੱਦਾਂ ਕੀਤਾ। ਅਸੀਂ ਉਦੋਂ ਚੋਣ ਲੜ ਕੇ ਗਏ ਸੀ 2011 'ਚ ਤੇ ਅਜੇ ਸਾਡਾ ਕਮੇਟੀ ਜਿਹੜੀ ਸੀ ਨੋਟੀਫਿਕੇਸ਼ਨ ਨਹੀਂ ਸੀ ਹੋਈ। ਸਾਨੂੰ ਨਾ ਬੁਲਾ ਲਿਆ ਮੱਕੜ ਸਾਹਿਬ ਨੇ। ਉਹਨਾਂ ਕਿਹਾ ਜੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਮਾਫੀ ਦਾ ਕੀਤਾ ਹੁਕਮਨਾਮਾ ਜਾਰੀ। ਅਸੀਂ ਸਾਰੇ ਜਿਹੜਾ ਹੁੰਦਾ ਨਾ ਕੁਸਰ ਮੁਸਰ ਕਰਨੀ ਥੱਲੇ ਸਾਰੇ ਇੱਕ ਦੂਜੇ ਨੂੰ ਕਰ, ਇਹ ਕਿੱਦਾਂ ਮਾਫ ਹੋ ਗਿਆ? ਗੁਰਬਚਨ ਸਿੰਘ ਸੀ ਉਦੋਂ? ਨਹੀਂ, ਹਾਂ ਜਥੇਦਾਰ ਗੁਰਬਚਨ ਸਿੰਘ ਜੀ, ਉਹਨਾਂ ਨੇ ਕਰ ਦਿੱਤਾ। ਚਿੰਤਾ ਸਾਰਿਆਂ ਨੂੰ ਲੱਗ ਗਈ ਉਸ ਵੇਲੇ, ਪਰ ਅੰਦਰ ਇਸ ਕਰਕੇ ਨਹੀਂ ਸਾਰੇ ਬੋਲੇ ਵੀ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਹੁਕਮ ਆ ਗਿਆ। ਹਰ ਇੱਕ ਦੇ ਮਨ 'ਚ ਸਾਡੇ ਇਹੋ ਹੀ ਹੁੰਦਾ ਨਾ ਅਕਾਲ ਤਖ਼ਤ ਨੂੰ ਚੈਲੰਜ ਨਾ ਕਰੀਏ। ਹੁਣ ਉਸ ਤੋਂ ਬਾਅਦ ਜਦੋਂ ਉਹ ਰੌਲਾ ਪੈ ਗਿਆ, ਕੌਮ 'ਚ ਵੀ ਪੈ ਗਿਆ, ਫਿਰ ਵਾਪਸ ਕਰਨਾ ਪਿਆ ਹੁਕਮਨਾਮਾ। ਠੀਕ ਹੈ ਜੀ, ਫਿਰ ਸਾਰਿਆਂ ਨੇ ਸੁੱਖ ਦਾ ਸਾਹ ਲੈ ਲਿਆ ਵੀ ਚਲੋ ਵਾਪਸ ਹੋ ਗਿਆ। ਹੁਣ ਜਿਹੜਾ ਉਹ ਮਾਫੀਨਾਮਾ ਜਿਹੜਾ ਸੀਗਾ ਉਸ ਗੱਲ ਦੀ, ਬੇਅਦਬੀ ਦੀ, 2 ਸਿੰਘ ਸ਼ਹੀਦ ਹੋਣ ਦੀ, ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਲੋਕਾਂ ਦੇ ਅੰਦਰ ਜਿਹਦਾ ਇੱਕ ਜ਼ਖਮ ਬਣ ਜਾਂਦੇ ਨੇ, ਜ਼ਖਮ, ਉਹ ਜ਼ਖਮ ਜਿਹੜੇ ਵਾਰ-ਵਾਰ ਰਿਸਦੇ ਆ। ਦੋਹਾਂ ਚੋਣਾਂ ਦੇ ਵਿੱਚ ਜੋ ਸਾਡਾ ਉਹਨਾਂ ਨੇ ਲੋਕਾਂ ਨੇ ਜਵਾਬ ਦਿੱਤਾ, ਹੁਣ ਇਹ ਤੋਂ ਵੀ ਆਪਾਂ ਨਾ ਸਮਝੀਏ ਤੇ ਮਾੜੀ ਗੱਲ ਹੈ। ਮੈਂ ਇਹ ਗੱਲ ਪੁੱਛੂੰਗਾ, ਜ਼ਖਮ ਨੇ ਕਿ ਨਸੂਰ ਨੇ? ਇਹ ਤਾਂ ਜੀ ਹੁਣ ਇਹ ਜ਼ਖਮ ਤੇ ਕਹਿੰਦੇ ਮਿਟ ਵੀ ਸਕਦੇ ਆ, ਪਰ ਇਹ ਤੇ ਅੰਦਰ ਹਿਰਦੇ ਦੀ ਆਤਮਾ ਦਾ ਕਤਲ ਹੋ ਗਿਆ ਨਾ। ਇਹ ਜ਼ਖਮ ਹੁਣ ਅਕਾਲੀ ਦਲ ਲਈ ਨਸੂਰ ਬਣ ਗਏ। ਨਸੂਰ ਬਣ ਗਏ, ਇਹ ਕਹਿ ਲਓ ਤੁਸੀਂ, ਬਹੁਤ ਵੱਡਾ। ਕੀ ਇਹਨਾਂ ਤੋਂ ਅਕਾਲੀ ਦਲ ਨਜਾਤ ਪਾਉਣ ਲਈ ਕੋਈ ਮਰਹਮ ਪੈਦਾ ਕਰ ਸਕਦਾ? ਦੇਖੋ ਅਸੀਂ ਬਹੁਤ ਸਾਰਿਆਂ ਨੇ ਅੰਦਰ ਕਿਹਾ, ਸਾਰਿਆਂ ਨੇ ਕਿਹਾ
ਵੀ ਦੇਖੋ ਕਿਸੇ ਦੇ ਕਿਹਾ ਤੇ ਮਾਫੀ ਨਹੀਂ ਮੰਗੀ ਜਾਂਦੀ। ਮੈਂ ਤਾਂ ਸਾਫ਼ ਕਰਨੀ ਹੈ। ਜੇ ਮੈਨੂੰ ਤੁਸੀਂ ਲੱਖ ਵਾਰੀ ਕਹੋਗੇ ਨਾ ਵੀ ਜਾ ਕੇ ਮਾਫੀ ਮੰਗ, ਮੈਂ ਕਹਿੰਦੀ ਮੈਂ ਬੇਵਕੂਫ ਹੈ ਤੁਹਾਡੇ ਕਹਿਣ ਤੇ ਜਾਵਾਂ। ਅੰਦਰੋਂ ਜਿਹੜਾ ਜੇ ਅੰਦਰੋਂ ਪੀੜਾ ਹੋਵੇ ਨਾ ਜੀ, ਉਹ ਜਾ ਕੇ ਗੁਰੂ ਦੇ ਚਰਨਾਂ 'ਚ ਜਾ ਕੇ ਇਕੱਲਾ ਹੀ ਜਾ ਕੇ ਢਹਿ ਕੇ ਪੈ ਜਾਏ ਨਾ। ਜਦ ਤੱਕ ਮਨ ਨਾ ਭਿੱਜੇ, ਹਾਂ, ਜਦ ਤੱਕ ਮਨ ਨਹੀਂ ਨਾ ਤੁਹਾਡਾ ਗੁਰੂ ਦੇ ਚਰਨਾਂ 'ਚ ਜਾ ਕੇ ਡਿੱਗਦਾ, ਉਨੀ ਚਿਰ ਮਾਫੀ ਦਾ ਕੋਈ ਫਾਇਦਾ ਨਹੀਂ। ਲੋਕ ਦਿਖਾਵਾ ਨਹੀਂ ਕਰਨਾ ਚਾਹੀਦਾ। ਕਹਿੰਦੇ ਕੀ ਆ ਤੁਹਾਡੀ ਗੱਲਬਾਤ ਅਸੀਂ ਇਹ ਕਹਿੰਦੇ ਸੀਗੇ ਕਿ ਤੁਸੀਂ ਇਦਾਂ ਕਰੋ ਬਾਦਲ ਸਾਹਿਬ, ਆਪਾਂ ਸਾਰੇ ਹੀ ਪੀੜਾ ਚੱਲਣ ਰਹੇ ਆ, ਤੁਸੀਂ ਵੀ ਅਸੀਂ ਵੀ, ਉਹ ਵੀ ਤੇ ਚੱਲਦੇ ਪਏ। ਦੇਖੋ ਰੱਬ ਤੇ ਸਜ਼ਾ ਦੇ ਹੀ ਰਿਹਾ ਨਾ, ਬੰਦਾ ਨਹੀਂ ਸਜ਼ਾ ਦੇ ਸਕਦਾ। ਮੈਂ ਇੱਕ ਹਿਸਾਬ ਨਾਲ ਬੰਦਾ ਕੀ ਕਰ ਦੂਗਾ, 2 ਵਾਰੀ ਹਰਾ ਦੂ, 4 ਵਾਰੀ ਹਰਾ ਦੂ, 5 ਵਾਰੀ ਹਰਾ ਦੂ, ਆਪਾਂ ਵੋਟਾਂ ਹੀ ਹਰ ਜਾਾਂਗੇ। ਪਰ ਜਿਹੜੀ ਸਜ਼ਾ ਰੱਬ ਦੇ ਰਿਹਾ ਨਾ ਜੀ, ਜੋ ਗਾਲਾਂ ਅਸੀਂ ਖਾ ਰਹੇ ਹਾਂ, ਜੋ ਗਾਲਾਂ ਲੋਕੀ ਸਾਨੂੰ ਕੱਢ ਰਹੇ ਹੈ, ਜੋ ਅੰਦਰੋਂ ਦਰਦ ਸਾਡੇ ਖਿਲਾਫ ਉਹ ਕੱਢ ਰਹੇ ਹੈ, ਜੋ ਅੰਦਰੋਂ ਸਾਨੂੰ ਹਿਸਾਬ ਨਾਲ ਕਿੰਨੀਆਂ ਕੁ ਵੱਧ ਸੀਸਾਂ ਲੋਕੀ ਦੇ ਰਹੇ ਹੈ, ਉਹ ਜਿਹੜੀ ਹੈ ਨਾ ਜੀ ਸਾਡੀ ਹਾਲਾਤ ਬਣੇ ਹੋਏ ਹੈ, ਉਹ ਨਹੀਂ ਅਸੀਂ ਇਹਦਾ ਪੂਰਾ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਹਾਂਜੀ, ਕੀ ਸੱਚਮੁੱਚ ਦੇ ਵਿੱਚ ਪੀੜਾ ਹੈ ਬਾਦਲ ਪਰਿਵਾਰ ਨੂੰ ਜੋ ਹੋਇਆ ਉਸ ਦੀ? ਦੇਖੋ ਮੈਨੂੰ ਉਹਨਾਂ ਦਾ ਤਾਂ ਨਹੀਂ ਪਤਾ, ਸਾਨੂੰ ਸਾਰਿਆਂ ਨੂੰ ਸੀ, ਅਸੀਂ ਤੇ ਪੀੜਾ ਸਮਝਦੇ ਹਾਂ ਜੀ। ਅਫਸੋਸ ਹੈ ਉਹਨਾਂ ਨੂੰ? ਉਹਨਾਂ ਦਾ ਤੇ ਉਹ ਦੇਖੋ ਜੀ, ਉਹ ਤੇ ਹੁਣ ਕੀ ਕਹੀਏ ਜੀ, ਉਹ ਕਹਿੰਦੇ ਅਸੀਂ ਤੇ ਕੀਤਾ ਹੀ ਕੱਖ ਨਹੀਂ। ਅਸੀਂ ਤੇ ਹੁਣ ਕੀ ਕਹਿ ਸਕਦੇ ਉਹਨਾਂ ਕੀਤਾ ਕਿ ਨਹੀਂ ਕੀਤਾ। ਉਹਨਾਂ ਨੇ ਲੋਕੀ ਕਹਿੰਦੇ ਪੋਸ਼ਾਕ ਦਿੱਤੀ ਹੈ, ਹੁਣ ਸਾਨੂੰ ਕੀ ਪਤਾ ਦਿੱਤੀ ਕਿ ਨਹੀਂ ਦਿੱਤੀ, ਇਹ ਤਾਂ ਉਹੀ ਜਾਣਦੇ ਨਾ। ਉਹਨਾਂ ਦਾ ਦਿਲ ਜਾਣਦਾ ਵੀ ਉਹ ਕੀ ਕੀਤਾ ਉਹਨਾਂ ਨੇ। ਉਹ ਆਪਣੇ ਦਿਲ ਤੋਂ ਪੁੱਛ ਕੇ ਦੱਸਣ ਵੀ ਉਹ ਗਲਤੀ ਹੈਗੀ ਕਿ ਨਹੀਂ ਹੈਗੀ। ਠੀਕ ਹੈ ਜੀ। ਜੇ ਮੈਂ ਕਹਿੰਦੀ ਨਹੀਂ ਵੀ, ਸਪੋਜ਼ ਉਹ ਕਹਿੰਦੇ ਕਿ ਅਸੀਂ ਨਹੀਂ ਕੀਤੀ, ਉਹਨਾਂ ਦੇ ਮਨ 'ਚ ਹੈ, ਫਿਰ ਵੀ ਮੈਂ ਕਹਿੰਦੀ ਜੇ ਕੌਮ ਇਹ ਗੱਲ ਕਹਿ ਦੇਣ ਜਾ ਕੇ ਕਿ ਤੁਸੀਂ ਕਹੋ ਕਿ ਹੇ ਸੱਚੇ ਪਾਤਸ਼ਾਹ, ਕੌਮ ਦੇ ਅੰਦਰ ਜੋ ਸਾਡੇ ਪ੍ਰਤੀ ਅੱਜ ਗੁੱਸਾ ਹੈ, ਜੋ ਰੋਸਾ ਹੈ, ਜੋ ਉਹਨਾਂ ਨੂੰ ਪੀੜਾ ਹੈ, ਹੇ ਸੱਚੇ ਪਾਤਸ਼ਾਹ ਕਿਸੇ ਤਰੀਕੇ ਨਾਲ ਉਹ ਠੰਡਾ ਕਰਨ ਵਾਸਤੇ ਸਾਨੂੰ ਤੇ ਸਾਡੇ ਤੇ ਕਿਰਪਾ ਕਰੋ। ਹੋ ਜਾਏਗੀ? ਹਾਂਜੀ, ਹੋ ਜਾਵੇਗੀ। ਨਹੀਂ, ਜੋ ਅਕਸਰ ਜੇ ਹੁਣ ਗੁਰੂ ਉੱਥੇ ਜਾਣਗੇ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਜਾ ਕੇ, ਜੇ ਜਥੇਦਾਰ ਸਾਹਿਬ ਸੱਚਮੁੱਚ ਹੀ ਤਕੜੇ ਹੋ ਕੇ ਜੋ ਮਹਿਸੂਸ ਕਰਦੇ ਹੋਣ ਕਿ ਇਹ ਗੱਲਾਂ ਇਦਾਂ ਹੱਲ ਹੋ ਸਕਦੀਆਂ, ਤੇ ਮਾਫੀ ਮੰਗਣ 'ਚ ਤੇ ਕੋਈ ਹਰਜ ਨਹੀਂ ਜੀ। ਜੇ ਤੁਹਾਨੂੰ ਐਸਜੀਪੀਸੀ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਫਿਰ ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਹਿੰਦੇ। ਮੈਂ ਪਹਿਲਾਂ ਹੀ ਕਿਹਾ ਸੀ ਉਹਨੂੰ, ਮੈਂ ਪਹਿਲਾਂ ਕਿਹਾ, ਇੱਕ ਵਾਰੀ ਨਹੀਂ ਕਿਹਾ। ਜਿਹੜੀ ਇੰਟਰਵਿਊ ਅੱਜ ਮੇਰੇ ਨਾਲ ਕਰ ਰਹੇ ਹੋ ਜਾਂ ਕਿਸੇ ਮੈਨੂੰ ਬਣਾ ਵੀ ਦਿੰਦੇ ਨੇ, ਇੱਕ ਮਿੰਟ ਸੁਣ ਲਓ, ਇਹਨਾਂ ਨੂੰ ਇਹੀ ਤੇ ਮੈਂ ਕਿਹਾ ਸੀਗਾ ਕਿ ਮੈਂ ਆਹ ਬੰਦ ਕਰਨਾ, ਮੈਂ ਇਦਾਂ ਕਰਨੀ ਹੈ। ਜਿਹੜੀਆਂ ਆਹ ਗੱਲਾਂ ਅਸੀਂ ਕੋਈ ਉਦਾਂ ਥੋੜ੍ਹਾ ਕੀਤੀਆਂ ਜੀ। ਆਹ ਮੈਨੂੰ ਕੱਢਣ ਵਾਲੀ ਗੱਲ ਦਾ ਤਾਂ ਪਤਾ ਹੀ ਨਹੀਂ ਕਿ ਮੈਨੂੰ ਕੱਢ ਦੇਣਗੇ। ਮੈਂ ਤੇ ਉਹਨਾਂ ਦਿਲੋਂ ਪਿਆਰਾ ਵਾਂਗ ਕਿਸ ਗੱਲ ਦੀ ਹੋਈ? ਅਕਾਲੀ ਦਲ ਚੋਂ ਕੱਢ ਦਿੱਤਾ ਗਿਆ, ਇਸ ਗੱਲ ਦੀ ਪੀੜਾ ਹੋਈ, ਜਾਂ ਐਸਜੀਪੀਸੀ ਦਾ ਪ੍ਰਧਾਨ ਨਹੀਂ ਬਣਾਇਆ ਇਸ ਗੱਲ ਦੀ ਪੀੜਾ ਜ਼ਿਆਦਾ ਹੋਈ? ਮੈਨੂੰ ਤੇ ਪੀੜਾ ਕਿਸੇ ਗੱਲ ਦੀ ਵੀ ਨਹੀਂ ਹੋਈ। ਅਕਾਲੀ ਦਲ ਦੀ ਪ੍ਰਧਾਨਗੀ ਮੇਰੀ ਕੋਈ ਸਾਰੀ ਜ਼ਿੰਦਗੀ ਲਈ ਲਿਖੀ ਨਹੀਂ ਹੈਗੀ। ਜਿਸ ਮਸਤਕ ਭਾਗ ਸੋ ਲਾਗਾ ਸੇਵ। ਪਰ ਇਸ ਵਾਰ ਤੁਸੀਂ ਚਾਹੁੰਦੇ ਤਾਂ ਸੀ? ਨਹੀਂ, ਚਾਹੁੰਦੀ ਨਹੀਂ ਸੀ ਮੈਂ ਇੱਕ ਸਿਸਟਮ 'ਚ ਕਿਹਾ ਸੀ ਉਹਨਾਂ ਨੂੰ ਵੀ ਆਪਾਂ ਇਦਾਂ ਕਰੀਏ ਕਿ ਮੈਂ ਮੈਂਬਰਾਂ ਨੂੰ ਮਿਲੀ ਹਾਂ ਵੀ ਜੇ ਅੱਜ ਜਨਰਲ ਚੋਣ ਆਵੇ, ਜਨਰਲ ਇਲੈਕਸ਼ਨ ਆਵੇ, ਅਸੀਂ ਕਿੱਥੇ ਖੜੇ ਹਾਂ। ਮੈਂਬਰ ਕਹਿੰਦੇ ਸੀਗੇ ਜੀ ਜੇ ਅਸੀਂ ਬਾਦਲਾਂ ਦੀ ਟਿਕਟ ਲੈ ਕੇ ਲੜਦੇ ਹਾਂ ਤੇ ਅਸੀਂ ਜਿੱਤਣਾ ਨਹੀਂ, ਵੀ ਸਾਡੇ ਹਾਲਾਤ ਬਹੁਤ ਮਾੜੇ ਹੈ। ਮੈਂ ਕਿਹਾ ਫਿਰ ਕਹਿੰਦੇ ਜੀ ਵੀ ਅਸੀਂ ਐਤਕੀ ਤੇ ਚੋਣ ਹੀ ਨਹੀਂ ਲੜਨੀ। 82 ਮੈਂਬਰ ਜਿਹੜੇ ਸੀ ਨਾ ਜੀ, ਉਹ ਕਹਿੰਦੇ ਸੀਗੇ ਕਿ ਅਸੀਂ ਤੇ ਉਹਨਾਂ ਦੀ ਚੋਣਾਂ ਤੇ ਨਹੀਂ ਅਸੀਂ ਜਿੱਤ ਸਕਦੇ, ਉਹਨਾਂ ਦੀਆਂ ਟਿਕਟਾਂ ਦੇ ਉੱਤੇ, ਜਾਂ ਅਸੀਂ ਚੋਣ ਨਹੀਂ ਲੜਨੀ। ਮੈਂ ਇਹਨੂੰ ਕਿਹਾ, ਮੈਂ ਕਿਹਾ ਕਿ ਕੁਝ ਬੰਦੇ ਜਿਹੜੇ ਸੀ ਨਾ ਢੀਂਡਸੇ ਨਾਲ ਕਿ ਜਿਹੜੇ ਰੁੱਸੇ ਸੀਗੇ, ਹੈ ਤਾਂ ਸਾਡੇ ਹੀ ਸੀਗੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਉਹ 20-25 ਵੀ ਜਿਹੜੇ ਨਾ, ਮੈਂ ਉਹਨਾਂ ਨੂੰ ਵੀ ਮਿਲੀ ਮਤਲਬ ਟੈਲੀਫੋਨਾਂ 'ਤੇ। ਮੈਂ ਕਿਹਾ ਮੈਂ ਟੈਲੀਫੋਨ 'ਤੇ ਗੱਲ ਕੀਤੀ ਹੈ। ਉਹ ਕਹਿੰਦੇ ਆ ਕਿ ਬੀਬੀ ਜੀ ਵੀ ਦੇਖੋ ਤੁਸੀਂ ਸਾਲ ਰਹੇ ਹੋ, ਤੁਸੀਂ ਸਾਨੂੰ ਬਰਾਬਰ ਸਤਿਕਾਰ ਦਿੱਤਾ, ਬਰਾਬਰ, ਮੈਂ ਨਹੀਂ ਫਰਕ ਪਾਇਆ। ਇਹ ਵੀ ਇਸ ਗੱਲ ਤੋਂ ਵੀ ਗੁੱਸਾ ਕਰਦੇ ਹੁੰਦੇ ਸੀ ਵੀ ਤੁਸੀਂ ਉੱਥੇ ਮਾਨਸੇ ਵਾਲਿਆਂ ਨੂੰ ਪੈਸੇ ਦੇ ਦਿੰਦੇ ਹੋ, ਤੁਸੀਂ ਮਾਨਸੇ ਵਾਲਿਆਂ ਨੂੰ ਪ੍ਰਚਾਰ ਦੀ ਕਿਤਾਬਾਂ ਦੇ ਦਿੰਦੇ ਹੋ, ਪ੍ਰਚਾਰਕ ਦੇ ਦਿੰਦੇ ਹੋ, ਉੱਥੇ ਗੱਡੀਆਂ ਭੇਜ ਦਿੰਦੇ ਆ ਪ੍ਰਚਾਰ ਵਾਸਤੇ। ਸਾਡੇ ਮੈਂਬਰ ਲੜਦੇ ਆ ਕੇ ਹਰਸਿਮਰਤ ਨਾਲ ਲੜਦੇ ਰਹਿੰਦੇ ਆ, ਸਾਡਾ ਨੁਕਸਾਨ ਹੋ ਰਿਹਾ। ਤੇ ਜੇ ਮੈਂ ਕਿਹਾ ਹੁਣ ਪੈਸੇ ਦੇ ਬਾਅਦ ਸਾਹਿਬ ਗੋਲਕ ਦੇ ਪੈਸੇ ਹੈ, ਗੁਰੂ ਰਾਮਦਾਸ ਦੇ, ਸਾਰਿਆਂ ਨੂੰ ਬਰਾਬਰ ਹੀ ਦੇਣਾ ਪਊਗਾ। ਜਿੰਨਾ ਕਿ ਵੀ 2-2 ਲੱਖ ਰੁਪਇਆ ਸੀ ਉਹਨਾਂ ਦੀ ਇੱਕ ਪਾਵਰ ਦਿੱਤੀ ਹੋਈ ਹੈ ਵੀ ਤੁਸੀਂ ਜਾ ਕੇ ਕਿਤੇ ਖਰਚ ਕਰਾ ਸਕਦੇ ਹੋ ਧਾਰਮਿਕ ਕੰਮਾਂ ਦੇ ਉੱਤੇ ਜਾਂ ਗਰੀਬ ਬੱਚਿਆਂ ਦੇ ਵਾਸਤੇ। ਤੇ ਕਹਿੰਦੇ ਸੀ ਵੀ ਜੇ ਮੈਨੂੰ ਅੱਗੋਂ ਜਵਾਬ ਸੀ ਵੀ ਜੇ ਅਸੀਂ ਤੁਸੀਂ ਜਿੱਦਾਂ MLA ਸੀ, ਜੇ ਅਸੀਂ ਖਹਿਰੇ ਨੂੰ ਪੈਸੇ ਦੇ ਦਿੰਦੇ ਫਿਰ ਤੁਹਾਨੂੰ ਗੁੱਸਾ ਨਹੀਂ ਸੀ ਹੋਣਾ? ਮੈਂ ਕਿਹਾ ਜੀ ਨਹੀਂ, ਸਰਕਾਰਾਂ ਦਾ ਫਰਕ ਹੋਰ ਹੁੰਦਾ ਤੇ ਗੁਰੂ ਰਾਮਦਾਸ ਦੀ ਗੋਲਕ ਦਾ ਹੋਰ ਹੁੰਦਾ। ਗੁਰੂ ਰਾਮਦਾਸ ਦੀ ਗੋਲਕ ਦੇ ਉੱਤੇ ਮੈਂ ਪਾਰਸ਼ੈਲਿਟੀ ਨਹੀਂ ਕਰ ਸਕਦੀ, ਉਹ ਸਭ ਨੂੰ ਬਰਾਬਰ ਰੱਖਣਾ ਪੈਂਦਾ। ਤੇ ਮੈਂ ਕਿਹਾ ਉਹਨਾਂ ਦਾ ਇੱਕ, ਮੈਂ ਫਿਰ ਇਹਨੂੰ ਕੋਈ ਕਹੀ, ਮੈਂ ਕਿਹਾ ਜੀ ਮੈਂ ਸਾਰਿਆਂ ਨਾਲ ਗੱਲ ਕੀਤੀ। ਉਹ ਕਹਿੰਦੇ ਬੀਬੀ ਜੀ ਚਲੋ ਤੁਹਾਡਾ ਸੁਭਾਅ ਹੈਗਾ, ਤੁਸੀਂ ਇਹ 'ਚ ਕੰਮ ਬੜਾ ਕੀਤਾ ਕਰੋਨਾ 'ਚ ਵੀ, ਦੂਜਾ ਵੀ,
ਹੁਣ ਤੁਸੀਂ ਜੇ ਕਿਤੇ ਤੁਸੀਂ ਆ ਜਾਓ ਨਾ ਜੀ, ਫਿਰ ਅਸੀਂ ਸਾਰੇ ਸਰਬਸੰਮਤੀ ਕਰ ਲਾਂਗੇ ਵੀ ਅਸੀਂ ਵੱਖਰਾ ਨਹੀਂ ਖੜਾ ਕਰਦੇ। ਮੈਂ ਇੰਨੀ ਕਿ ਗੱਲ ਕਹੀ, ਮੈਂ ਕਿਹਾ ਜੀ ਉਹ ਕਹਿੰਦੇ ਆ ਕਿ ਜੇ ਤੁਸੀਂ ਸਰਬਸੰਮਤੀ ਹੋ ਜਾਂਦੀ, ਮੈਂ ਕਿਹਾ ਜੇ ਤੁਸੀਂ ਕਹੋ ਤੇ ਮੈਂ ਸੇਵਾ ਕਰਨ ਨੂੰ ਤਿਆਰ ਹਾਂ, ਤੁਸੀਂ ਜੇ ਸੇਵਾ ਮੈਨੂੰ ਝੋਲੀ 'ਚ ਪਾ ਦਿਓ। ਤੇ ਮੈਨੂੰ ਕਹਿੰਦੇ ਕਿ ਮੈਂ ਤਾਮੀ ਨੂੰ ਬਣਾਉਣਾ। ਮੈਂ ਕਿਹਾ ਮੋਸਟ ਵੈਲਕਮ, ਬਣਾਓ ਜੀ ਸਦਕੇ। ਮੈਂ ਕਿਹਾ ਜੇ ਤੁਸੀਂ ਇੱਥੋਂ ਐਲਾਨ ਨਾ ਕਰੋ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਨਾ ਕਰੇ ਕੈਂਡੀਡੇਟ, ਅਸੀਂ ਉੱਥੇ ਜਾ ਕੇ ਨਾਂ ਪੇਸ਼ ਕਰੀਏ ਜਿੱਦਾਂ ਅਸੀਂ ਕਰਦੇ ਹੁੰਦੇ ਹਾਂ ਵੀ ਲਿਫਾਫੇ 'ਚੋਂ ਨਾਂ ਕੱਢੀਏ, ਲਿਫਾਫੇ ਮਤਲਬ ਤੁਸੀਂ ਸਾਨੂੰ ਲਿਖ ਕੇ ਨਾ ਭੇਜਿਓ, ਅਸੀਂ ਉੱਥੇ ਜਾ ਕੇ ਪਹਿਲਾਂ ਇਹਦਾ ਨਾਂ ਪੇਸ਼ ਕਰ ਦੇਣ, ਦੂਜਾ ਨਾਂ ਵਿਰੋਧੀਆਂ ਨੇ ਤਾਂ ਕਰਨਾ ਹੀ ਹੈ। ਇਹ ਨਾ ਹੋਵੇ ਕਿ ਸਾਡੇ ਮੈਂਬਰ ਵੀ ਉਹਨਾਂ ਨੂੰ ਵੋਟਾਂ ਪਾ ਦੇਣ, ਅੱਗੇ ਉਹਨੂੰ 19 ਪਈਆਂ ਸੀ ਕਿਤੇ 50 ਨਾ ਹੋ ਜਾਣ। ਤੇ ਜੇ ਤੁਸੀਂ ਅੱਜ ਇਦਾਂ ਕਰ ਲੋਗੇ ਤੇ ਮੈਂ ਵੀ ਉੱਥੇ ਆਪਣਾ ਨਾਂ ਪੇਸ਼ ਕਰਾ ਦਾਂਗੀ। ਤੇ ਜੇ ਤੁਹਾਡਾ ਜੇ ਮਨ ਹੈਗਾ ਇਹਨੂੰ ਜਿਤਾਉਣ ਦਾ, ਤੁਸੀਂ ਅੰਦਰ ਖਾਤੇ ਮੈਂਬਰਾਂ ਨੂੰ ਕਹਿ ਦਿਓ। ਜਿੱਦਾਂ ਮੈਂ ਇੱਕ ਐਗਜ਼ਾਮਪਲ ਦੇਤੀ, ਮੈਂ ਕਿਹਾ ਜਿਵੇਂ ਖੜਗੇ ਨੂੰ ਬਣਾ ਲਿਆ ਉਹਨਾਂ ਨੇ, ਤੇ ਮੈਂ ਕਿਹਾ ਤੁਸੀਂ ਵੀ ਇੱਦਾਂ ਕਰ ਲਿਓ ਜੇ ਤੁਹਾਡੇ ਮਨ 'ਚ ਹੈਗਾ। ਤੇ ਮੈਂ ਕਹਿੰਦੇ ਤੁਸੀਂ ਹਾਰ ਜਾਓਗੇ, ਤੁਹਾਡਾ ਸਟੇਟਸ ਕੀ ਰਹੂਗਾ? ਮੈਂ ਕਿਹਾ ਕੋਈ ਨਹੀਂ, ਫਿਰ ਕੀ ਹੋ ਗਿਆ, ਸਟੇਟਸ ਕਾਹਦੇ? ਸਿੱਖਾਂ ਵਿੱਚ ਤੇ ਗੱਲ ਜਾਏਗੀ ਵੀ 2 ਕੈਂਡੀਡੇਟ ਲੜੇ ਸੀਗੇ ਤੇ ਐਤਕੀ ਲਿਫਾਫੇ 'ਚੋਂ ਨਹੀਂ ਨਿਕਲਿਆ, ਆਪਣੇ ਆਪ ਲੜੇ ਸੀ, ਇੱਕ ਹਾਰ ਗਿਆ, ਇੱਕ ਜਿੱਤ ਗਿਆ। ਇਹਦਾ ਮਤਲਬ ਪਹਿਲਾਂ ਲਿਫਾਫੇ 'ਚੋਂ ਨਿਕਲਦਾ ਰਿਹਾ ਪ੍ਰਧਾਨ ਜੀ, ਸਾਡੇ ਨਾਂ ਆਪਣੇ ਨਿਕਲਦੇ ਰਹੇ ਜੀ। ਮੈਂ ਕਿਉਂ ਕਹਾਂ ਨਹੀਂ ਨਿਕਲਦੇ ਰਹੇ? ਤੁਸੀਂ ਲਿਫਾਫੇ ਵਾਲੇ ਮੈਂ ਖੋਲਦੀ ਰਹੀ ਹਾਂ ਜੀ ਲਿਫਾਫਾ, ਮੈਂ ਖੋਲਦੀ ਰਹੀ ਲਿਫਾਫਾ ਹਮੇਸ਼ਾ ਹੀ, ਖੋਲ ਕੇ ਵਿੱਚੋਂ ਕੱਢੀ ਦਾ ਸੀ ਕਿਹਦਾ ਨਾਂ ਆਇਆ, ਕਿਉਂਕਿ ਸਾਨੂੰ ਤਾਂ ਕਿਸੇ ਨੂੰ ਨਹੀਂ ਪਤਾ ਹੁੰਦਾ 12-1 ਵਜੇ ਤੱਕ। ਹਾਂ, ਜਿਹਨੂੰ ਬਣਾਉਣਾ ਹੁੰਦਾ ਸੀ ਉਹਨੂੰ ਮਾੜਾ ਜਿਹਾ ਇਸ਼ਾਰਾ ਦੇ ਦਿੰਦੇ ਹੁੰਦੇ ਸੀ ਸਵੇਰ ਨੂੰ ਜਾਂ ਰਾਤ ਨੂੰ, ਉੱਦਾਂ ਕਿਸੇ ਨੂੰ ਨਹੀਂ ਸੀ ਪਤਾ। ਜਿਹੜੀਆਂ ਗੱਲਾਂ ਤੁਸੀਂ ਹੁਣ ਕਹਿ ਰਹੇ ਹੋ ਕਿ ਮੈਂ ਇਹ ਕੰਮ ਕਰਨੇ ਸੀ, ਜੇ ਇਸ ਵਾਰੀ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਮਿਲਦੀ ਜੀ, ਉਸ ਤੋਂ ਪਹਿਲਾਂ ਵੀ ਤੁਸੀਂ ਕਈ ਮਰਤਬਾ ਪ੍ਰਧਾਨ ਰਹੇ ਗਏ, ਉਹ ਕੰਮ ਪਹਿਲਾਂ ਵੀ ਕੀਤੇ ਜਾ ਸਕਦੇ ਸੀ। ਫੋਰ ਐਗਜ਼ਾਮਪਲ ਜਦੋਂ ਪਹਿਲੀ ਵਾਰੀ ਔਰਤਾਂ ਨੂੰ ਕੀਰਤਨ ਕਰਨ ਦਾ ਜਿਹੜਾ ਹੈ ਸੁਭਾਗ ਹਾਸਲ ਤੁਹਾਡੇ ਸਮੇਂ ਦੇ ਵਿੱਚ ਵੀ ਹੋ ਸਕਦਾ ਸੀ। ਦੇਖੋ, ਮੈਂ ਤੇ ਅਖਬਾਰ 'ਚ ਖਬਰ ਦਿੱਤੀ ਸੀ, ਅਖਬਾਰ 'ਚ ਬਿਆਨ, ਵੀ ਜਿਹੜੀਆਂ ਵੀ ਬੀਬੀਆਂ ਕੀਰਤਨ ਵਿੱਚ ਮੁਹਾਰਤ ਰੱਖਦੀਆਂ ਉਹ ਕਿਰਪਾ ਕਰਕੇ ਸੰਪਰਕ ਕਰਨ। ਮੈਂ ਬਲਜੀਤ ਕੌਰ ਖਾਲਸਾ ਅਜੇ ਵੀ ਜਿਉਂਦੀ ਜਾਗਦੀ ਹੈ, ਮੈਂ ਉਹਨੂੰ ਟੈਲੀਫੋਨ ਕੀਤਾ, ਮੈਂ ਕਿਹਾ ਬਲਜੀਤ, ਜੇ ਕਿਤੇ ਇੱਕ ਟੋਕਨ ਮਾਤਰ ਕਿਤੇ ਤੇਰੇ ਕੋਲੋਂ ਕੋਈ 2 ਸ਼ਬਦ ਵੀ ਪੜਾਉਣੇ ਹੋਣ, ਮਤਲਬ ਇੱਕ ਦੱਸਣ ਲਈ ਵੀ ਮਰਿਆਦਾ ਆਪਣੀ ਬੱਚੇ ਕੀਤੀ ਹੈ, ਤਾਂ ਫਿਰ ਕਹਿੰਦੇ ਨਹੀਂ ਮੈਂ ਨਹੀਂ ਕਰਨਾ। ਮੈਨੂੰ ਬੀਬੀਆਂ ਕਹਿਣ ਲੱਗ ਪਈਆਂ ਵੀ ਤੁਸੀਂ ਕਿਉਂ ਇਹ ਬਿਆਨ ਦਿੰਦੇ ਹੋ? ਮੈਂ ਕਿਹਾ ਚਲੋ, ਪਰ ਇੱਕ ਗੱਲ ਹੈ, ਮੈਨੂੰ ਕਿਸੇ ਨੇ ਸੰਪਰਕ ਨਹੀਂ ਕੀਤਾ, ਮੈਂ ਅੱਜ ਵੀ ਕਹਿੰਦੀ ਹਾਂ ਜੀ, ਕਿਸੇ ਨੇ। ਹੁਣ ਜੇ ਉਹਦੀ ਦੇਖੋ ਸਿੱਖ ਕੋਡ ਵੀ ਦੇਖਣਾ ਪਊ, ਉੱਥੇ ਕਿੰਨੀ ਬਾਣੀ ਕੰਠ ਹੈ ਉਹ ਵੀ ਦੇਖਣੀ ਪਊ, ਕਿੰਨਾ ਤਜਰਬਾ ਉਹ ਵੀ ਦੇਖਣਾ ਪਊ। ਉੱਥੇ 10 ਸਾਲ ਦਾ ਤਜਰਬਾ ਬਾਅਦ ਦੇਖਣਾ ਪੈਂਦਾ ਵੀ ਬਾਣੀ ਬਿਲਕੁਲ ਕੰਠ ਹੋਣੀ ਚਾਹੀਦੀ ਹੈ। ਆਸਾ ਜੀ ਦੀ ਵਾਰ 3 ਸਿਖਾਈ ਜਾ ਸਕਦੀ ਹੈ, ਇਸ ਗੱਲ ਤੇ ਮੈਂ ਆ ਰਹੀ ਹਾਂ। ਦੇਖੋ, ਜਦੋਂ ਵੀ ਮੈਨੂੰ ਸਮਾਂ ਮਿਲਿਆ 1 ਸਾਲ ਤੋਂ ਵੱਧ ਨਹੀਂ ਮਿਲਿਆ। ਹੁਣ 1 ਸਾਲ ਦੇ ਵਿੱਚ ਬੰਦਾ 3 ਮਹੀਨੇ 4 ਦਿਨ ਨਿਕਲ ਜਾਂਦੇ, ਪਿਛਲੇ ਹੀ ਸਾਰੇ ਕੰਮਾਂ ਨੂੰ ਸਿੱਧੇ ਸੁੱਧੇ ਕਰਦੇ ਆ। 2-3 ਮਹੀਨੇ ਕੰਮ ਕਰਨ ਦਾ ਮੌਕਾ ਮਿਲਦਾ, ਉਹਦੇ 'ਚ ਵੀ ਫਿਰ ਅਗਲਾ ਵੀ ਸ਼ੁਰੂ ਹੋ ਜਾਂਦਾ ਜੀ। ਮੈਂ ਇੱਕ ਗੱਲ ਹਮੇਸ਼ਾ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਵੀ ਪ੍ਰਧਾਨ ਬਣੇ ਉਹਨੂੰ ਘੱਟੋ ਘੱਟ 5 ਸਾਲ ਦਾ ਸਮਾਂ ਹੋਣਾ ਚਾਹੀਦਾ। ਜੇ ਉਹ ਨਹੀਂ ਕੰਮ ਕਰਦਾ, ਨਹੀਂ ਗਲਤੀ ਕਰਦਾ ਤੇ ਉਹਨੂੰ ਚੇਂਜ ਕਰ ਦਿਓ। ਨਹੀਂ, ਮੈਂ ਤਾਂ ਸਵਾਲ ਨਾ ਉਸ ਸੰਦਰਭ ਦੇ ਵਿੱਚ ਪੁੱਛਿਆ ਕਿਉਂਕਿ ਅਕਸਰ ਹੀ ਅਸੀਂ ਸੁਣਦੇ ਆਏ ਹਾਂ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ। ਮੈਂ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਕੀਰਤਨ ਕਰਾਇਆ, ਉਹਨੂੰ ਹਰਮੰਦਰ ਸਾਹਿਬ ਦੀ ਸਟੇਜ ਕਹਿੰਦੇ ਆ, ਠੀਕ ਹੈ ਜੀ। ਜਦੋਂ ਵੀ ਮੇਰਾ ਸਮਾਂ ਆਇਆ ਮੈਂ ਉੱਥੇ ਕੀਰਤਨ ਵੀ ਕਰਾਇਆ, ਉੱਥੇ ਕਥਾ ਵੀ ਕਰਾਈ। ਇਸ ਵਾਰ ਵੀ ਪੂਰਾ ਦਿਨ ਇਸਤਰੀ ਸੰਮੇਲਨ ਕਰਾਇਆ। ਮੈਨੂੰ ਪਤਾ ਸੀ ਗਿਆਨੀ ਜਗਤਾਰ ਸਿੰਘ ਜੀ ਇਸ ਗੱਲ ਦਾ ਗੁੱਸਾ ਕਰਦੇ ਸੀਗੇ। ਪ੍ਰਚਾਰਕ ਸਾਡੀ ਤਾਬਿਆ ਤੇ ਬੈਠੀ, ਉਹਨੇ ਗਾਲਾਂ ਕੱਢ ਕੇ ਸਕੱਤਰਾਂ ਨੂੰ ਤੇ ਉਹਨਾਂ ਨੂੰ ਕਿਹਾ ਕਿ ਜਾਓ ਠਾ ਕੇ ਆਓ। ਕਿਹਨਾਂ ਨੇ? ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੀ। ਉਹ ਮੇਰੇ ਕੋਲ ਆਣ, ਮੈਂ ਕਿਹਾ ਨਹੀਂ ਉੱਠੇਗੀ, ਮੈਂ ਉੱਠਣ ਨਹੀਂ ਦਿੱਤੀ ਕੁੜੀ। ਫਿਰ ਉਹ ਕਹਿੰਦੇ ਬੀਬੀ ਜੀ ਬਹੁਤ ਬੁਰੀਆਂ ਸਾਨੂੰ ਗਾਲਾਂ ਕੱਢਦੇ ਆ, ਰੱਬ ਦੇ ਵਾਸਤਾ ਵੀ ਇਹਨੂੰ ਤਾਬਿਆ ਤੋਂ ਉਠਾ ਦਿਓ। ਮੈਂ ਕਿਹਾ ਪ੍ਰਚਾਰਕ ਇਹ SGPC ਦੀ ਮੈਂ ਹੀ, ਪਰ ਇੱਕ ਗੱਲ ਤੁਹਾਨੂੰ ਦੱਸਾਂ ਜੀ, ਢਾਡੀ ਪ੍ਰਚਾਰਕ SGPC 'ਚ ਬੀਬੀ ਜਗੀਰ ਕੌਰ ਨੇ ਪਹਿਲਾਂ ਭਰਤੀ ਕੀਤੀਆਂ, ਮੁਲਾਜ਼ਮ ਵੀ ਸਭ ਤੋਂ ਵੱਧ ਜਿਹੜੀਆਂ ਬੀਬੀਆਂ ਦੀ ਭਰਤੀ ਹੈ ਨਾ ਜੀ, ਉਹ ਤਕਰੀਬਨ ਮੇਰੇ ਵੱਲੋਂ ਸ਼ੁਰੂ ਹੋਈ। ਮੈਂ ਗੱਲ ਹੋਰ ਅੱਗੇ ਤੋਰਦਾ, ਮੈਂ ਗੱਲ ਕਰਨ ਲੱਗੀ, ਉਹਨੇ ਕਰਤੀ। ਮੈਂ ਕਿਹਾ ਜੀ ਮੈਂ ਤੇ ਅਰਦਾਸ ਵੀ ਆਪ ਕਰਨੀ ਆ, ਮੈਂ ਤੇ ਅਰਦਾਸ ਕਰਨੀ ਚਾਹਨੀ। ਕੱਲ ਕੀ ਹੈ, ਕਿਉਂ ਫਿਰ ਤੁਸੀਂ ਕਿਉਂ ਬੋਲਦੇ ਹੋ ਸੋ ਕਿਉਂ ਮੰਦਾ ਆਖੀਏ ਜਿੱਤ ਜਾ ਮੇਰਾ ਜਾਨ? ਇੱਥੇ ਜੀ ਉਹ ਬੈਠੇ ਹੀ ਉਸ ਤਰ੍ਹਾਂ ਦੇ ਲੋਕ ਹੈ ਜਿਹੜੇ ਕਰਨ ਹੀ ਨਹੀਂ ਦਿੰਦੇ। ਮੈਂ ਆਪ ਕੀਰਤਨ ਕੀਤਾ ਜੀ ਉੱਥੇ ਕਿ 400 ਸਾਲਾਂ ਦੇ ਉੱਤੇ ਆਪ ਬੈਠ ਕੇ ਕੀਰਤਨ ਕੀਤਾ। ਮੈਂ ਇਹ ਦੱਸਣਾ ਚਾਹੁੰਦੀ ਸੀ ਲੋਕਾਂ ਨੂੰ ਵੀ ਇਹ
ਗੁਰੂ ਰਾਮਦਾਸ ਦੇ ਹਰਮੰਦਰ ਸਾਹਿਬ ਦੀ ਸਟੇਜ ਕਹੀ ਜਾਂਦੀ ਹੈ ਵੱਡੀ, ਇਸ ਕਰਕੇ ਉੱਥੇ ਤੇ ਕਮ ਸੇ ਕਮ ਕੀਰਤਨ ਕਰਨ, ਅਕਾਲ ਤਖਤ ਦੇ ਸਾਹਮਣੇ ਵੀ ਕੀਰਤਨ ਕਰ ਲੈਂਦੀ ਹੈ, ਬਾਕੀ ਗੁਰਦੁਆਰੇ ਸਟੇਜਾਂ ਤੇ ਵੀ ਕਰਦੀਆਂ, ਕੋਈ ਐਸੀ ਗੱਲ ਨਹੀਂ ਹੈ, ਮਨਾਹੀ ਕੋਈ ਨਹੀਂ ਹੈ। ਉਹ ਸਿਰਫ ਹਰਮੰਦਰ ਸਾਹਿਬ ਦੇ ਅੰਦਰ ਜਦ ਤੱਕ ਪਰਪੱਕਤਾ ਨਹੀਂ ਹੁੰਦੀ, ਜਦ ਤੱਕ ਸਾਡੇ ਕੋਲ ਸਪਲਾਈ ਨਹੀਂ ਆਉਂਦੀ, ਤੇ ਅਸੀਂ ਡਿਮਾਂਡ ਕਿੱਦਾਂ ਪੂਰੀ ਕਰੀਏ? ਗੱਲਾਂ ਦੇਖੋ ਆਪਾਂ ਕਹਿਣਾ ਬੜਾ ਸੌਖਾ, ਕਈ ਵਾਰੀ ਪੋਲੀਟੀਕਲੀ ਮੈਂ ਵੀ ਕਹਿ ਸਕਦੀ ਹਾਂ, ਪਰ ਇਹਨੂੰ ਪੂਰਾ ਕਰਨ ਵਾਸਤੇ ਪਹਿਲਾਂ ਉਹਦਾ ਸਿੱਖ ਕੋਡ ਦੇ ਨਾਲ ਉਹਦੀ ਬਾਣੀ ਕੰਠ ਸਭ ਕੁਝ ਹੁੰਦਾ ਹੈ। ਹੁਣ ਜਿਹੜੇ ਸਾਡੇ ਅਸੀਂ ਉੱਥੇ ਲਾਉਂਦੇ ਹਾਂ ਜੀ 4-4 ਘੰਟੇ ਸਵੇਰੇ ਆਸਾ ਦੀ ਵਾਰ ਲੱਗਦੀ, ਜਦੋਂ ਦੱਸੋ ਕਿੱਦਾਂ ਇੰਨਾ ਲੰਬਾ ਸਮਾਂ ਬਹਿ ਕੇ ਕੀਰਤਨ ਕਰਨਾ, ਜਵਾਨੀ ਕਰਨਾ, ਫਿਰ ਉੱਥੇ ਕਿਹੜੀ ਬਾਣੀ ਕਰਨੀ ਹੈ, ਕਿਹੜੇ ਪੈਰ ਦੀ ਬਾਣੀ ਹੈ, ਸਾਰਾ ਕੁਝ ਤੇ ਯਾਦ ਹੋਣਾ ਚਾਹੀਦਾ। ਇਹ ਤਾਂ ਨਹੀਂ ਵੀ ਜੇ ਕਿਸੇ ਨੇ ਮੇਰੇ ਵਰਗੀ ਨੇ 10 ਸ਼ਬਦ ਯਾਦ ਕਰ ਲਏ ਤੇ ਮੈਂ ਉੱਦਾਂ ਤੇ ਕਰ ਸਕਦੀ ਹਾਂ, ਪਰ ਉੱਥੇ ਨਹੀਂ ਨਾ ਕਰ ਸਕਦੀ। ਅੱਛਾ, ਤੁਸੀਂ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦੇ ਹੋ? ਅੱਗੇ ਕੋਈ ਵਿਚਾਰ ਹੈ ਚੋਣਾਂ ਲੜਨ ਦਾ? ਨਹੀਂ, ਜੋ ਮੈਂ ਛੱਡੀਆਂ ਕਦੋਂ? ਨਹੀਂ, ਵੈਸੇ ਮੈਂ ਪੁੱਛਦਾ ਵੀ ਹੈ ਚੋਣਾਂ ਵੀ ਲੜਾਂਗੇ। ਦੇਖੋ ਮੇਰੀ ਨਾ ਆਉਣ ਵਾਲਾ ਪਲਾਨ ਜਿਹੜਾ ਹੁੰਦਾ ਮੈਂ ਗੁਰੂ ਸਾਹਿਬ ਤੇ ਛੱਡਦੀ ਹਾਂ। ਨਹੀਂ, ਇੱਕ ਮਨ ਦੀ ਤੇ ਦੇਖੋ ਜੀ, ਮੈਂ SGPC ਵਿੱਚ ਮੇਰੀ ਸਭ ਤੋਂ ਜ਼ਿਆਦਾ ਜਿਹੜਾ ਚਾਅ ਹੈ ਨਾ ਜੀ, ਉਹ ਧਾਰਮਿਕ ਸੰਸਥਾ 'ਚ ਸੇਵਾ ਕਰਨ ਦਾ ਬਹੁਤਾ ਹੈ, ਜਿਹੜੀ ਮੇਰੇ ਮਨ 'ਚ ਹੈ। ਤੇ ਜਿਹੜਾ ਦੂਜਾ ਹੈਗਾ, ਉਹ ਮੇਰੀ ਇੱਕ ਲੋੜ ਹੈ ਲੋਕਾਂ ਦੀ, ਮੇਰੇ ਇਲਾਕੇ ਦੇ ਲੋਕ ਵੀ ਜਿਹੜੇ ਹੈ, ਜਾਂ ਮੇਰੀ ਇਹ ਕਹਿ ਲਓ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਉਪਾਸ਼ਕ ਜਾਂ ਸਾਡੇ ਲੋਕ ਜਿਹੜੇ ਆ, ਉਹ ਚਾਹੁੰਦੇ ਹੁੰਦੇ ਕਿ ਬੀਬੀ ਜੀ ਘਰੇ। ਤੇ ਮੈਨੂੰ ਵੀ ਚਾਹ ਕਿ ਚਲੋ ਮੈਂ ਲੋਕਾਂ, ਕਿਉਂਕਿ ਮੈਨੂੰ ਜੋ ਤੋਰਿਆ ਸੀ ਨਾ ਜਦ ਅਕਾਲ ਤਖਤ ਸਾਹਿਬ ਦੇ ਸੀ ਦਰਸ਼ਨ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ, ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ 1938 1937 1946 'ਚ ਅਨਡਿਵਾਈਡਡ ਕੰਟਰੀ 'ਚ 2 ਵਾਰੀ MLA ਬਣੇ, 28 ਸਾਲ ਮੈਂਬਰ SGPC ਰਹੇ। ਠੀਕ ਹੈ ਜੀ, ਮੇਰੇ ਸਹੁਰਾ ਸਾਹਿਬ MLA ਵੀ ਬਣੇ, ਮਿਨਿਸਟਰ ਵੀ ਬਣੇ, ਤੇ ਮੈਂਬਰ SGPC ਵੀ ਬਣੇ, ਸੰਤ ਵੀ ਰਹੇ। ਸਾਡਾ ਅਸਥਾਨ ਹੀ ਸੰਤ ਸਿਪਾਹੀ ਦਾ, ਇਸ ਕਰਕੇ ਉਹਦੀ ਪਰੰਪਰਾ ਨੂੰ ਬਹਾਲ ਕਰਾਈ ਰੱਖਣਾ, ਉੱਥੋਂ ਦੇ ਸਥਾਨ ਦੀ ਜਿਹੜੀ ਰਾਜਨੀਤਿਕ ਤੌਰ ਦੇ ਉੱਤੇ ਵੀ ਸੇਵਾ ਤੇ ਧਾਰਮਿਕ ਵੀ ਸੇਵਾ ਨਾ ਜੀ, ਉਹ ਮੈਂ ਝੋਲੀ 'ਚ ਪਾਈ ਹੋਈ ਹੈ, ਔਰ ਉਹ ਕਰਾਂਗੀ। ਤੇ ਇਹ ਕਿਉਂ ਕਰਦੀ ਹੈ? ਕਿਉਂਕਿ ਮੈਨੂੰ ਸਿੰਘ ਸਾਹਿਬ ਨੇ ਕਿਹਾ ਸੀ ਵੀ ਤੂੰ ਕਿਉਂ ਡਰਦੀ ਹੈ ਵੀ ਮੈਂ ਚੋਣਾਂ ਨਹੀਂ ਲੜਨੀਆਂ ਰਾਜਨੀਤਿਕ। ਮੈਂ ਕਿਹਾ ਮੈਂ ਸੋਚਦੀ ਵੀ ਕਰਪਸ਼ਨ ਦਾ ਬੜਾ ਜ਼ੋਰ ਹੁੰਦਾ, ਗਾਲਾਂ, ਲੋਕਾਂ ਦੇ ਵਿਰੋਧਤਾ ਬੜੀ ਹੁੰਦੀ ਹੈ, ਇਹ ਹੈ ਉਹ ਮਾੜੇ ਕੰਮ ਹੁੰਦੇ। ਉਹ ਕਹਿੰਦੇ ਕਿ ਸੰਤ ਪ੍ਰੇਮ ਸਿੰਘ ਨੇ ਸਾਰੀ ਉਮਰ ਚਿੱਟੀ ਚੌਧਨ ਦਾਗ ਨਹੀਂ ਲੱਗਣ ਦਿੱਤਾ, ਬਾਬਾ ਹਰਨਾਮ ਸਿੰਘ ਨਹੀਂ ਲੱਗਣ ਦਿੱਤਾ, ਤੂੰ ਵੀ ਇਹਦੇ 'ਚ ਵੜ, ਜੈਸੇ ਜਲ ਮੈਂ ਕਮਲ ਅਲੇਪ। ਜੇ ਤੂੰ ਇਹਦੇ ਵਿੱਚ ਕੰਮ ਨਹੀਂ ਕਰੇਂਗੀ, ਤੈਨੂੰ ਕਿੱਦਾਂ ਪਤਾ ਲੱਗੇਗੀ, ਸਾਨੂੰ ਕਿੱਦਾਂ ਪਤਾ ਲੱਗੂ ਤੂੰ ਇਨਸਾਨ ਕਿੱਦਾਂ ਦੀ? ਸੋ ਇਸ ਕਰਕੇ ਤੈਨੂੰ ਇਹ ਕਰਨਾ ਚਾਹੀਦਾ। ਮੈਂ ਕੀਤੀ ਹੈ, ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ, ਸਕੂਨ ਹੈ ਕਿ ਮੈਂ ਜਦੋਂ ਤੋਂ ਲੈ ਕੇ ਤੁਰੀ ਹਾਂ ਅੱਜ ਤੱਕ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਚਿੱਕੜ ਵਿੱਚ ਨਾ ਫਸਾਂ। ਮੈਂ ਇਹ ਤਾਂ ਪੁੱਛਿਆ ਸੀ ਸਵਾਲ ਜੀ, ਤੁਸੀਂ ਉਦੋਂ ਚੋਣ ਲੜ ਕੇ ਚੋਣ ਹਾਰੇ ਜਦੋਂ ਸੁਖਪਾਲ ਖਹਿਰੇ ਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਤਮਾਮ ਪਾਰਟੀਆਂ ਦਾ, ਤਮਾਮ ਹਲਕੇ ਦੇ ਲੀਡਰਾਂ ਦਾ, ਔਰ ਚਾਹੇ ਉਹ ਦੂਸਰੀ ਪਾਰਟੀਆਂ ਦੇ ਵਿੱਚ ਵੀ ਸੀ, ਤੇ ਤੁਹਾਡੇ ਕੋਲ ਥਾਪੜਾ ਅਕਾਲੀ ਦਲ ਤੋਂ ਬਿਨਾਂ ਬਾਹਰਲੀ ਦੂਜੀ ਪਾਰਟੀਆਂ ਦੇ ਲੀਡਰਾਂ ਦਾ ਵੀ ਸੀ। ਪਰ ਅੱਜ ਤੁਹਾਡੇ ਕੋਲ ਅਕਾਲੀ ਦਲ ਵੀ ਅੱਜ ਅਕਾਲੀ ਦਲ ਵੀ ਨਹੀਂ ਹੈ। ਸਾਡੇ ਇਲਾਕੇ ਦਾ ਸਿਸਟਮ ਹੋਰ ਤਰ੍ਹਾਂ ਦਾ ਜੀ। ਹਾਂਜੀ, ਸਾਡੇ ਕੋਈ ਬਾਹਰਲੇ ਬੋਲੇ ਥਾਪੜੇ ਜਿੰਨੇ ਮਰਜ਼ੀ ਕਰੀ ਜਾਣ, ਕੋਈ ਕਿਸੇ ਦਾ ਥਾਪੜਾ ਨਹੀਂ ਕੋਈ ਮੰਨਦਾ ਉੱਥੇ। ਸਾਡੇ ਜਾਂ ਵੋਟ ਪੈਣੀ ਹੁੰਦੀ ਹੈ ਸੁਖਪਾਲ ਸਿੰਘ ਖਹਿਰੇ ਨੂੰ, ਜਾਂ ਪੈਣੀ ਹੁੰਦੀ ਮੈਨੂੰ। ਸੱਚਾਈ ਮੈਂ ਤੁਹਾਨੂੰ ਦੱਸਣ ਲੱਗੀ, ਸਾਡੇ ਦੋਵਾਂ ਦਾ ਹੀ ਨਾਂ ਰਹਿੰਦਾ। ਤੀਜਾ ਬੰਦਾ ਅਜੇ ਕਿਸੇ ਨੂੰ 1600 ਪੈਂਦੀ, ਕਿਸੇ ਨੂੰ 900 ਪੈਂਦੀ, ਕਿਸੇ ਨੂੰ 600 ਪੈਂਦੀ। ਇਹ ਰਿਕਾਰਡ ਕੱਢ ਕੇ ਵੇਖ ਲਓ। ਪਿੱਛੇ ਜਿਹੜਾ ਸੀ ਨਾ ਜੀ, ਇਹ ਇੱਕ ਤੇ ਇਹਨਾਂ ਨੂੰ ਸਿੰਪਥੀ ਲੋਕਾਂ ਦੇ ਮਨ 'ਚ ਆ ਗਈ। ਇਹਨਾਂ ਲੋਕਾਂ 'ਚ ਜਾ ਕੇ ਕਿਹਾ ਕਿ ਮੈਂ ਖਤਮ ਹੋ ਜਾਊਂਗਾ, ਵੀ ਮੇਰੇ ਤੇ ED ਦਾ ਕੇਸ ਪੈ ਗਿਆ, ਜੇ ਮੈਂ ਜਿੱਤਦਾ ਤੇ ਮੈਨੂੰ ਉੱਥੋਂ ਰਾਹਤ ਮਿਲਦੀ ਹੈ। ਸੈਕੰਡਲੀ ਜਿਹੜਾ ਮੈਂ ਸਮਝਦੀ ਤੁਸੀਂ ਜਿਹੜੀ ਕਹਿੰਦੇ ਵੀ ਕੇਸ 'ਚ ਫਸਿਆ ਸੀਗਾ, ਇਹਦੇ ਨਾਲ ਉਹਦੀ ਸਿੰਪਥੀ ਵੀ ਗਈ ਉਹਨੂੰ ਥੋੜ੍ਹੀ ਬਹੁਤੀ। ਇਹ ਨਹੀਂ ਕੋਈ ਗੱਲ ਕਿ ਬਿਲਕੁਲ ਲੋਕਾਂ ਨੇ ਕਹਿ ਦਿੱਤਾ ਕਿੱਦਾਂ। ਦੂਜੀ ਗੱਲ, ਸਾਡੇ ਨਾਲ ਜੀ ਕਦੀ ਮਾਨ ਦਲ ਨੂੰ 400 ਤੋਂ ਵੱਧ 500 ਤੋਂ ਵੱਧ ਵੋਟ ਨਹੀਂ ਪਈ ਕਦੀ ਅੱਜ ਤੱਕ। ਜਦੋਂ ਮੈਂ ਪ੍ਰਧਾਨ ਸੀ, ਇੱਕ ਤੇ ਉਹਨਾਂ ਨੇ ਮਾਨ ਸਾਹਿਬ ਦੇ ਬੰਦਿਆਂ ਨੂੰ ਉੱਥੇ ਧਰਨਾ ਲਾਈ ਰੱਖਿਆ ਪਰੇ ਪਾਸੇ ਦੇ, ਔਰ ਜਿਹੜੇ ਲੋਕ ਆਉਂਦੇ ਸੀ ਨਾ ਸਾਡੇ ਇਲਾਕੇ 'ਚ ਬਾਹਰ ਬਹੁਤ ਜਾਂਦੇ ਆ, ਉਹ 1.5 ਲੱਖ ਰੁਪਈਆ ਲੈ ਕੇ, 1.25 ਲੱਖ ਰੁਪਈਆ ਲੈ ਕੇ ਚਿੱਠੀਆਂ ਬਣਾ ਕੇ ਦਿੰਦੇ, ਇੱਕ ਪੱਕੇ ਹੁੰਦਾ। ਉੱਥੋਂ ਲੋਕਾਂ ਨੇ ਚਿੱਠੀਆਂ ਲੈ ਕੇ ਨੇ ਜੀ ਆਪਣੇ ਬੱਚਿਆਂ ਨੂੰ ਉੱਥੇ ਪੱਕੇ ਕਰਵਾਉਣ ਲਈ ਭੇਜੀਆਂ। ਹੁਣ ਉਹ ਸਾਰੇ ਟੈਲੀਫੋਨ ਨੰਬਰ ਉਹਨਾਂ ਕੋਲ ਸੀ। ਇੱਕ ਉਦੋਂ ਦੀਪ ਸਿੱਧੂ ਦੀ ਮੌਤ ਹੋ ਗਈ ਹੈ ਨਾ, ਉਹ ਬੜਾ ਰੌਲਾ ਪੈ ਗਿਆ ਵੀ ਦੀਪ ਸਿੰਘ ਸਿੱਧੂ ਦੀ ਗੱਲ ਚੱਲ ਪਈ। ਜਦੋਂ ਸਾਡੇ ਇਲਾਕੇ 'ਚ ਕਦੀ 400 ਤੋਂ ਵੱਧ ਵੋਟ ਨਹੀਂ ਸੀ ਪਈ ਸੀ। ਤੁਸੀਂ ਹੈਰਾਨ ਹੋਵੋਗੇ 9000 ਵੋਟ ਪੈ ਗਈ। ਕਿਹਦੀ? ਅਕਾਲੀਆਂ ਦੀ। ਅਕਾਲੀਆਂ ਨੇ ਇੱਕ ਬਾਹਰੋਂ ਮੁੰਡੇ ਇਹ ਗੱਲ ਕਹਿੰਦੇ ਸੀ, ਇੰਗਲੈਂਡ, ਯੂਰਪ ਜਾਂ ਅਮਰੀਕਾ, ਕੈਨੇਡਾ ਤੋਂ, ਉਹ ਕਹਿੰਦੇ ਸੀ ਬਾਦਲਾਂ ਨੂੰ, ਉਹ ਕਹਿੰਦੇ ਬੀਬੀ ਨੂੰ ਵੋਟ ਅਸੀਂ ਚਾਹੁੰਦੇ ਹਾਂ ਪਾਓ, ਲੇਕਿਨ ਬਾਦਲਾਂ ਨੂੰ ਨਹੀਂ ਪਾਣੀ। ਤੁਸੀਂ ਹੈਰਾਨ ਹੋਵੋਗੇ ਕਿ ਉਹ ਕਹਿੰਦੇ, ਅੱਜ ਵੀ ਕਹਿੰਦੇ ਆ
ਕਹਿੰਦੇ ਬੀਬੀ ਜੀ ਕਈ ਘਰਾਂ 'ਚ ਜੋਰ ਲਾ ਕੇ ਗਏ ਆ ਕਿ ਤੂੰ ਵੋਟਾਂ ਨਹੀਂ ਪਾਉਣ ਜਾਂਦੇ। ਕਹਿੰਦੇ ਜੀ ਬੀਬੀ ਨੂੰ ਪਾਉਣ ਨੂੰ ਜੀ ਕਰਦਾ, ਉਹਦੇ ਖਿਲਾਫ ਨਹੀਂ ਪਾਉਣ ਨੂੰ ਜੀ ਕਰਦਾ। 12 ਵੋਟਾਂ ਨੇ ਪਰ ਅਸੀਂ ਤਾਂ ਚੁੱਪ ਕਰਕੇ ਬੈਠੇ ਹਾਂ ਕਿ ਸਾਨੂੰ ਬਾਹਰੋਂ ਮੁੰਡੇ ਕਹਿੰਦੇ ਕਿ ਬਾਦਲ ਨੂੰ ਨਹੀਂ ਵੋਟ ਪਾਣੀ। ਹੈਰਾਨੀ ਦੀ ਗੱਲ ਨਹੀਂ, 8000 ਵੋਟ ਜੇ 9000 ਵੋਟ ਪਈ ਨਾ ਜੀ ਉੱਧਰ, ਮੈਂ ਇਸ ਦਾਅਵੇ ਨਾਲ ਕਹਿ ਸਕਦੀ 7500 ਵੋਟ ਉੱਤੇ ਅਕਾਲੀਆਂ ਦੀ ਸੀ। ਮੇਰੀ ਵੋਟ ਜਿਹੜੀ ਘਟਣ ਦਾ ਉਹਨੂੰ ਵੀ ਨਹੀਂ ਸੀ ਪਤਾ, ਸਰਦਾਰ ਸੁਖਪਾਲ ਸਿੰਘ ਖਹਿਰੇ ਨੂੰ ਵੀ ਨਹੀਂ ਸੀ ਪਤਾ ਕਿ ਵੋਟ ਮੈਨੂੰ ਮਤਲਬ ਮੇਰੀ ਘਟੇਗੀ। ਉਹ ਅੰਦਰ ਮੈਨੂੰ ਜਦੋਂ ਮਿਲੇ ਤਾਂ ਮੈਨੂੰ ਕਹਿੰਦੇ ਬੀਬੀ ਜੀ ਤੁਹਾਨੂੰ ਪਤਾ ਲੱਗ ਗਿਆ ਸੀਗਾ? ਮੈਂ ਕਿਹਾ ਜੀ ਨਹੀਂ ਮੈਨੂੰ ਪਤਾ ਨਹੀਂ ਸੀ ਕਿ ਮਾਨ ਦਲ ਨੂੰ ਇੰਨੀ ਵੋਟ ਪਈ। ਕਹਿੰਦੇ ਮੈਨੂੰ ਵੈਸੇ ਥੋੜ੍ਹਾ ਜਿਹਾ ਮਹਿਸੂਸ ਹੋ ਗਿਆ ਸੀਗਾ ਵੀ ਤੁਹਾਡੀ ਵੋਟ ਘੱਟ ਰਹੀ ਹੈ। ਮਤਲਬ ਕੋਈ ਕਾਰਨ ਬਣ ਜਾਂਦੇ ਆ ਜੀ। ਉਦੋਂ ਦੀਪ ਸਿੱਧੂ ਦਾ ਇੱਕ ਚੱਲ ਪਈ ਚਰਚਾ, ਦੂਸਰਾ ਜਿਹੜਾ ਸੀਗਾ ਕਿ ਬਾਦਲਾਂ ਦੇ ਖਿਲਾਫ ਇੰਨੀ ਵੇਵ ਚੱਲ ਪਈ, ਤੀਜਾ ਜਿਹੜੇ ਚੰਨੀ ਦੇ ਮੁੱਖ ਮੰਤਰੀ ਦਾ ਸੀ, ਸਾਡੇ ਬੱਲਾਂ ਵਾਲੇ ਸੰਤ ਉੱਥੇ ਹੈਗੇ ਨੇ ਬਾਬੇ, ਉਹਨਾਂ ਜਿੰਨੀ ਸਾਡੀ ਐਸਸੀ ਵੋਟ ਜਿਹੜੀ ਜੀ ਮੋਸਟਲੀ ਬਾਲਮੀਕ ਵੋਟ ਚੜ ਜਾਂਦੀ ਹੈ ਇਹਦੇ ਵਾਲੇ ਪਾਸੇ ਨੂੰ, ਕਾਂਗਰਸ ਵਾਲੇ ਪਾਸੇ ਨੂੰ। ਸੋ ਕਈ ਫੈਕਟਰ ਬਣ ਜਾਂਦੇ ਆ ਜੀ ਇਸ ਤਰ੍ਹਾਂ ਦੇ। ਹੋਰ ਕੋਈ ਇਹ ਨਹੀਂ ਕਿ ਸਾਡੇ ਕੋਈ ਜਿੱਦਾਂ ਮਰਜ਼ੀ ਵਿਰੋਧ ਤਾਂ ਬਾਹਰਲਾ ਕਰੇ, ਬਹੁਤਾ ਅਸਰ ਨਹੀਂ ਹੁੰਦਾ। ਚੋਣਾਂ ਲੜਨੀਆਂ ਨੇ, ਚੋਣਾਂ ਦੇ ਵਿੱਚ ਜਾਣਾ ਵੀ ਹੈ। ਤੁਸੀਂ ਇੱਕ ਗੱਲ ਪਹਿਲਾਂ ਕਲੀਅਰ ਕਰਤੀ ਹੈ ਕਿ ਮੈਂ ਅਕਾਲੀ ਸੀ ਤੇ ਅਕਾਲੀ ਹੀ ਰਹਾਂਗੀ, ਪਰ ਅਕਾਲੀ ਦਲ ਵੀ ਬਹੁਤ ਨੇ। ਹੁਣ ਉਹ ਕਿਹੜਾ ਅਕਾਲੀ ਦਲ ਹੋਏਗਾ? ਜਿਹੜਾ ਅਸਲੀ ਹੋਏਗਾ। ਕਿਉਂਕਿ ਅਸੀਂ ਅਸਲੀ ਕਿਉਂ ਕਹਿੰਦੇ ਆ, ਇਹ ਵੀ ਦੇਖਿਆ ਜਾਊਗਾ ਕਿ ਉਹ ਖੜਾ ਕਿਹਦੇ ਨਾਲ ਹੋਏਗਾ, ਇਹ ਦੇਖਿਆ ਜਾਏਗਾ। ਨਹੀਂ, ਖੜਾ ਕਿਹਦੇ ਨਾਲ ਹੋਏਗਾ ਉਹ ਤੇ ਬਾਅਦ ਦੀਆਂ ਗੱਲਾਂ ਨੇ। ਦੇਖੋ ਤੁਹਾਡਾ ਮਤਲਬ ਕਹਿੰਦਾ ਅਲਾਇੰਸ ਕਿਹਨਾਂ ਕਰੇਗਾ, ਇਹੋ ਹੀ ਹੈ ਨਾ ਜੀ। ਅਲਾਇੰਸ ਪਹਿਲਾਂ ਤਾਂ ਇੱਕ ਪਾਰਟੀ ਹੈ, ਉਹਨੂੰ ਸਟਰੋਂਗ ਕਿੱਦਾਂ ਕਰਨੀ, ਸੁਰਜੀਤ ਕਿੱਦਾਂ ਕਰਨੀ, ਇਹਦੇ ਲਈ ਸੰਘਰਸ਼ ਕਰਨਾ ਪੈਣਾ, ਜਿਹੜਾ ਮੈਂ ਇਸ ਵੇਲੇ ਕਰ ਰਹੀ ਹਾਂ ਥਾਂ ਥਾਂ ਦੇ ਉੱਤੇ ਜਾ। ਬੇਸਿਕ ਅਕਾਲੀ ਦਲ ਹੈ ਜਿਹੜਾ ਮੁੱਢਲਾ ਅਕਾਲੀ ਦਲ ਹੈ, ਉਹਨੂੰ ਕਿਉਂ ਨਹੀਂ ਮੁੜ ਸੁਰਜੀਤ ਕੀਤਾ ਜਾ ਸਕਦਾ? ਉਹਨੂੰ ਕਿਉਂ ਨਹੀਂ ਤਕੜਾ? ਉਹੀ ਕਰ ਰਹੇ ਹਾਂ ਜੀ, ਸ਼੍ਰੋਮਣੀ ਅਕਾਲੀ ਦਲ ਹੀ ਕਰਨਾ ਸੁਰਜੀਤ, ਅਸੀਂ ਹੋਰ ਕਿਤੇ ਬਾਹਰੋਂ ਲਿਆਉਣਾ। ਦੇਖੋ ਜਿਹੜੇ ਵਿੱਚ ਬੈਠੇ ਆ ਨਾ ਜੀ ਇਸ ਵੇਲੇ, ਉਹ ਕਿਵੇਂ ਹੋਏਗਾ? ਕੋਈ ਇੱਕ ਨੁਕਤਾ ਹੈ, ਕੋਈ ਜੁਗਤ ਦੱਸ ਦਿਓ ਕੋਈ। ਨਹੀਂ, ਅਸੀਂ ਜਿਹੜਾ ਦੇਖੋ ਸਾਡੇ ਏਜੰਡੇ ਕੀ ਨੇ, ਏਜੰਡੇ ਜਿਹੜੇ ਹੈ ਪੰਥਕ ਏਜੰਡੇ ਤੇ ਪੰਜਾਬ ਦੇ ਏਜੰਡੇ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ? ਮੈਂ ਕੀ ਕਹਿ ਸਕਦੀ ਜੀ, ਲੋਕ ਜਵਾਬ ਦੇਣਗੇ, ਇਹਦੇ ਲੋਕਾਂ ਤੇ ਹੈ ਡਿਪੈਂਡ ਕਰਦਾ। ਮੈਂ ਕਹੀ ਜਾਊਂਗੀ ਨਹੀਂ ਕਰ ਸਕਦਾ, ਲੋਕ ਕਹਿਣਗੇ ਇਸ ਕਰਕੇ ਦੱਸਾਂਗੇ। ਦੇਖੋ ਤੁਹਾਡੇ ਹੱਥ ਵਾਗਡੋਰ ਦੇ ਦਿੱਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ, ਲਿਆ ਦੋਗੇ ਮੂਰਲੀਆਂ ਸਫਾਂ 'ਚ? ਨਹੀਂ, ਮੈਂ ਤੇ ਕਿਸੇ ਕੋ ਬੈਗ ਥੋੜੋ ਕਰਨਾ ਜੀ, ਮੈਂ ਤੇ ਸੰਘਰਸ਼ ਕਰ ਰਹੀ ਹਾਂ। ਮੇਰੇ ਹੱਥ 'ਚ ਜੋ ਪਰਮਾਤਮਾ ਨੇ ਲਿਖਿਆ ਉਹ ਕਰਾਂਗੀ। ਮੈਂ ਕਈਆਂ ਨੂੰ ਪੁੱਛਿਆ, ਕਹਿੰਦੇ ਤੁਸੀਂ ਕੀ ਹੁਣ ਟੀਚਾ ਲੈ ਕੇ? ਮੈਂ ਕਿਹਾ ਮੇਰਾ ਟੀਚਾ ਹੈ ਕਿ ਪਹਿਲਾਂ ਮੈਂ ਉਹਦੇ ਸਿਧਾਂਤ ਅਸੂਲ ਲੈ ਕੇ ਤੁਰਨਾ, ਸੰਗਤ ਦੇ ਵਿਸ਼ਵਾਸ ਨੂੰ ਜਿੱਤਣਾ। 4 ਸਾਲ ਪਏ ਜੇ ਚੋਣਾਂ 'ਚ, ਜੇ ਵਿਸ਼ਵਾਸ ਜਿੱਤ ਲਵਾਂਗੀ ਤੇ ਕੌਮ ਕਿਹਨੂੰ ਤੋੜਦੀ ਹੈ, ਕਿੱਧਰ ਨੂੰ ਤੋੜਦੀ ਹੈ, ਉਹ ਡਿਪੈਂਡ ਕਰਦਾ ਮੇਰੀ ਕਿਸਮਤ ਤੇ। ਤੇ ਜੇ ਉਹ ਇੰਨੇ 'ਚ ਡਰ ਜਾਂਦੇ ਆ ਕਿ ਸੰਘਰਸ਼ ਕਰਨਾ ਬੜਾ ਔਖਾ, ਕਈਆਂ ਨੂੰ ਤਾਂ ਸੰਘਰਸ਼ ਕਰਨਾ ਹੀ ਬੜਾ ਔਖਾ ਲੱਗਦਾ, ਪਰ ਮੈਨੂੰ ਸੰਘਰਸ਼ ਵਿੱਚ ਚਾਉ ਚੜ੍ਹਦਾ ਕਿਉਂਕਿ ਮੈਂ ਜ਼ਿੰਦਗੀ 'ਚ ਕੀਤਾ ਹੀ ਸੰਘਰਸ਼ ਹੈ। ਜੇ ਮੈਂ ਪਾਰਟੀ 'ਚ ਵੀ ਰਹੀ ਹਾਂ ਨਾ ਜੀ, ਇਹਨਾਂ ਮੈਨੂੰ ਕਈ ਇਸਤਰੀ ਅਕਾਲੀ ਦਲ ਤਿਆਰ ਕਰ, ਮੈਂ ਸੰਘਰਸ਼ ਕੀਤਾ ਘਰ ਘਰ, ਪਿੰਡ ਪਿੰਡ, ਸ਼ਹਿਰ ਸ਼ਹਿਰ, ਪਿੰਡ ਥਾਂ ਦੇ ਉੱਤੇ। ਜੇ ਕਿਤੇ ਵੀ ਮੈਨੂੰ ਹਰਿਆਣੇ 'ਚ ਭੇਜੀ, ਮੈਂ ਹਰਿਆਣੇ ਜਾ ਕੇ ਸੰਘਰਸ਼ ਕੀਤਾ। ਜੇ ਦਿੱਲੀ ਭੇਜੀ, ਦਿੱਲੀ ਸੰਘਰਸ਼ ਕੀਤਾ। ਮੈਂ ਜ਼ਿੰਦਗੀ ਨੂੰ ਰੱਖਿਆ ਹੀ ਸੰਘਰਸ਼ ਵਿੱਚ ਹੈ। ਸੋ ਇਸ ਕਰਕੇ ਮੇਰੀ ਕੋਸ਼ਿਸ਼ ਹੈ ਕਿ ਮੈਂ ਸਹੀ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਾਂ। ਕੌਣ ਮੇਰੇ ਨਾਲ ਆਉਂਦਾ, ਕੌਣ ਨਹੀਂ ਆਉਂਦਾ, ਜੇ ਅੱਜ ਵੱਡੇ ਲੀਡਰ ਨਹੀਂ ਆਉਣਗੇ, ਜਿਹੜੇ ਆਪਣੇ ਨੂੰ ਵੱਡੇ ਲੀਡਰ ਕਹਿੰਦੇ, ਜਿਹਨਾਂ ਨੂੰ 40-40 ਹਜ਼ਾਰ ਤੇ ਹਰਾਏ, 30-30 ਹਜ਼ਾਰ ਤੇ ਲੋਕਾਂ ਨੇ ਹਰਾਏ, ਕੋਈ ਹੁਣ ਵੱਡੇ ਨਹੀਂ ਆਪਾਂ ਰਹਿ ਗਏ। ਠੀਕ ਹੈ, ਨਾ ਸਾਡੇ ਰਹਿ ਗਏ ਹੈ, ਪਰ ਅਸੂਲ ਵੱਡੇ ਹੈ, ਸਿਧਾਂਤ ਵੱਡੇ ਹੈ, ਲੋਕਾਂ ਦੀ ਸੋਚ ਵੱਡੀ ਹੈ। ਪੰਜਾਬ ਦੇ ਲੋਕ ਕੀ ਚਾਹੁੰਦੇ ਹੈ, ਪੰਜਾਬ ਤੋਂ ਬਾਹਰ ਵਸਦੇ ਲੋਕ ਕੀ ਚਾਹੁੰਦੇ ਹੈ, ਸਿੱਖ ਕੀ ਚਾਹੁੰਦੇ ਹੈ, ਪੰਥ ਕੀ ਚਾਹੁੰਦਾ, ਸਾਨੂੰ ਉਹ ਨਬਜ਼ ਦੇ ਉੱਤੇ ਦੇਖਣਾ ਪਊਗਾ, ਅੱਜ ਉਧਰ ਨੂੰ ਤੁਰਨਾ ਪਊਗਾ। ਗੱਲ ਕਰਨੀ ਚਾਹੁੰਦੇ ਹਾਂ ਹਰਿਆਣਾ 'ਚ ਕੁਰੂਕਸ਼ੇਤਰ ਦੇ ਵਿੱਚ ਇਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਹੈ, ਮਾਹੌਲ ਪੂਰਾ ਤਣਾਅ ਦਾ ਬਣ ਗਿਆ। ਇੱਕ ਵਾਰੀ ਫਿਰ ਤੋਂ ਬਣਿਆ ਕਿਹਦਾ? ਸਿੱਖਾਂ 'ਚ। ਸਿੱਖ ਵਰਸਸ ਸਿੱਖ ਹੁੰਦੇ ਹੋਏ ਨਜ਼ਰ ਆ ਰਹੇ। ਇੱਕ ਪਾਸੇ ਹਰਿਆਣਾ ਦੀ ਕਮੇਟੀ ਹੈ, ਇੱਕ ਪਾਸੇ SGPC ਹੈ। ਅਜਿਹਾ ਕਿਉਂ ਹੋ ਰਿਹਾ? ਕਿਉਂਕਿ ਸਾਡੇ ਵਿੱਚੋਂ ਸਿੱਖ ਸੋਚ ਗਾਇਬ ਹੁੰਦੀ ਜਾ ਰਹੀ ਹੈ, ਸਾਡੇ ਸਿਧਾਂਤ ਗਾਇਬ ਹੁੰਦੇ ਜਾ ਰਹੇ ਹੈ, ਅਸੀਂ ਗੁਰਮਤ ਤੋਂ ਹੀਣੇ ਹੁੰਦੇ ਜਾ ਰਹੇ ਹਾਂ। ਅਸੀਂ ਕੇਵਲ ਤੇ ਕੇਵਲ ਆਪਣੇ ਆਕਿਆਂ ਨੂੰ ਖੁਸ਼ ਕਰਨ ਵਾਸਤੇ ਤੁਰ ਪਏ। ਇਸ ਵੇਲੇ ਜਿਹੜੀ ਹਰਿਆਣਾ ਕਮੇਟੀ ਬਣਾਈ, ਉਹ ਵੀ ਉਦੋਂ ਕਾਂਗਰਸ ਵਾਲਿਆਂ ਨੇ ਇਹਦੀ ਨੀਂਹ ਰੱਖੀ ਸੀ, ਉਹਨਾਂ ਬਣਾਈ। ਉਸ ਤੋਂ ਬਾਅਦ ਉਹੀ ਇਹਨਾਂ ਨੇ ਪੱਕਾ ਕਰ ਦਿੱਤਾ BJP ਵਾਲਿਆਂ ਨੇ, BJP ਸਰਕਾਰ ਨੇ। ਹੁਣ ਗੱਲ ਸੋਚਣ ਦੀ ਹੈ ਕਿ ਉਹ ਜਿਹੜੀ ਹਰਿਆਣਾ ਕਮੇਟੀ ਹੈ, ਉਹ ਜਿਹੜੀ ਸਰਕਾਰ ਆਏਗੀ ਉਹ ਸਟੇਟ ਵਿੱਚ, ਉਹ ਫਿਰ ਆਪਣੇ ਹਿਸਾਬ ਨਾਲ ਦੂਜੀ ਸਰਕਾਰ ਬਣਾਏਗਾ। ਨੋਮੀਨੇਸ਼ਨ ਕਰ ਦਿੱਤੀ, ਚੋਣ ਵੀ ਹੋਏਗੀ, ਪਰ ਉਸ ਐਕਟ ਵਿੱਚ ਜਿਹੜਾ ਉਹਨਾਂ ਨੇ ਉਹ ਹੀ ਪਾਇਆ ਕਿ ਜਿਹੜੀ ਸਰਕਾਰ ਤਰਮੀਮ ਕਿਸੇ ਵੇਲੇ ਵੀ ਆਰਡੀਨੈਂਸ ਲਿਆ ਸਕਦਾ।
ਸੈਕੰਡਲੀ ਇਹ ਸਾਡਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਇਹਦਾ ਪਾਰਲੀਮੈਂਟ ਨਾਲ ਸੰਬੰਧਿਤ ਹੈ, ਪਾਰਲੀਮੈਂਟ ਹਾਊਸ ਦੇ ਨਾਲ। ਹੁਣ ਜਿਹੜਾ ਸ਼੍ਰੋਮਣੀ ਕਮੇਟੀ ਉਹ ਤੇ ਪਾਰਲੀਮੈਂਟ ਦੇ ਵਿੱਚ ਸਾਡਾ ਐਕਟ ਡੀਨੋਟੀਫਾਈ ਨਹੀਂ ਹੋਇਆ, ਨਾ ਟੁੱਟਾ ਹੀ ਹੈ। ਉਹੀ ਸ਼੍ਰੋਮਣੀ ਕਮੇਟੀ ਕਾਇਮ ਹੈ, ਉਹੀ ਐਕਟ ਕਾਇਮ ਹੈ, ਉਹੀ ਸਾਡੇ ਮੈਂਬਰ ਉੱਥੇ ਚੁਣੇ ਹੋਏ ਕਾਇਮ ਹੈ। ਜਦੋਂ ਉਹ ਨਹੀਂ ਟੁੱਟਾ, ਸਾਡੇ ਗੁਰਦੁਆਰੇ ਸਾਡੀਆਂ ਉੱਥੋਂ ਦੀ ਜਾਇਦਾਦਾਂ ਗੁਰਦੁਆਰੇ ਦੀ ਸ਼੍ਰੋਮਣੀ ਕਮੇਟੀ ਦੇ ਨਾਂ ਦੇ ਉੱਤੇ ਹੈ। ਦੱਸੋ ਇਹਨਾਂ ਨੇ ਜਿਹੜੀ ਕੱਲ੍ਹ ਕਾਰਵਾਈ ਕੀਤੀ ਹੈ ਉਹ ਜਾਇਜ਼ ਹੈ? ਜਿਹੜੀ ਕਿ ਬਿਲਕੁਲ ਗਲਤ ਹੈ ਔਰ ਸਿੱਧਾ ਜਿਹੜੀ ਸਰਕਾਰ ਹੈ ਜਿਹੜੀ ਹਰਿਆਣੇ ਦੀ ਉਹਨਾਂ ਨੇ ਆਪ ਦਖਲਅੰਦਾਜ਼ੀ ਕਰਕੇ ਸਭ ਕੁਛ ਕੀਤਾ। ਜਦੋਂ ਕਿ ਪਿਛਲੀ ਵਾਰੀ ਜਦੋਂ ਹੋਇਆ ਸੀ ਦਾਦੂਵਾਲ ਸਾਹਿਬ ਨੂੰ ਪ੍ਰਧਾਨ ਬਣਾਤਾ ਸੀ, ਮੈਂ ਉੱਥੇ 500 ਬੰਦਾ ਘੱਟੋ ਘੱਟ ਲੈ ਕੇ ਬਹਿ ਗਈ ਕੁਰਕਸ਼ੇਤਰ ਜਾ ਕੇ, ਕਿਸੇ ਦੀ ਹਿੰਮਤ ਨਹੀਂ ਪਈ। ਮੈਂ ਕਿਹਾ ਆਓ ਜਿਹੜਾ ਹੁੰਦਾ। ਹੁਣ ਵੀ ਮੈਂ ਸਮਝਦੀ ਹਾਂ ਕਿ ਪ੍ਰਧਾਨ ਸਾਹਿਬ ਸਾਡੇ ਨਾਲ ਥੋੜ੍ਹੀ ਕਮਜ਼ੋਰੀ ਵਿਖਾਈ ਹੈ। ਪ੍ਰਧਾਨ ਸਾਹਿਬ ਸਾਨੂੰ ਆਵਾਜ਼ ਮਾਰਦੇ ਸਾਰਿਆਂ ਨੂੰ। ਅੱਜ ਅਕਾਲੀ ਦਲ ਕਿੱਥੇ ਹੈ? ਕਹੀ ਜਾਂਦੇ ਬੀਜੇਪੀ ਕਰਵਾ ਰਹੀ ਹੈ, ਬੀਜੇਪੀ ਕਰਵਾ ਰਹੀ ਹੈ। ਫਿਰ ਜੇ ਬੀਜੇਪੀ ਕਰਵਾ ਰਹੀ ਹੈ, ਜੇ ਬੀਜੇਪੀ ਉੱਥੇ ਜ਼ਬਰਦਸਤੀ ਸਾਡੇ ਕਬਜ਼ੇ ਕਰਵਾ ਰਹੀ ਹੈ, ਤੇ ਫਿਰ ਅਸੀਂ ਸ਼੍ਰੋਮਣੀ ਅਕਾਲੀ ਦਲ ਅਸੀਂ ਕਿੱਥੇ ਫਿਰ ਸੰਘਰਸ਼ ਕਰਾਂਗੇ? ਜੇ ਗੁਰਦੁਆਰਿਆਂ ਲਈ ਨਹੀਂ ਸੰਘਰਸ਼ ਕਰ ਸਕੇ, ਸ਼੍ਰੋਮਣੀ ਅਕਾਲੀ ਦਲ ਤੇ ਬਣਾਇਆ ਹੀ ਸੰਘਰਸ਼ ਵਾਸਤੇ ਸੀ। ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵੀਰਾਂ ਨੇ ਜਾ ਕੇ ਕੀਤਾ ਸੀ, ਉੱਥੇ ਲੜੇ ਸੀ ਨਾ, ਜਾ ਕੇ ਸ਼ਹੀਦ ਹੋਏ ਸੀਗੇ। ਹੁਣ ਜੇ ਆਪਾਂ ਆਪਣੇ ਗੁਰਦੁਆਰਿਆਂ ਵਾਸਤੇ ਹੀ ਜਾਂ ਉੱਥੇ ਦੀ ਰਾਖੀ ਵਾਸਤੇ ਜਿਹਦੇ ਲਈ ਇਹ ਬਾੜ ਬਣਾਈ ਸੀ, ਮਤਲਬ ਤਰਾਸਦੀ ਦੇਖੋ ਕਿੱਡੀ। ਇੱਕ ਪਾਸੇ ਦਾ ਸਾਕਾ ਨਨਕਾਣਾ ਯਾਦ ਕਰ ਰਹੇ ਹਾਂ, ਜੈਤੋ ਦਾ ਮੋਰਚਾ ਯਾਦ ਕਰ ਰਹੇ ਹਾਂ, ਉਸੇ ਦਿਨ ਉੱਥੇ ਫੇਰ ਤੋਂ ਉਹ ਚੀਜ਼ ਹੋ ਰਹੀ ਹੈ ਜਿਵੇਂ ਕਹਿੰਦੇ ਇਤਿਹਾਸ ਆਪਣੇ ਆਪ ਨੂੰ ਬਿਲਕੁਲ ਬਿਲਕੁਲ ਹਾਂ ਇਹ ਦੁਹਰਾਇਆ ਗਿਆ ਇਤਿਹਾਸ, ਫਿਰ ਦੁਹਰਾਇਆ ਹੋਇਆ 102 ਸਾਲ ਬਾਅਦ। ਮੈਨੂੰ ਸਿਰਫ ਦੁੱਖ ਇਸ ਕਰਕੇ ਹੈ ਵੀ ਇੱਕ ਤੇ ਉਹਨਾਂ ਨੇ ਗਲਤੀ ਕੀਤੀ ਵੀ ਉਹਨਾਂ ਨੇ ਜ਼ਬਰਦਸਤੀ ਵਿੱਚ ਵੜ ਕੇ ਤੇ ਸਾਰਾ ਕੁਝ ਕੀਤਾ, ਤਾਲੇ ਤੋੜੇ ਜਾਂ ਕੁਝ ਵੀ ਕੀਤਾ। ਜਿਹੜੇ ਮੁਲਾਜ਼ਮ ਉਹਨਾਂ ਦਾ ਕੀ ਕਸੂਰ ਹੈ? ਪਰ ਮੁਲਾਜ਼ਮਾਂ ਵਿਚਾਰਿਆਂ ਨੂੰ ਕਈਆਂ ਨਾਲ ਜਿਨ੍ਹਾਂ ਨਾਲ ਗੱਲ ਹੋਈ ਹੈ ਨਾ, ਉਹ ਕਹਿ ਰਹੇ ਆ, ਉਹ ਕਹਿੰਦੇ ਆ ਤੁਸੀਂ ਇਹ ਦੇਖੋ ਵੀ HSGPC ਦੀ ਵੱਖਰੀ ਕਮੇਟੀ ਦੀ ਲੋੜ ਕਿਉਂ ਪਈ, ਇਹ ਗੱਲ ਤੁਰੀ ਕਿਉਂ ਜੀ? ਜੇ ਕੋਈ ਊਣਤਾ ਹੀ ਰਹੀ, ਕੋਈ ਊਣਤਾ ਹੀ ਨਹੀਂ ਸੀ ਜੀ ਉੱਥੇ। ਸਿਰਫ ਮੈਂਬਰ ਜਿਹੜੇ ਸੀ ਝਿੰਡੇ ਹੋਰੀ ਸੀ ਉਸ ਵੇਲੇ, ਤੇ ਇੱਕ ਵਿਰਕ ਮੈਂਬਰ ਸਾਡਾ ਜਿਹੜਾ ਇਹਨਾਂ ਦੀ ਆਪਸ ਵਿੱਚ ਕਲੈਸ਼ ਹੁੰਦਾ ਸੀਗਾ। ਜਦੋਂ ਇਹਨਾਂ ਨੇ ਪਹਿਲੀ ਵਾਰੀ ਇਹ ਰੌਲਾ ਪਾ ਕੇ ਹਰਿਆਣਾ ਕਮੇਟੀ ਦੀ ਚੋਣ ਲੜੀ ਤੇ 4 ਜਿੱਤੇ ਸੀ, ਤੇ ਉਦੋਂ ਸਾਡੇ 7 ਜਿੱਤੇ ਸੀ, ਇਹਨਾਂ 7 ਸਾਡੇ 4 ਜਿੱਤੇ ਸੀ। ਦੂਜੀ ਵਾਰੀ ਮੈਂ ਜਾ ਕੇ ਲੋਕਾਂ ਨੂੰ ਦੱਸਿਆ, ਸ਼ੀਸ਼ਾ ਵਿਖਾਇਆ ਵੀ ਇਹ ਗੁਰਦੁਆਰਿਆਂ 'ਚ ਕੀ ਆਮਦਨ ਹੈ ਤੇ ਕੀ ਖਰਚੇ ਤੇ ਅਸੀਂ ਕਿੰਨਾ ਲਾਉਂਦੇ ਉੱਥੋਂ ਆਪਣੇ ਕੋਲੋਂ SGPC। ਜਦੋਂ ਕਲੀਅਰ ਹੋ ਗਿਆ ਤੇ 11 ਮੈਂਬਰ ਅਸੀਂ ਜਿਤਾਏ ਜੀ, 11 ਮੈਂਬਰ। ਲੋਕਾਂ ਦਾ ਨਹੀਂ ਕਸੂਰ ਉੱਥੇ। ਹਰਿਆਣੇ ਦੇ ਸਿੱਖ ਬਿਲਕੁਲ ਸ਼੍ਰੋਮਣੀ ਕਮੇਟੀ ਨੂੰ ਚਾਹੁੰਦੇ ਆ, ਹਰਿਆਣੇ ਦੇ ਸਿੱਖ ਵੱਖਰਾ ਹੋਣਾ ਹੀ ਨਹੀਂ ਚਾਹੁੰਦੇ। ਸਿਰਫ ਇਹ ਮੈਂਬਰਾਂ ਦਾ ਕਲੈਸ਼ ਪੈ ਗਿਆ। ਉਸ ਕਲੇਸ਼ ਕਰਕੇ ਸਰਕਾਰਾਂ ਨੇ ਉਹਦਾ ਫਾਇਦਾ ਚੁੱਕਿਆ। ਸਰਕਾਰਾਂ ਨੇ ਆਪਣੇ ਆਪ ਹੀ ਪ੍ਰਧਾਨ ਚੁੱਕ ਕੇ ਬਣਾਤੇ, ਆਪਣੇ ਆਪ ਹੀ ਮੈਂਬਰ ਨੋਮੀਨੇਟ ਕਰ ਦਿੱਤੇ। ਲੋਕ ਥੋੜ੍ਹੇ ਚਾਹੁੰਦੇ ਆ, ਹਰਿਆਣੇ ਦੇ ਸਿੱਖ ਤੇ ਚਾਹੁੰਦੇ ਹੀ ਨਹੀਂ ਵੱਖਰੇ ਹੋਣਾ। ਉਹਨਾਂ ਨੂੰ ਇਹਨਾਂ ਨੇ ਗਲਤ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ। ਸੋ ਮੈਂ ਸਮਝਦੀ ਹਾਂ ਜੇ ਤੁਸੀਂ ਬਣਾਈ ਵੀ ਹੈ, ਕਿਹੜੇ ਤੁਸੀਂ ਆਪਣੇ ਗੁਰਦੁਆਰੇ ਬਣਾ ਲਓ ਉੱਥੇ, ਜੇ ਹਰਿਆਣੇ ਦੇ ਗੁਰਦੁਆਰੇ ਕੋਈ ਦੇਣੇ ਦੇ ਦਿਓ ਇਹਨਾਂ ਨੂੰ। ਪਰ ਜਿਹੜੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਸੇਵਾ ਕਰ ਰਹੀ ਹੈ ਉਹਨੂੰ ਤਾਂ ਡੀਨੋਟੀਫਾਈ ਨਹੀਂ ਕੀਤਾ ਤੁਸੀਂ, ਉਹਦੀ ਨੋਟੀਫਿਕੇਸ਼ਨ ਤੇ ਰੱਦ ਹੀ ਨਹੀਂ ਹੋਈ, ਉਹ ਐਕਟ ਤੇ ਰੱਦ ਹੀ ਨਹੀਂ ਹੋਇਆ। ਉਹ ਮੈਂਬਰ ਤੇ ਸਾਡੇ ਤੱਕ ਵੀ ਚੋਣਾਂ ਹੁਣ ਲੜ ਕੇ ਗਏ, ਸਾਡੇ ਨਾਲ ਵੋਟਾਂ ਪਾ ਕੇ ਗਏ ਆ। ਸੋ ਮੈਂ ਸਮਝਦੀ ਜਿਹੜੇ ਤੇ ਮੁਲਾਜ਼ਮ ਹੈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੈ, ਹੁਣ ਉਹਨਾਂ ਨੂੰ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦਿਓ ਤਾਂ ਤੁਹਾਨੂੰ ਰੱਖਣੇ ਆ। ਜਿਹੜੇ 13-13 ਸਾਲ 14-14 ਸਾਲ 20-20 ਸਾਲ ਦੀ ਜਿਹਨਾਂ ਦੀ ਸਰਵਿਸ ਹੋ ਗਈ ਹੈ, ਉਹ ਕਿੱਥੋਂ ਆਪਣੇ ਫੰਡ ਲੈਣਗੇ? ਕਿੱਧਰ ਨੂੰ ਜਾਣਗੇ? ਉਹਦੇ ਬੈਨੀਫਿਟਸ ਕੌਣ ਦੇਵੇਗਾ? ਇਹਨਾਂ ਨੂੰ ਤੇ ਮੈਂ ਸਮਝਦੀ ਕਿ ਬੜੀ ਵੱਡੀ ਗਲਤੀ ਕਰ ਰਹੇ ਆ ਉਹ ਮੁਲਾਜ਼ਮ ਇਸ ਵੇਲੇ ਵਿਚਾਰੇ। ਪਰ ਕਿਤੇ ਨਾ ਕਿਤੇ ਇਹ ਗੱਲ ਮੰਨਦੇ ਹੋ ਕਿ ਸਮੇਂ ਦੇ ਨਾਲ ਹੋਈਆਂ ਗਲਤੀਆਂ ਜਾਂ ਕਰਵਾਈਆਂ ਗਈਆਂ ਗਲਤੀਆਂ ਦਾ ਹੀ ਅੱਜ ਸਾਨੂੰ ਇਹ ਸ਼ੀਸ਼ਾ ਵੇਖਣਾ ਪੈ ਰਿਹਾ? ਫੋਰ ਐਗਜ਼ਾਮਪਲ ਕਦੇ ਗੁਰਬਾਣੀ ਦੇ ਵੀ ਐਕਸਕਲੂਸਿਵ ਰਾਈਟਸ ਹੁੰਦੇ ਆ। ਬਿਲਕੁਲ ਗਲਤ ਹੈ। ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਕਿ ਜਦੋਂ ਅਸੀਂ ਚੀਜ਼ਾਂ ਦੇ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ, ਫਿਰ ਉੱਥੋਂ ਇਹੋ ਜਿਹੀਆਂ ਚੀਜ਼ਾਂ ਉਪਜਦੀਆਂ। ਅੰਦਰ ਨਾ ਇੱਥੋਂ ਆ ਗਿਆ ਜਦੋਂ ਅਸੀਂ ਚੈਨਲ ਆਪਣਾ ਬਣਾਇਆ, ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਉੱਥੋਂ ਚਲਾਇਆ ਕਰੋ ਨਾਲ। ਸਾਡੇ ਬੰਦਿਆਂ ਨੇ ਜਿੱਦਣ ਕਿਹੜੀ ਹੁੰਦੀ ਹੈ ਬਸੰਤ ਪੰਚਮੀ ਆਉਂਦੀ, ਬਸੰਤ ਪੰਚਮੀ, ਉਸ ਦਿਨ ਲਾਈਵ ਚਲਾਤਾ। ਸਾਨੂੰ ਨੋਟਿਸ ਦੇ ਦਿੱਤਾ ਨੇ, ਸਾਨੂੰ ਸ਼੍ਰੋਮਣੀ ਕਮੇਟੀ ਨੂੰ। ਜਦੋਂ ਨੋਟਿਸ ਆਇਆ ਮੈਂ ਗੱਲ ਸੁਣਨਾ, ਮੈਂ ਤੇਰੇ ਧੂਤੇ ਧਾਤੇ ਚੱਕ ਕੇ ਬਾਹਰ ਮਾਰਨੇ, ਤੈਨੂੰ ਭੁਲੇਖਾ ਨਾ ਹੋਵੇ। ਰਾਤੋਂ ਰਾਤ ਚੈਨਲ ਚੱਲੂਗਾ, ਰਾਤੋਂ ਰਾਤ। ਤੇਰੇ ਮਨ 'ਚ ਕੀ ਭੁਲੇਖਾ ਪਿਆ? ਤੂੰ ਸਾਡੇ ਘਰ ਆ ਕੇ ਤੇ ਸਾਡੇ ਤੇ ਕਬਜ਼ਾ ਕਰਕੇ ਤੇ ਸਾਨੂੰ ਨੋਟਿਸ ਦਿੰਦਾ।
ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਕਈ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਜਾਬਤੇ 'ਚ ਰਹਿ ਕੇ ਵੀ ਕਰਨੀਆਂ ਪੈਂਦੀਆਂ, ਬਾਹਰ ਨਹੀਂ ਬੋਲ ਹੁੰਦਾ ਬੰਦੇ ਕੋਲੋਂ ਵੀ ਚਲੋ ਹੁਣ ਵਿੱਚ ਕਲੇਸ਼ ਪੈਂਦਾ, ਚੰਗਾ ਨਹੀਂ ਲੱਗਦਾ। ਮੈਂ ਤੇ ਦੇਖੋ ਸਿੱਖ ਨੂੰ ਪਰਦੇ ਕੱਜਣ ਦਾ ਵੀ ਥੋੜਾ ਬਹੁਤਾ ਪਾਤਸ਼ਾਹ ਨੇ ਹੁਕਮ ਦਿੱਤਾ ਹੋਇਆ, ਗੁਰੂ ਸਾਹਿਬ ਨੇ, ਸਿੱਖ ਇੱਕ ਦੂਜੇ ਪਰਦੇ ਹੀ ਨਾ ਚੱਕੀ ਜਾਵੇ। ਹੁਣ ਕਈ ਗੱਲਾਂ ਹੋ ਸਕਦਾ ਮੈਂ ਕਹਿਣਾ ਚਾਹੁੰਦੀ, ਮੈਂ ਨਹੀਂ ਕਹਿਣਾ ਚਾਹੁੰਦੀ, ਕਿਉਂਕਿ ਸਿੱਖ ਦੇ ਪਰਦੇ ਨਾ ਚੱਕੇ। ਆਪਾਂ ਘਰ ਵਿੱਚ ਬੈਠੇ ਹੁੰਨੇ, ਜਦੋਂ ਕਈ ਵਾਰੀ ਘਰ ਧੀਆਂ ਪੁੱਤਰ ਗਲਤੀ ਕਰਦੇ ਆ, ਭੈਣ ਭਰਾ ਗਲਤੀ ਕਰਦੇ ਆ, ਉਸ ਵੇਲੇ ਮਾਂ ਪਿਓ ਪਰਦੇ ਹੀ ਕੱਜਦਾ, ਕਹਿੰਦਾ ਕੋਈ ਨਹੀਂ ਆਪੇ ਠੀਕ ਹੋ ਜਾਏਗਾ ਘਰ। ਸੋ ਇਹ ਗੱਲਾਂ ਹੁੰਦੀਆਂ ਜਿਹੜੀਆਂ ਮੈਂ ਸਮਝਦੀ ਹਾਂ ਕਿ ਅੱਜ ਬਹੁਤ ਹਰਿਆਣਾ ਸਰਕਾਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਔਰ ਜਿਹੜੇ ਅੱਗੇ ਲੱਗ ਕੇ ਉੱਥੇ ਕਿਰਪਾਨਾਂ ਚਲਾ ਰਹੇ ਆ, ਕੱਲ ਮੈਂ ਦੇਖ ਰਹੀ ਸੀ ਜੀਂਦ, ਉਹ ਗੋਲਕ ਗਿਣ ਰਹੇ ਆ, ਤੇ ਜਿਹੜਾ ਇੰਸਪੈਕਟਰ ਗੋਲਕ ਗਿਣਾ ਰਿਹਾ ਉਹਨੂੰ ਕੱਢ ਕੇ ਧੱਕੇ ਮਾਰ ਕੇ ਬਾਹਰ ਕੱਢ ਰਹੇ ਆ। ਉਹ ਕਹਿੰਦਾ ਮੈਨੂੰ ਜਮ੍ਹਾਂ ਕਰਾ ਲੈਣ ਦਿਓ, ਬੈਂਕ ਵਿੱਚ ਜਮ੍ਹਾਂ ਕਰਾ ਲੈਣ ਦਿਓ, ਫਿਰ ਮੈਂ ਕਰ ਲੂੰਗਾ। ਇਹ ਕੋਈ ਸਿਸਟਮ ਥੋੜ੍ਹਾ ਹੈ। ਸੋ ਤੁਸੀਂ ਕਬਜ਼ਾ ਉੱਥੇ ਕਰੀਦਾ ਜਿਹੜੀ ਕਿਸੇ ਦੀ ਜਾਇਦਾਦ ਹੋਵੇ। ਇਹਦਾ ਮਤਲਬ ਕਿ ਤੁਸੀਂ ਦੂਜੇ ਦੀ ਜਾਇਦਾਦ ਉੱਤੇ ਸਰਕਾਰ ਦੀ ਤਾਕਤ ਨਾਲ ਤੁਸੀਂ ਕਬਜ਼ਾ ਕਰਨ ਆਏ ਹੋ। ਪਰ ਮੈਂ ਇਹ 'ਚ ਆਪਣੇ ਪ੍ਰਧਾਨ ਜੀ ਦੀ ਕਮਜ਼ੋਰੀ ਸਮਝਦੀ ਹਾਂ। ਪ੍ਰਧਾਨ ਸਾਹਿਬ ਨੂੰ ਪਤਾ ਸੀ ਇਹ ਕੁਝ ਹੋਣਾ ਹੈ। ਪ੍ਰਧਾਨ ਸਾਹਿਬ ਸਾਰੇ ਥਾਵਾਂ ਤੇ, ਅੱਜ ਅਕਾਲੀ ਦਲ ਕਿੱਥੇ ਗਏ, ਸ਼੍ਰੋਮਣੀ ਅਕਾਲੀ ਦਲ ਸਾਰਾ ਅੱਜ ਲੜਨਾ ਗੁਰਦੁਆਰੇ ਸੇਵਾ ਸੰਭਾਲ ਲਈ। ਅੱਜ ਸਾਡਾ ਫਰਜ਼ ਬਣਦਾ ਸੀ। ਨਨਕਾਣੇ ਸਾਹਿਬ ਦੇ ਸਾਕੇ 'ਚ ਲੜੇ ਸੀ ਨਾ ਜਾ ਕੇ, ਉੱਥੇ ਜੂਝੇ ਕਿ ਨਹੀਂ। ਪੰਜਾ ਸਾਹਿਬ ਲਾ ਲਓ, ਤਰਨ ਲਾ ਲਓ, ਹਰਿਮੰਦਰ ਸਾਹਿਬ ਲਾ ਲਓ, ਅਕਾਲ ਤਖਤ ਤੇ ਲਾ ਲਓ, ਜਾ ਕੇ ਉਹਨਾਂ ਨੇ ਆਪਣੇ ਗੁਰਦੁਆਰੇ ਰਾਖੀ ਕੀਤੀ ਕਿ ਨਹੀਂ ਕੀਤੀ। ਜੇ ਤੁਹਾਨੂੰ ਲੱਗਦਾ ਸੀਗਾ ਕਿ ਇਹ ਕਬਜ਼ੇ ਕਰਨਗੇ, ਅੱਜ ਸਾਰੇ ਨਾਢਾ ਸਾਹਿਬ ਆਪਣੇ ਵਰਕਰ ਬੈਠਦੇ, ਆਪਣੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬੈਠਦੇ, ਦੂਜੇ ਬੈਠਦੇ, ਪ੍ਰਧਾਨ ਜੀ ਸਾਨੂੰ ਕਹਿੰਦੇ। ਮੈਂ ਉੱਥੇ ਕੁਰਕਸ਼ੇਤਰ ਜਾ ਕੇ ਬੈਠੀ ਸੀ ਤੇ ਮੈਂ ਉੱਥੇ ਵੜਨ ਨਹੀਂ ਸੀ ਦਿੱਤਾ ਦਾਦੂਵਾਲ ਸਾਹਿਬ ਨੂੰ, ਉਦੋਂ ਮੇਰੇ ਕੋਲ ਆਏ ਸੀਗੇ। ਸੋ ਮੈਨੂੰ ਵੀ ਕਹਿਣ, ਸਾਨੂੰ ਸਾਰਿਆਂ ਨੂੰ ਨਾਲ ਲੈਣ, ਸਾਡੀ ਡਿਊਟੀ ਲਾਉਣ, ਲੈ ਮੈਂ ਸਭ ਤੋਂ ਅੱਗੇ ਹੋ ਕੇ ਤੁਰਾਂਗੀ। ਅੱਜ ਪ੍ਰਧਾਨ ਜੀ ਕਹਿਣ ਚਲੋ ਚੱਲੀਏ ਸਾਰੇ, ਉੱਥੇ ਕਿਸੇ ਦੀ ਕੀ ਹਿੰਮਤ ਬਣ ਜੇ, ਭਾਵੇਂ ਸਰਕਾਰ ਵੀ ਹੋਵੇ। ਦੇਖੋ ਸਰਕਾਰ, ਮੈਂ ਸਮਝਦੀ ਹਾਂ ਕਿ ਸਰਕਾਰ ਦੀ ਪੁਲਿਸ ਆਈ, ਉੱਥੇ SDM ਆਇਆ, ਉਹਨਾਂ ਧੱਕੇ ਨਾਲ ਉੱਥੇ ਕਬਜ਼ੇ ਕਰਾਏ, ਪਰ ਸਰਕਾਰਾਂ ਵੀ ਝੁਕ ਜਾਂਦੀਆਂ। ਸਰਕਾਰ ਉਦੋਂ ਵੀ ਆਏ ਸੀਗੇ, ਉਦੋਂ ਅੰਗਰੇਜ਼ ਨਹੀਂ ਸੀ ਆਏ। ਜੋ ਨਨਕਾਣਾ ਸਾਹਿਬ ਦੇ ਉੱਤੇ ਇਹ ਸਾਰਾ ਕਤਲੇਆਮ ਹੋਇਆ, ਆਪ ਆ ਕੇ ਚਾਬੀਆਂ ਦੇ ਕੇ ਗਏ ਸੀ। ਉਦੋਂ ਜਿਹੜਾ DC ਸੀ ਉੱਥੇ ਦਾ ਗਵਰਨਰ, ਉਹ ਆਪ ਚਾਬੀਆਂ ਦੇ ਕੇ ਗਏ ਸੀਗੇ। ਸੋ ਕੋਈ ਧੱਕੇ ਨਾਲ ਤੁਹਾਡੀਆਂ ਗੋਲਕਾਂ ਵੱਢ ਜੇ, ਆ ਕੇ ਕੋਈ ਤੁਹਾਡਾ ਕਿ ਸਿਸਟਮ ਖਤਮ ਕਰ ਜਾਵੇ, ਇਹ ਤਾਂ ਮਾੜੀ ਗੱਲ। ਗੱਲ ਕਰਨੀ ਉਹ ਵੱਖਰੀ ਗੱਲ ਹੈ ਵੀ ਆ ਕੇ ਗੱਲ ਕਰਦੇ ਉਹਨਾਂ ਨਾਲ, ਪੂਰੀ ਕਮੇਟੀ ਆਉਂਦੀ, ਕਿਸੇ ਥਾਂ ਦੇ ਉੱਤੇ ਬਹਿ ਕੇ ਗੱਲਬਾਤ ਨਿਬੜ ਜਾਂਦੀ। ਇਹ ਮੈਂ ਸਮਝਦੀ ਸਾਡੀ ਵੀ ਕਮਜ਼ੋਰੀ ਰਹੀ ਸ਼੍ਰੋਮਣੀ ਕਮੇਟੀ ਦੀ। ਔਰ ਸ਼੍ਰੋਮਣੀ ਅਕਾਲੀ ਦਲ ਦਾ ਮੈਨੂੰ ਅੱਜ ਬੜਾ ਅਫਸੋਸ ਹੈ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਗੁਰਧਾਮਾਂ ਦੀ ਸੇਵਾ ਸੰਭਾਲ ਨੂੰ ਬਰਕਰਾਰ ਰੱਖਣ ਲਈ, ਮਰਿਆਦਾ ਨੂੰ ਬਰਕਰਾਰ ਰੱਖਣ ਲਈ ਉੱਥੇ ਜੱਦੋਜਹਿਦ ਕਰਨੀ ਸੀ, ਅੱਜ ਕਿੱਥੇ ਆ? ਜੇ ਆਪਾਂ ਆਪਣਾ ਘਰ ਹੀ ਨਹੀਂ ਸੰਭਾਲ ਸਕੇ, ਹੋਰ ਹੱਕ ਕੀ ਲਵਾਂਗੇ? ਚੰਡੀਗੜ੍ਹ ਕਿੱਥੋਂ ਲੈ ਲਾਂਗੇ? SYL ਦੀ ਕਿੱਥੋਂ ਅਸੀਂ ਲੜਾਈ ਲੜ ਲਾਂਗੇ? ਅਸੀਂ ਤਾਂ ਬਿਲਕੁਲ ਹੀ ਆਪਣੇ ਆਪ ਨੂੰ ਇੱਦਾਂ ਕਰ ਲਿਆ ਜਿੱਦਾਂ ਕਿਤੇ ਸਾਡੇ ਪੱਲੇ ਹੀ ਕੱਖ ਨਹੀਂ ਰਹਿ ਗਿਆ ਹੁੰਦਾ। ਸੋ ਮੈਨੂੰ ਅਫਸੋਸ ਹੈ ਇਸ ਗੱਲ ਦਾ। ਸਮਾਂ ਕੱਢਿਆ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਬਹੁਤ ਧੰਨਵਾਦ। ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਬੀਬੀ ਜਗੀਰ ਕੌਰ। ਗੱਲਾਂ ਬਾਤਾਂ ਤੁਸੀਂ ਸੁਣੀਆਂ, ਕੀ ਸੋਚਦੇ ਹੋ? ਕੀ ਗੁਸਤਾਖੀ ਹੋਈ? ਕੀ ਕੁਝ ਹੋਰ ਕੀਤਾ ਜਾ ਸਕਦਾ ਹੈ? ਕਮੈਂਟਸ ਦੇ ਅੰਦਰ ਤੁਸੀਂ ਆਪਣੀ ਰਾਏ, ਆਪਣੀ ਮਸ਼ਵਰਾ, ਆਪਣੀ ਸਲਾਹ ਸਾਂਝੀ ਕਰ ਸਕਦੇ ਹੋ। ਸਿਰ ਮੱਥੇ ਪ੍ਰਵਾਨ ਰਹੇਗੀ। ਨਵਜੋਤ ਸਿੰਘ ਢਾਲੀਵਾਲ ਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।